ਤੁਸੀਂ ਜਦੋਂ ਸੰਤਾਂ ਤੋਂ ਦੂਰ ਹੋਏ ਤਾਂ ਉਸ ਤੋਂ ਆਈ ਥਿੰਕ 15-20 ਮਿੰਟ ਬਾਅਦ ਸੰਤ ਚੜ੍ਹਾਈ ਕਰ ਗਏ ਸਨ। ਨਹੀਂ ਜੀ, ਮੈਂ ਕੋਲੇ ਸੀ ਜੀ ਬਿਲਕੁਲ। ਮੈਂ ਅਸੀਂ ਨਾਲ ਸੀ, ਆਪਦੇ ਅੱਖੀ ਸਾਰਾ ਕੁਝ ਪਾਣਾ ਵੇਖਿਆ ਵਰਤ ਦਾ। ਥੱਲੇ ਸਾਹਮਣੇ ਟੈਂਕ ਖੜੇ ਨੇ, ਮਿਲਟਰੀ ਖੜੀ ਹੈ, ਤੇ ਜਦੋਂ ਸਿੰਘ ਉਤਰੇ ਨੇ ਤੇ ਇੱਕ ਲੱਖ ਪੂਰੀ ਮਤਲਬ ਕਿ ਫਾਇਰਿੰਗ ਸ਼ੁਰੂ ਹੋਈ ਹੈ ਦੋਨਾਂ ਪਾਸਿਆਂ ਤੋਂ। ਟੈਂਕ ਨੇ ਜਿਹੜਾ ਗੋਲਾ ਸੀਗਾ ਜਿੱਥੋਂ ਸਿੰਘ ਨਿਕਲ ਰਹੇ ਸੀਗੇ ਉਹ ਉਹਦੇ ਉੱਤੇ ਮਾਰਿਆ। ਇੱਕਦਮ ਧੂਆਂ ਤਾਰਾ। ਮੇਰੇ ਨਾਲ ਸਿੰਘ ਖੜੇ ਸੀਗੇ, ਭਾਈ ਗੁਰਨਾਮ ਸਿੰਘ, ਉਤਮ ਸਿੰਘ, ਉਹ ਇਉਂ ਉੱਡ ਗਏ ਜਿਵੇਂ ਰੂਹ ਉੱਡ ਜਾਂਦੀ। ਮੈਂ ਸੰਤਾਂ ਦੀ ਸੇਵਾ ਕਰਦੇ ਨੇ ਆਪਦਾ ਸਰੀਰ ਮਤਲਬ ਕਿ ਉਹਦੇ ਉੱਤੇ ਕਰਨ ਦਾ ਯਤਨ ਕੀਤਾ ਵੀ ਕਿਸੇ ਢੰਗ ਨਾਲ ਵੀ ਸੰਤਾਂ ਨੂੰ ਸਰੀਰ ਨੂੰ ਨਾ ਕੁਛ ਹੋਵੇ। ਸੰਤਾਂ ਨੇ ਮਤਲਬ ਕਿ ਐ ਦੋਨੇ ਪੈਰ ਜੋੜ ਕੇ ਨਾ ਮੇਰੇ ਸਰੀਰ ਨੂੰ ਭਰੇ ਤੱਕ ਕੇ ਕਹਿੰਦੇ ਕੰਜਰਾ ਕੇ ਡਰ ਗਿਆ। ਸ਼ਬਦ ਪੜ੍ਹਦੇ ਜਕਾਰੇ ਛੱਡਦੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਕੌਮ ਨਾਲ ਜੁੜੀਆਂ, ਸਿੱਖ ਧਰਮ ਦੇ ਨਾਲ ਜੁੜੀਆਂ ਕੁਝ ਨਾ ਕੁਝ ਅਜਿਹੀਆਂ ਗੱਲਾਂ ਕਰਦੀਆਂ ਨੇ ਜੋ ਸਾਡੇ ਨਾਲ ਸਿੱਧਾ ਤਾਲੁਕਾਤ ਰੱਖਦੀਆਂ ਹੋਣ। 6 ਜੂਨ 1984 ਆਖਿਰ ਇਹ ਦਿਨ ਕੌਣ ਭੁੱਲ ਸਕਦਾ ਹੈ? ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਉਹ ਕਾਲਾ ਦਿਨ ਜਦੋਂ ਸ਼੍ਰੀ ਦਰਬਾਰ ਸਾਹਿਬ ਉੱਤੇ ਫੌਜਾਂ ਚੜ੍ਹਾਈਆਂ ਗਈਆਂ, ਤੇ ਉਹ ਦਿਨ ਆਉਣ ਵਾਲਾ ਹੀ ਹੈ। ਤੇ ਉਸ ਦੇ ਉੱਤੇ ਹੀ ਅੱਜ ਚਰਚਾ ਕਰਨ ਵਾਸਤੇ ਅਸੀਂ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਹੈ ਭਾਈ ਮੁਖਤਿਆਰ ਸਿੰਘ ਜੀ ਨੂੰ, ਜਿਨ੍ਹਾਂ ਨੇ ਉਸ ਦਿਨ ਦਾ ਸਾਰਾ ਘੱਲੂਘਾਰਾ ਆਪਣੀਆਂ ਅੱਖੀਂ ਵੇਖਿਆ, ਜੋ ਸੰਤਾਂ ਦੇ ਨਾਲ ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੌਜੂਦ ਸਨ, ਜੋ ਸੰਤਾਂ ਤੋਂ ਜੁਦਾ ਹੋਏ ਤੇ ਉਸ ਤੋਂ 15-20 ਮਿੰਟ ਬਾਅਦ ਹੀ ਸੰਤ ਚੜ੍ਹਾਈ ਕਰ ਗਏ ਸਨ। ਆਖਿਰ ਇਹ ਸਾਰਾ ਘਟਨਾਕ੍ਰਮ ਕਿਉਂ ਵਾਪਰਿਆ, ਕਿਉਂ ਹੋਇਆ, ਕਿੱਦਾਂ ਹੋਇਆ? ਸਿੱਖ ਕੌਮ ਦੇ ਪਿੰਡੇ ਦੇ ਉੱਤੇ ਇਹ ਜ਼ਖਮ ਕਿਉਂ ਪਏ? ਇਸੇ ਦੇ ਉੱਤੇ ਅੱਜ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੁਖਤਿਆਰ ਜੀ, ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੁਖਤਿਆਰ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਆਖਿਰ ਜੋ 1984 ਦੇ ਵਿੱਚ ਇੱਕ ਵੈਕਿਊਮ ਕ੍ਰੀਏਟ ਕੀਤਾ ਗਿਆ, ਸੰਤਾਂ ਦੇ ਉੱਤੇ ਇਲਜ਼ਾਮ ਲਗਾਏ ਗਏ, ਅੱਜ ਤੱਕ ਲੱਗਦੇ ਨੇ ਕਿ ਉਹਨਾਂ ਨੇ ਬਹੁਤ ਅਸਲਾ ਇਕੱਠਾ ਕੀਤਾ ਹੋਇਆ ਸੀਗਾ, ਬਹੁਤ ਹਥਿਆਰ ਇਕੱਠੇ ਕੀਤੇ ਹੋਏ ਸੀ, ਸਰਕਾਰ ਦੀਆਂ ਉਹਨਾਂ ਨੇ ਕੋਈ ਮੰਨੀਆਂ ਨਹੀਂ ਸੁਣੀਆਂ ਨਹੀਂ, ਤਾਂ ਉੱਥੇ ਫੌਜਾਂ ਚੜ੍ਹਾਈਆਂ ਗਈਆਂ। ਤੁਸੀਂ ਸੰਤਾਂ ਦੀ ਸੰਗਤ ਦੇ ਵਿੱਚ ਰਹੇ ਹੋ, ਤੁਸੀਂ ਉਸ ਦਿਨ ਵੀ 6 ਜੂਨ ਵਾਲੇ ਦਿਨ ਵੀ ਅੰਦਰ ਸੰਤਾਂ ਦੇ ਨਾਲ ਹੀ ਸੀ, ਤੇ ਅਸਲ ਕਾਰਨ ਕੀ ਸੀ ਉਸ ਦੇ, ਮਤਲਬ ਉਸ ਸਮੇਂ ਦੇ ਦੌਰਾਨ ਕਿਉਂ ਇੰਨਾ ਵੈਕਿਊਮ ਕ੍ਰੀਏਟ ਹੋਇਆ ਤੇ ਉਹ ਘਟਨਾ ਕ੍ਰਮ ਕਿਉਂ ਵਾਪਰਿਆ? ਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਤੁਹਾਡੇ ਗੁਰਬਾਣੀ ਅਖੰਡ ਬਾਣੀ ਦੇ ਇਸ ਚੈਨਲ ਮਾਧਿਅਮ ਰਾਹੀਂ ਤੁਸੀਂ ਸੰਗਤਾਂ ਤੱਕ ਇਹ ਵਿਚਾਰਧਾਰਾ ਪਹੁੰਚਾ ਰਹੇ ਹੋ ਜੀ। ਬੇਨਤੀ ਇਸ ਤਰ੍ਹਾਂ ਵੀ ਤੁਸੀਂ ਕੁਐਸਚਨ ਕੀਤਾ ਵੀ ਇਹ ਸਾਰਾ ਕਿਉਂ ਵਾਪਰਿਆ, ਉਹਦੇ ਬਾਰੇ ਤਕਰੀਬਨ ਸੰਗਤਾਂ ਵੀ ਆਪ ਜੀ ਵੀ ਮੀਡੀਆ ਰਾਹੀਂ ਸੁਣਦੇ ਹੋ ਤੇ ਸੰਗਤਾਂ ਭਲੀ ਭਾਂਤ ਜਾਣਦੀਆਂ ਨੇ ਕਿ ਜਦੋਂ ਮਾਹੌਲ ਜਿਹੜਾ ਸੀਗਾ ਪੰਜਾਬ ਦੇ ਵਿੱਚ, ਖਾਸ ਕਰਕੇ ਸਰਕਾਰਾਂ ਤੋਂ ਨਿਆਂ ਲੈਣ ਦਾ, ਹਰ ਇੱਕ ਅੱਜ ਵੀ ਹੋਵੇ ਭਾਵੇਂ ਬੀਤਿਆ ਸਮਾਂ ਹੋਵੇ, ਆਉਣ ਵਾਲਾ ਸਮਾਂ ਹੋਵੇ, ਹਰੇਕ ਬੰਦਾ ਸਮੇਂ ਦੀ ਸਰਕਾਰ ਤੋਂ ਨਿਆਂ ਭਾਲਦਾ ਹੈ, ਉਹਦੇ ਤੋਂ ਆਸ ਹੁੰਦੀ ਹੈ। ਜਦੋਂ ਸਰਕਾਰਾਂ ਨਿਆਂ ਦੇਣ ਛੱਡ ਜਾਣ, ਫਿਰ ਕਈ ਵਾਰੀ ਬੰਦਾ ਉਹ ਆਪਣੇ ਹੱਥ ਕਾਨੂੰਨ ਲੈਣ ਦਾ ਯਤਨ ਕਰਦਾ ਹੈ, ਕੋਸ਼ਿਸ਼ ਕਰਦਾ, ਮਤਲਬ ਕਿ ਉਸ ਚੀਜ਼ ਨੂੰ ਵੀ ਮੈਨੂੰ ਨਿਆਂ ਮਿਲੇ। ਸਭ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਤਕਰੀਬਨ ਜੋ ਦਮਦਮੀ ਟਕਸਾਲ ਦੇ ਮੁਖੀ ਬਣੇ, ਜਿਸ ਵੇਲੇ ਸੰਤ ਕਰਤਾਰ ਸਿੰਘ ਜੀ ਸੱਚਖੰਡ ਪੈਨਾ ਕਰ ਗਏ 16 ਅਗਸਤ 1977 ਨੂੰ ਜੀ, ਤਾਂ ਮਹਾਂਪੁਰਖਾਂ ਦੀ ਚੋਣ ਸਾਰੇ ਜਥੇ ਸੰਗਤ ਨੇ ਕੀਤੀ ਅਤੇ ਬੜੇ ਪਿਆਰ ਦੇ ਨਾਲ ਸਾਰਾ ਪ੍ਰੋਗਰਾਮ ਉਸੇ ਤਰ੍ਹਾਂ ਚੱਲ ਰਿਹਾ ਸੀ ਜੋ ਦਮਦਮੀ ਟਕਸਾਲ ਗੁਰੂ ਕਲਗੀਧਰ ਤੋਂ ਬਰੋਸਾਈ ਹੋਈ ਹੈ, ਜਿਹਦਾ ਮੇਨ ਮਕਸਦ ਹੈ ਸਿੱਖ ਧਰਮ ਦਾ ਪ੍ਰਚਾਰ ਕਰਨਾ, ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ, ਆਪ ਪੜ੍ਹਨੀ ਤੇ ਅੰਮ੍ਰਿਤ ਛਕਾਉਣਾ। ਸੋ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਸੀ ਜੀ। ਸੋ ਉਹ ਸਮੇਂ ਅਨੁਸਾਰ ਜਿਸ ਵੇਲੇ ਜਦੋਂ 1978 ਦਾ ਵਿਸਾਖੀ ਦਾ ਭਾਣਾ ਵਾਪਰਿਆ ਜੀ, ਜਿਸ ਵੇਲੇ ਨਿਰੰਕਾਰੀ, ਜਿਹਨੂੰ ਸਿੱਖ ਜਿਹੜੇ ਨੇ ਗੁਰੂ ਕੇ ਪਿਆਰੇ ਨਰਕਧਾਰੀ ਕਹਿੰਦੇ ਨੇ, ਉਸ ਨਿਰੰਕਾਰੀ ਗੁਰਬਚਨ ਸਿੰਘ ਨੇ ਸ਼ਰੇਆਮ ਧਰਮ ਦੇ ਵਿੱਚ ਆ ਕੇ ਲਲਕਾਰ ਕੀਤੀ, ਉਹਨੇ ਲਲਕਾਰਾ ਮਾਰਿਆ ਜੀ। ਪਹਿਲਾਂ ਸੰਤ ਬਾਬਾ ਕਰਤਾਰ ਸੁਣਾ ਵੇਲੇ ਵੀ ਇਹਨਾਂ ਨੇ ਹਮਲੇ ਕਰਨ ਦਾ ਯਤਨ ਕੀਤਾ, ਪਰ ਸੰਤ ਕਰਤਾਰ ਸੁਣਾ ਵੇਲੇ ਉਹ ਝਿਜਕਦੇ ਸੀ ਜੀ।
ਉਹਨਾਂ ਨੇ ਵੇਖੇ ਵੀ ਚੜ੍ਹਾਈ ਕਰ ਗਏ ਨੇ, ਹੁਣ ਸਾਨੂੰ ਖੁੱਲ੍ਹ ਹੈ, ਸਰਕਾਰ ਨੇ ਵੀ ਖੁੱਲ੍ਹ ਦੇ ਦਿੱਤੀ। ਸਮੇਂ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਜੀ, ਅਤੇ ਉਹ ਉਸ ਵੇਲੇ ਉੱਥੇ ਮੌਜੂਦ ਨਹੀਂ ਸੀ, ਪਰ ਉਹਨਾਂ ਦਾ ਨੁਮਾਇੰਦਾ, ਸਰਕਾਰ ਦਾ ਨੁਮਾਇੰਦਾ ਸਰਦਾਰ ਜਥੇਦਾਰ ਜੀਵਨ ਸਿੰਘ ਉਮਰਾਨਗੜ ਉਸ ਵੇਲੇ ਮੌਜੂਦ ਸੀ। ਸਨ 1978 13 ਅਪ੍ਰੈਲ 1900 ਵਿਸਾਖੀ ਵਾਲੇ ਦਿਨ ਮੰਜੀ ਸਾਹਿਬ ਹਾਲ ਦੇ ਵਿੱਚ ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ ਮਹਾਂਪੁਰਖਾਂ ਨੂੰ ਕਿ ਨਿਰੰਕਾਰੀ ਜਿਹੜੇ ਨੇ ਉਹ ਗੁਰਬਾਣੀ ਦੇ ਬਹੁਤ ਜ਼ਿਆਦਾ ਮਾੜੇ ਸ਼ਬਦ ਬੋਲ ਰਹੇ ਨੇ, ਗੁਰੂ ਸਾਹਿਬ ਦੀ ਨਿੰਦਿਆ ਕਰ ਰਹੇ ਨੇ, ਕੂੜ ਪ੍ਰਚਾਰ ਕਰ ਰਹੇ ਨੇ। ਸੰਤਾਂ ਨੇ ਉਸ ਵੇਲੇ ਉਸ ਜਿਹੜੇ ਸਰਕਾਰੀ ਨੁਮਾਇੰਦੇ ਸੀਗੇ ਸਰਦਾਰ ਜੀਵਨ ਸਿੰਘ ਉਮਰਾਨਗੜ ਉਹਨਾਂ ਨੇ ਕਿਹਾ ਜੀ ਮੈਂ ਤਾਂ ਮਾਲ ਮੰਤਰੀ ਹਾਂ, ਮੇਰੇ ਕੋਲੋਂ ਕੋਈ ਪਟਵਾਰੀ ਜਾਂ ਕੋਈ ਕਾਨੂੰਗੋ ਜਾਂ ਤਹਿਸੀਲਦਾਰ ਦਾ ਕੰਮ ਕਰਾਉਣਾ ਮੈਂ ਕਰ ਸਕਦਾ, ਇਹ ਮੈਂ ਨਹੀਂ ਕਰ ਸਕਦਾ, ਇਹ ਜਿਹੜਾ ਮਹਿਕਮਾ ਮੇਰੇ ਕੋਲ ਨਹੀਂ ਹੈ। ਭਾਵ ਨੇ ਜਵਾਬ ਦੇ ਦਿੱਤਾ ਜੀ। ਸੰਤ ਕਹਿਣ ਲੱਗੇ ਵੀ ਚੰਗਾ ਜੀ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਉੱਥੋਂ ਰੋਸ ਵਜੋਂ ਮੰਜੀ ਸਾਹਿਬ ਹਾਲ ਤੋਂ ਉੱਠ ਕੇ ਗੁਰੂ ਰਾਮਦਾਸ ਰਾਂ 'ਚ ਆਏ। ਦਾਸ ਵੀ ਉਸ ਵੇਲੇ ਨਾਲ ਸੀ, ਛੋਟੀ ਉਮਰ ਸੀਗੀ ਜੀ। ਉਸ ਵੇਲੇ ਸਾਰੇ ਸਿੰਘਾਂ ਦੇ ਕੋਲੇ ਮਹਾਂਪੁਰਖਾਂ ਦੀ ਇਹ ਬਜਿੱਦ ਸੀ ਕਿ ਮੈਂ ਜਾਣਾ ਉਸ ਪ੍ਰੋਟੈਸਟ ਵਿੱਚ। ਭਾਈ ਅਮਰੀਕ ਸੋਹਣੀ ਵੀ ਕਹਿੰਦੇ ਸੀ, ਜਿਹੜੇ ਆਲ ਇੰਡੀਆ ਸਟੂਡੈਂਟ ਦੇ ਪ੍ਰਧਾਨ ਬਣੇ, ਉਦੋਂ ਨਹੀਂ ਸੀ ਪ੍ਰਧਾਨ ਉਸ ਵੇਲੇ ਉਹ, ਤਾਂ ਉਹ ਕਹਿਣ ਲੱਗੇ ਸੀ ਜਾਣਾ। ਪਰ ਲੇਕਿਨ ਜਥੇ ਦੇ ਕੋਈ ਸਿੰਘਾਂ ਨੇ, ਜਥੇਬੰਦੀ ਦੇ ਸਿੰਘਾਂ ਨੇ ਰਾਏ ਕੀਤੀ ਵੀ ਆਪਾਂ ਨੂੰ ਬੜੀ ਹਲੀਮੀ ਨਾਲ ਬਹੁਤ ਕੁਝ ਸੋਚ ਕੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ। ਸੰਤਾਂ ਨੂੰ ਕਿਹਾ ਵੀ ਤੁਸੀਂ ਨਹੀਂ ਜਾ ਸਕਦੇ। ਅਖੰਡ ਕੀਰਤਨੀ ਜਥੇ ਦੇ ਜਿਹੜੇ ਸਿੰਘ ਸੀ ਉਹ ਬੁਲਾਏ ਗਏ, ਜਿਹੜੇ ਉਸ ਵੇਲੇ ਕੀਰਤਨ ਕਰ ਰਹੇ ਸੀ। ਭਾਈ ਫੌਜਾ ਸਿੰਘ ਜੀ ਹੋਣੀ, ਉਹਨਾਂ ਦੇ ਨਾਲ ਹੋਰ ਸਾਥੀ ਸਿੰਘ, ਭਾਵ ਉਹ ਪ੍ਰੋਟੈਸਟ ਕਰਨ ਵਾਸਤੇ ਗਏ। ਸਮੇਂ ਦੀ ਸਰਕਾਰ ਨੇ ਉਸ ਵੇਲੇ ਉਹਨਾਂ ਨੂੰ ਨਿਆਂ ਤਾਂ ਕੀ ਦੇਣਾ ਸੀਗਾ ਜੀ, ਵੀ ਤੁਸੀਂ ਜਿਹੜਾ ਕਿਉਂ ਕਰ ਰਹੇ ਹੋ, ਕੀ ਲੋੜ ਤੁਹਾਨੂੰ, ਪਰ ਉਲਟਾ ਉਸ ਦੇ ਗੋਲੀਆਂ ਚਲਾਈਆਂ ਗਈਆਂ, 13 ਸਿੰਘ ਸ਼ਹੀਦ ਹੋਏ, 78 ਤੋਂ ਵੱਧ ਫੱਟੜ ਕੀਤੇ ਗਏ, ਫਿਰ ਵੀ ਉਹਦਾ ਨਿਆਂ ਨਹੀਂ ਮਿਲਿਆ। ਉਸ ਤੋਂ ਬਾਅਦ ਆਈ ਥਿੰਕ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਜਿਹੜਾ ਜਾ ਕੇ ਇਸ ਚੀਜ਼ ਦਾ ਬਦਲਾ ਲੈ ਕੇ ਆਏਗਾ ਉਹਨੂੰ ਮੈਂ ਸੋਨੇ ਦੇ ਨਾਲ। ਹਾਂ ਨਹੀਂ, ਉਹ ਉਦੋਂ ਕਿਹਾ ਜਦੋਂ ਇਹ ਪਹਿਲਾਂ ਤਾਂ ਮੁਕੱਦਮਾ ਕਰਨਾਲ ਲੈ ਗਏ, ਆਊਟ ਆਫ ਮਤਲਬ ਕਿ ਪੰਜਾਬ ਤੋਂ ਲੈ ਗਏ, ਆਊਟ ਆਫ ਪੰਜਾਬ ਲੈ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸਾਰੇ ਬੰਦਿਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ। ਉਹਨਾਂ ਨੇ ਇਹ ਨਾਅਰਾ ਲਾਇਆ ਉਸ ਵੇਲੇ, ਕਿਹਾ ਵੀ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਲੈ ਕੇ ਆਇਆ ਸੀ, ਸਾਡਾ ਗੁਰੂ 62 ਬੰਦਿਆਂ ਨੂੰ ਲੈ ਕੇ ਆਇਆ। ਮਤਲਬ ਕਿ ਉਹਦੀ ਜਿਹੜੀ ਅਗਵਾਈ ਦਿੱਤੀ ਉੱਥੇ ਜੀਵਨ ਸਿੰਘ ਉਮਰਾਨਗੜ ਨੇ ਦਿੱਤੀ ਉਹਦੇ ਹੱਕ ਵਿੱਚ ਜੀ, ਲਾਲਾ ਜਗਤ ਨਾਰਾਇਣ ਨੇ ਅਗਵਾਈ ਦਿੱਤੀ ਉਹਨਾਂ ਦੇ ਹੱਕ ਵਿੱਚ। ਭਾਵ ਉੱਥੋਂ ਨਿਆਂ ਨਹੀਂ ਮਿਲਿਆ ਜੀ। ਸ਼ਰੇਆਮ ਦਿਨ ਦਿਹਾੜੇ ਮਤਲਬ ਕਿ ਉਹ ਇੰਨੇ ਬੰਦੇ ਕਤਲ ਕਰਨ ਤੋਂ ਬਾਅਦ ਵੀ ਬਚ ਗਏ, ਉਹ ਬਚ ਗਏ ਜੀ। ਉਸ ਵੇਲੇ ਫਿਰ ਸੰਤਾਂ ਨੇ ਗੱਲ ਕਹੀ ਸੀਗੀ ਵੀ ਖਾਲਸਾ ਜੀ ਸਾਨੂੰ ਹੁਣ ਜਿਵੇਂ ਤੁਸੀਂ ਕਹਿੰਦੇ ਸੀ ਵੀ ਆਪਾਂ ਨੂੰ ਨਿਆਂ ਪਾਲਕਾਂ ਤੋਂ ਇਨਸਾਫ ਮਿਲੂਗਾ, ਆਪਾਂ ਨੂੰ ਵੇਟ ਕਰਨੀ ਚਾਹੀਦੀ। ਮੈਂ ਵੇਟ ਕੀਤੀ ਹੈ, 2-3 ਸਾਲ ਲੰਘ ਗਏ ਨੇ, ਪਰ ਲੇਕਿਨ ਸਾਨੂੰ ਨਿਆਂ ਨਹੀਂ ਮਿਲਿਆ। ਹੁਣ ਗੁਰੂ ਕੀ ਬਾਣੀ ਦਾ ਜੋ ਬਚਨ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਜਿਹੜਾ ਗੁਰੂ ਕਾ ਸਿੰਘ ਇਸ ਚੀਜ਼ ਦਾ ਬਦਲਾ ਚੁਕਾਊ, ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖੂਗਾ, ਮੈਂ ਉਹਨੂੰ ਸੋਨੇ ਨਾਲ ਤੋਲਾਂਗਾ। ਇਹ ਮਹਾਂਪੁਰਖਾਂ ਨੇ ਬਚਨ ਕਹੇ ਸੀਗੇ ਜੀ। ਸੋ ਇਹ ਇੱਕ ਕਾਰਨ ਸੀ ਮੁੱਢ ਵਜ੍ਹਾ। ਜੇ ਕਿਤੇ ਉਦੋਂ ਹੀ ਸਮੇਂ ਦੀ ਸਰਕਾਰ, ਭਾਵੇਂ ਪੰਜਾਬ ਦੀ ਸਰਕਾਰ ਸੀ, ਭਾਵੇਂ ਸੈਂਟਰ ਦੀ ਸਰਕਾਰ ਸੀ, ਇਹ ਨਿਆਂ ਸਿੱਖਾਂ ਨੂੰ ਉਸ ਵੇਲੇ ਮਿਲ ਜਾਂਦਾ, ਇਨਸਾਫ ਮਿਲ ਜਾਂਦਾ, ਤਾਂ ਸ਼ਾਇਦ ਇਹ ਭਾਣੇ ਸਾਰੇ ਨਹੀਂ ਸੀ ਵਾਪਰੇ। ਤੇ ਉਦੋਂ ਆਈ ਥਿੰਕ ਭਾਈ ਰਣਜੀਤ ਸਿੰਘ ਜੀ ਨੇ, ਹਾਂ, ਫਿਰ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਨੇ, ਭਾਈ ਕਾਬਲ ਸਿੰਘ ਨੇ ਜੀ ਉਸ ਚੀਜ਼ ਨੂੰ ਅੰਜਾਮ ਦਿੱਤਾ। ਤੇ ਉਹਦੇ ਵਿੱਚ ਵੀ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਪੁੱਛਗਿੱਛ ਵਾਸਤੇ DIG ਆਪਣਾ ਜਿਹੜੇ ਸੀ, ਸ਼ਾਇਦ ਮੈਨੂੰ ਨਾਮ ਚੰਦਰ ਸ਼ੇਖਰ ਸੀਗੇ, ਉਹ ਅੰਮ੍ਰਿਤਸਰ ਸਾਹਿਬ ਆਏ ਜੀ। ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਮਤਲਬ ਸੰਤਾਂ ਨੂੰ ਇਸ ਗੱਲ 'ਚ ਉਲਝਾਉਣ ਦੀ, ਪਰ ਲੇਕਿਨ ਕੋਈ ਸਬੂਤ ਨਹੀਂ ਸੀ ਉਹਨਾਂ ਕੋਲ। ਕਹਿੰਦੇ ਵੀ ਤੁਸੀਂ ਹੀ ਉਸ ਨਿਰੰਕਾਰੀ ਦਾ ਕਤਲ ਕਰਵਾਇਆ, ਉਹ ਕਹਿੰਦੇ ਸਬੂਤ ਦਿਓ। ਪਰ ਲੇਕਿਨ ਉਹ ਜਦੋਂ ਕੋਈ ਸਬੂਤ ਨਾ ਮਿਲਿਆ, ਕਾਨੂੰਨ ਕੋਈ ਗੱਲਬਾਤ ਨਾ ਹੋਈ, ਫਿਰ ਉਹ ਵਾਪਸ ਚਲੇ ਗਏ। ਅਤੇ ਫਿਰ ਉਹਨਾਂ ਨੇ ਜਦੋਂ ਇਹ ਗੱਲ ਕਹੀ ਵੀ ਭਾਈ ਸੰਤਾਂ ਜਦੋਂ ਬਿਆਨ ਦਿੱਤਾ, ਉਹ ਕਹਿੰਦੇ ਵੀ ਜਦੋਂ CID ਵਾਲੇ ਜਾਂ ਮਤਲਬ ਕੋਈ ਵੀ ਆ ਕੇ ਸਰਕਾਰੀ ਬੰਦੇ ਪੁੱਛਦੇ ਵੀ ਤੁਸੀਂ ਇਹ ਗੱਲ ਕਹੀ, ਹਾਂ ਕਹਿੰਦੇ ਮੈਂ ਕਹੀ ਆ, ਅਖੀਰਲੇ ਸਵਾਦ ਤੱਕ ਕਹਿੰਦੇ ਨੇ ਮੈਂ ਕਹੀ ਆ। ਅਤੇ ਉਹ ਕਹਿੰਦੇ ਤੁਹਾਡੇ ਕੋਲ ਸੋਨਾ ਹੈ, ਉਹ ਕਹਿੰਦੇ ਤੁਹਾਡੇ ਕੋਲ ਰਣਜੀਤ ਸਿੰਘ ਕਾਬਲ ਸਿੰਘ ਹੈ, ਤੁਸੀਂ ਮੈਨੂੰ ਉਹ ਦੇ ਦਿਓ, ਮੈਂ ਤੁਹਾਨੂੰ ਸੋਨਾ ਦੇ ਦੂੰਗਾ ਜੀ। ਸੋ ਇਹ ਗੱਲ ਉਹ ਕਹਿੰਦੇ ਰਹੇ ਨੇ, ਡੰਕੇ ਦੀ ਚੋਟ ਨਾਲ ਕਹਿੰਦੇ ਰਹੇ। ਪਰ ਉਸ ਤੋਂ ਬਾਅਦ ਜਿਹਦਾ ਧਰਮ ਯੁੱਧ ਮੋਰਚਾ ਲਗਾਇਆ ਉਹਨਾਂ ਨੇ, ਉਸ ਤੋਂ ਬਾਅਦ ਉਸ ਚੀਜ਼, ਹਾਂਜੀ, ਉਸ ਤੋਂ ਬਾਅਦ ਉਹੀ ਮੈਂ ਇਹ ਮੇਨ ਕਾਰਨ ਬਣਿਆ ਜੀ।
ਜੇ ਇਨਸਾਫ ਮਿਲ ਜਾਂਦਾ ਸ਼ਾਇਦ ਇਹ ਸਮਾਂ ਟਲ ਸਕਦਾ ਸੀਗਾ। ਪਰ ਉਸ ਤੋਂ ਮਤਲਬ ਗੱਲ ਉੱਥੇ ਆ ਜਾਂਦੀ ਹੈ ਕਿ ਸਮੇਂ ਦੀਆਂ ਸਰਕਾਰਾਂ ਅਗਰ ਆਪਣੀ ਨੀਅਤ ਸਹੀ ਰੱਖਦੀਆਂ, ਬਦਨੀਤੀ ਨਾ ਕਰਦੀਆਂ, ਕਿਉਂਕਿ ਸੰਨ 47 ਤੋਂ ਲੈ ਕੇ ਇਹ ਚੀਜ਼ਾਂ ਤਾਂ ਹਮੇਸ਼ਾ ਹੀ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਸਭ ਤੋਂ ਵੱਧ ਸ਼ਹਾਦਤਾਂ, ਸਭ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਨੇ ਇਸ ਦੇਸ਼ ਵਾਸਤੇ। ਬਿਲਕੁਲ ਜੀ, ਅਸੀਂ ਕੌਮ ਵਾਸਤੇ ਨਹੀਂ ਕਹਾਂਗੇ, ਪੂਰੇ ਦੇਸ਼ ਵਾਸਤੇ ਬਿਲਕੁਲ ਦਿੱਤੀਆਂ। ਪਰ ਅਗਰ ਸਿੱਖਾਂ ਨੂੰ ਉਸ ਦੀ ਐਵਜ਼ ਦੇ ਵਿੱਚ ਮਿਲਿਆ ਹੈ ਤਾਂ ਸਿਰਫ ਧੋਖਾ ਮਿਲਿਆ ਹੈ। ਤੇ ਹਮੇਸ਼ਾ ਕਹਿੰਦੇ ਨੇ ਕਿ ਇੱਧਰਲੀ ਗੱਲ ਪਲੋਸ ਕੇ ਤੇ ਦੂਜੇ ਪਾਸੇ ਚਪੇੜ ਮਾਰੀ ਹੈ। ਬਿਲਕੁਲ ਬਿਲਕੁਲ, ਮਤਲਬ ਹਮੇਸ਼ਾ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਪੰਜਾਬੀ ਸੂਬੇ ਦੀ ਗੱਲ ਕਰ ਲਈਏ, ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਈਏ, ਹਰ ਚੀਜ਼ ਦੇ ਵਿੱਚ ਮਤਰੇਈ ਮਾਂ ਵਾਲਾ ਵਿਵਹਾਰ ਸਰਕਾਰਾਂ ਵੱਲੋਂ ਕੀਤਾ ਗਿਆ ਹੈ। ਪ੍ਰੀਤ ਜੀ, ਇਹਨਾਂ ਵੱਲੋਂ ਸਾਰੇ ਜਿਹੜੇ ਸੀ ਸੰਨ 47 ਤੋਂ ਪਹਿਲਾਂ ਵਾਅਦੇ ਕੀਤੇ ਗਏ ਜੀ, ਭਾਵੇਂ ਉਹ ਉਸ ਵੇਲੇ ਮਤਲਬ ਕਿ ਨਹਿਰੂ ਜੀ ਸੀ, ਭਾਵੇਂ ਮਹਾਤਮਾ ਗਾਂਧੀ ਸੀ, ਇਹਨਾਂ ਸਾਰਿਆਂ ਨੇ ਵਾਅਦੇ ਕੀਤੇ, ਤੱਕ ਵੀ ਕਿਹਾ, ਕਲਕੱਤੇ ਵਿੱਚ ਵੀ ਕਿਹਾ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵੀ ਕਿਹਾ, ਅਗਰ ਜਿਸੇ ਕੌਮ ਨੂੰ ਕੋਈ ਇਨਸਾਫ ਨਾ ਮਿਲੇ ਤਾਂ ਇਹ ਆਪਣੀ ਤਲਵਾਰ ਦੇ ਮੁੱਠੇ ਤੇ ਹੱਥ ਰੱਖਣਾ ਜਾਣਦੇ ਨੇ ਤੇ ਲੈ ਸਕਦੇ ਨੇ। ਇਹ ਇਹਨਾਂ ਦੀ ਬਿਲਡਿੰਗ ਹੈ, ਇਹਨਾਂ ਦੀ ਆਪਣੀ ਬਿਲਡਿੰਗ ਹੈ। ਤੇ ਜਦੋਂ ਸਾਨੂੰ ਇਨਸਾਫ ਨਾ ਮਿਲਿਆ, ਨਾ ਗੱਲਬਾਤ ਹੋਈ, ਮਤਲਬ ਸੰਨ 47 ਤੋਂ ਬਾਅਦ ਸੋ ਕਿੰਨਾ ਕੁਛ ਹੋਇਆ, ਜਿੰਨੇ ਸੂਬੇ ਬਣਾਏ ਗਏ, ਪਰ ਲੇਕਿਨ ਪੰਜਾਬੀ ਦੇ ਆਧਾਰ ਤੇ ਜਦੋਂ ਸੂਬਾ ਬਣਾਉਣ ਦੀ ਗੱਲ ਆਈ ਕੋਈ ਜਵਾਬ ਨਹੀਂ। ਅੱਜ ਵੀ ਚੰਡੀਗੜ੍ਹ ਜਿਹੜਾ ਮਤਲਬ ਕਿ ਉਹ ਪੰਜਾਬ ਦੇ ਬਜਾਏ ਮਤਲਬ ਕਿ ਉਹਨੂੰ ਪੰਜਾਬ ਹਰਿਆਣੇ ਦੇ ਵਿੱਚ ਫਸਿਆ ਹੋਇਆ। ਤੇ ਅਗਰ ਅਸੀਂ ਮਤਲਬ ਇਸ ਰੈਜ਼ੋਲੂਸ਼ਨ ਦੀ ਜਿਹੜੀ ਸ਼ੁਰੂਆਤ ਹੋਈ ਹੈ, ਜਿਹੜਾ ਹੁਣ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਜਦੋਂ ਉਸ ਤੋਂ ਬਾਅਦ ਕੀਤੀ ਗਈ, ਜਦੋਂ ਸਾਰੇ ਪਾਸੇ ਪੂਰੇ ਭਾਰਤ ਨੂੰ ਜਦੋਂ ਇੱਕ ਪਾਸੇ ਇੱਕ ਸਿੱਖ ਅੱਗੇ ਤੁਰ ਰਿਹਾ ਸੀ ਤੇ ਪੂਰਾ ਹਜ਼ੂਮ ਉਹਦੇ ਪਿੱਛੇ ਤੁਰਨਾ ਸ਼ੁਰੂ ਹੋ ਗਿਆ। ਹਾਂਜੀ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਅੱਜ ਵੀ ਇਹੀ ਕਹਿ ਕੇ ਯਾਦ ਕੀਤਾ ਜਾਂਦਾ ਹੈ ਕਿ ਉਹ ਇੱਕ ਅਜਿਹਾ ਇਨਸਾਨ ਸੀ ਜਿਹੜਾ ਹਰ ਧਰਮ ਦੇ ਬੰਦੇ ਨੂੰ ਕਹਿੰਦਾ ਸੀ ਕਿ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋਵੋ, ਆਪਣੇ ਧਰਮ ਦੇ ਵਿੱਚ ਨਿਪੁੰਨ ਹੋਵੋ, ਸੱਚੇ ਇਨਸਾਨ ਬਣੋ, ਹੋਰ ਉਸ ਤੋਂ ਬਾਅਦ ਕੁਝ ਨਹੀਂ ਚਾਹੀਦਾ। ਕਿਸੇ ਨੂੰ ਵੀ ਲੋੜ ਹੈ, ਚਾਹੇ ਮੁਸਲਮ ਹੈ, ਹਿੰਦੂ ਹੈ, ਈਸਾਈ ਹੈ, ਉਹਨਾਂ ਦੀਆਂ ਲੋੜਾਂ ਉਹ ਆਪ ਆਪਣੀ ਜੇਬ ਦੇ ਵਿੱਚੋਂ ਪੂਰੀਆਂ ਕਰਦੇ ਸੀਗੇ, ਗੁਰੂ ਘਰ ਤੋਂ ਪੂਰੀਆਂ ਕਰਵਾਉਂਦੇ ਸੀ, ਪਰ ਕਿਸੇ ਨੂੰ ਇਹ ਨਹੀਂ ਸੀ ਕਦੀ ਕਹਿੰਦੇ ਕਿ ਆਪਣਾ ਧਰਮ ਬਦਲੋ। ਪਰ ਇਹ ਜਿਹੜਾ ਇੱਕ ਵੈਕਿਊਮ ਕ੍ਰੀਏਟ ਕੀਤਾ ਗਿਆ 1984 ਤੋਂ ਪਹਿਲਾਂ ਤੇ 1984 ਦੀ ਘਟਨਾ ਜਿਹੜੀ ਵਾਪਰੀ, ਇਹ ਚੀਜ਼ਾਂ ਕਿੱਦਾਂ ਕ੍ਰੀਏਟ ਕੀਤੀਆਂ ਗਈਆਂ, ਜਿਹੜੇ ਇੰਨੇ ਇਲਜ਼ਾਮ ਲਗਾਏ ਗਏ ਕਿ ਨਹੀਂ ਉਹ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਸੀ, ਦੇਸ਼ ਵਿਰੋਧੀ ਉਹ ਤਾਕਤਾਂ ਦੇ ਨਾਲ ਜੁੜੇ ਹੋਏ ਸੀਗੇ, ਕਿੱਦਾਂ? ਨਹੀਂ, ਪਹਿਲੀ ਤਾਂ ਗੱਲ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਸੀ, ਉਹਨਾਂ ਨੇ ਕਿਹਾ ਨਹੀਂ, ਕਰਕੇ ਦਿਖਾਇਆ। ਜੀ, ਭਾਵੇਂ ਉਹ ਹਿੰਦੂ ਸੀ, ਭਾਵੇਂ ਮੁਸਲਮਾਨ ਸੀ, ਭਾਵੇਂ ਈਸਾਈ ਸੀਗੇ, ਕਿਸੇ ਵੀ ਕੌਮ ਨਾਲ ਉਹ ਕਰਦੇ ਸੀ, ਉਹ ਕਹਿੰਦੇ ਸੀ ਵੀ ਮੇਰਾ ਭਰਾ ਆ ਉਹ, ਬਿਲਕੁਲ, ਤੇ ਉਹਦੇ ਨਾਲ ਉਹਨਾਂ ਨੇ ਕਰਕੇ ਵਿਖਾਇਆ। ਐਸੀਆਂ ਉਦਾਹਰਨਾਂ ਬਹੁਤ ਨੇ, ਮਤਲਬ ਕਿ ਜਿਹੜੀਆਂ ਮਹਾਂਪੁਰਖ ਨੇ ਆਪਣੇ ਸਮੇਂ 'ਚ ਕੀਤੀਆਂ। ਸੋ ਮੈਂ ਜਿਹੜੀ ਬੇਨਤੀ ਅਗਲਾ ਜਿਹੜਾ ਸੀ ਇਸ ਕੜੀ ਦੇ ਨਾਲ ਜੁੜਦਾ ਕੰਮ, ਤੇ ਉਸ ਵੇਲੇ ਫਿਰ ਜਿਹੜੇ ਨਿਰੰਕਾਰੀ ਜਿਹੜੇ ਸੀ ਆਪਣੇ ਆਪ ਨੂੰ ਕਹਾਉਂਦੇ ਸੀਗੇ, ਪ੍ਰਚਾਰ ਕਰਦੇ, ਉਹਦੇ ਨਾਲ ਉਹਨਾਂ ਦਾ ਸਿੰਘਾਂ ਦਾ ਵੀ ਮਤਲਬ ਕਿ ਮਤਭੇਦ ਵੱਧਦਾ ਗਿਆ। ਬਿਲਕੁਲ, ਉਹਦੇ ਵਿੱਚ ਜਿਹੜੇ ਮੀਡੀਆ ਦਾ ਕੰਮ ਹੁੰਦਾ ਹੈ ਸੱਚ ਨੂੰ ਪ੍ਰਗਟ ਕਰਨਾ। ਬਿਲਕੁਲ, ਹੁਣ ਤੁਸੀਂ ਵੀ ਮੀਡੀਆ ਦੇ ਵਿੱਚੋਂ ਉਸ ਵੇਲੇ ਜਗਤ ਨਾਰਾਇਣ ਜਿਹੜੇ ਸੀਗੇ ਮਤਲਬ ਕਿ ਸੰਪਾਦਕ ਜਿਹੜੇ ਜੋ ਮਾਲਕ ਸੀਗੇ ਜਗਬਾਣੀ ਦੇ, ਪੰਜਾਬ ਕੇਸਰੀ ਦੇ, ਜਾਂ ਹੋਰ ਜਿਹੜੇ ਉਹਨਾਂ ਦੇ ਅਖਬਾਰ ਸੀਗੇ, ਉਹਨਾਂ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਜ਼ਹਿਰ ਉਗਲਣੀ ਸ਼ੁਰੂ ਕਰ ਦਿੱਤੀ, ਬਹੁਤ ਜ਼ਿਆਦਾ ਜੀ। ਤੇ ਜ਼ਹਿਰ ਮਤਲਬ ਕਿ ਕਿੱਦਾਂ, ਮਤਲਬ ਕੂੜ ਪ੍ਰਚਾਰ ਕਰਨਾ ਸ਼ੁਰੂ ਕਰਤਾ, ਗਲਤ ਚੀਜ਼ਾਂ ਤੱਕ ਵੀ ਸੰਤ ਆਪਣਾ ਜਹੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਜਨੂਹਾ ਸਾਹਿਬ ਨੂੰ ਕਿਹਾ, ਤੇ ਗੁਰਚਰਨ ਸਿੰਘ ਟੌੜਾ ਉਸ ਵੇਲੇ ਜਿਹੜੇ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ, ਵੀ ਇਹ ਦੇਸ਼ ਦੇ ਗਦਾਰ ਨੇ, ਇੱਥੋਂ ਤੱਕ ਵੀ ਸ਼ਬਦ ਵਰਤੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਾਸਤੇ ਵੀ ਇਹਨਾਂ ਨੇ ਭੁੱਲੜ ਸ਼ਬਦ ਵੀ ਵਰਤੇ। ਉਹਦਾ ਨੋਟਿਸ ਵੀ ਮਹਾਂਪੁਰਖਾਂ ਨੇ ਲਿਆ, ਉਹ ਕਿਹਾ ਵੀ ਤੁਸੀਂ ਇਹ ਗੱਲਾਂ ਕਿਉਂ ਕਰ ਰਹੇ ਹੋ ਜੀ, ਕਿਉਂ ਇਹ ਗੱਲਾਂ ਹੋ ਰਹੀਆਂ ਨੇ। ਉਸ ਤੋਂ ਬਾਅਦ ਜਦੋਂ ਨਿਆਂ ਲੈਣ ਦੀ ਗੱਲ, ਜਦੋਂ ਕੋਈ ਮਾੜੀ ਮੋਟੀ ਗੱਲਬਾਤ ਕਿਸੇ ਹੁੰਦੀ, ਕੋਈ ਉੱਥੇ ਵੀ ਕੋਈ ਭਾਣਾ ਵਾਪਰਦਾ ਕਿਸੇ ਤਰ੍ਹਾਂ ਦਾ ਵੀ, ਉਹ ਸੰਤ ਜਰਨੈਲ ਸਿੰਘ ਨੇ ਕਰਵਾਇਆ। ਹਰ ਗੱਲ ਸੰਤ ਜਰਨੈਲ ਸਿੰਘ ਤੇ ਠੋਸੀ ਜਾਂਦੀ ਸੀਗੀ, ਤੇ ਉਹ ਵੱਧ ਚੜ੍ਹ ਕੇ ਲਾਲਾ ਜਗਤ ਨਾਰਾਇਣ ਤੇ ਉਹਦੀ ਜਿਹੜੀ ਮੀਡੀਅਮ ਸੀ ਉਹਦਾ ਉਹ ਸਾਰਾ ਲਿਖਦਾ ਸੀਗਾ, ਸਭ ਨੂੰ ਪਤਾ ਇਹਨਾਂ ਗੱਲਾਂ ਦਾ। ਉਸ ਤੋਂ ਬਾਅਦ ਗੱਲ ਚੱਲਦੀ ਗਈ, ਇਹ ਸਮਾਂ ਆ ਗਿਆ ਜਦੋਂ ਨਿਰੰਕਾਰੀ ਕਾਂਡ ਵੀ ਵਾਪਰ ਗਿਆ। ਉਸ ਤੋਂ ਬਾਅਦ ਫਿਰ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਇਹ ਸਿੰਘਾਂ ਦੀ ਪੈਰਵਾਹੀ ਕਰਨ ਵਾਸਤੇ ਗਏ, ਕਿਉਂਕਿ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ ਸੀਗੇ ਉਹ ਸੰਤਾਂ ਨੂੰ ਮਿਲ ਕੇ ਵਾਪਸ, ਭਾਈ ਜੰਗੀਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਮਹੰਤ ਜੀ ਕਹਿੰਦੇ ਹਾਂ, ਟਕਸਾਲ ਦੀ ਸਿੰਘ ਸੀਗੇ, ਉਹਨਾਂ ਦੇ ਨਾਲ 2 ਸਿੰਘ ਹੋਰ ਸੀਗੇ, ਇਹ ਉਹਨਾਂ ਨੂੰ ਛੱਡਣ ਗਏ ਸੀਗੇ। ਜਦੋਂ ਇਹ ਵਾਪਸ ਆਏ ਤਾਂ ਬਾਬਾ ਬਕਾਲੇ ਜਿਹੜਾ ਸੀਗਾ ਮਤਲਬ ਕਿ ਇਕਬਾਲ ਸਿੰਘ ਸ਼ਾਇਦ ਉਸ ਵੇਲੇ ਇੰਸਪੈਕਟਰ ਸਨ, ਉਹਨਾਂ ਨੇ ਇਹਨਾਂ ਨੂੰ ਘੇਰ ਕੇ ਅਰੈਸਟ ਕਰ ਲਿਆ, ਜੀਪ ਵੀ ਰੱਖ ਲਈ, ਤੇ ਉਹਦੀ ਪੈਰਵਾਈ ਕਰਨ ਵਾਸਤੇ ਭਾਈ ਅਮਰੀਕ ਸਿੰਘ ਦੇ 1800 ਨਹੀਂ ਗਏ,
ਤੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜੀ 19 ਜੁਲਾਈ 1982 ਨੂੰ 1982 ਨੂੰ ਜਦੋਂ ਅਰੈਸਟ ਕਰ ਲਿਆ। ਸੰਤ ਕਹਿੰਦੇ ਸੀ ਵੀ ਅਸੀਂ ਤਾਂ ਕਿਸੇ ਦੀ ਮਤਲਬ ਕਿ ਅਸੀਂ ਨਿਆਂ ਮੰਗਦੇ ਹਾਂ, ਅਸੀਂ ਮਤਲਬ ਕਿ ਸਮੁੱਚੀ ਮਾਨਵਤਾ ਲਈ ਮੰਗ ਰਹੇ ਹਾਂ, ਕੋਈ ਮਤਲਬ ਕਿ ਸਾਡੇ ਨਾਲ ਧੱਕਾ ਕਿਉਂ ਹੋ ਰਿਹਾ। ਬਿਲਕੁਲ। ਤਾਂ ਉਸ ਵੇਲੇ ਫਿਰ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਗਏ। ਉਸ ਵੇਲੇ 3 ਜਿਹੜੇ ਸੀਗੇ ਮਤਲਬ ਕਿ ਮੋਰਚੇ ਸ਼ੁਰੂ ਹੋਏ। ਪਹਿਲਾ ਮੋਰਚਾ ਸੀ ਸ਼੍ਰੋਮਣੀ ਅਕਾਲੀ ਦਲ, ਜਿਹਦੇ ਪ੍ਰਧਾਨ ਸੀ ਸਰਦਾਰ ਜਗਦੇਵ ਸਿੰਘ ਤਲਵੰਡੀ ਜਥੇਦਾਰ। ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਲੈਣ ਵਾਸਤੇ ਮੋਰਚਾ ਲਾਇਆ ਸੀ, ਜਿਹੜਾ ਦਿੱਲੀ ਚੱਲ ਰਿਹਾ ਸੀ ਉਹਨਾਂ ਦਾ। ਉਹ ਦਿੱਲੀ ਤਿਹਾੜ ਜੇਲ੍ਹ ਵਿੱਚ ਸੀਗੇ। ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਉਹਨਾਂ ਮਹਾਂਪੁਰਖਾਂ ਵੱਲੋਂ ਜਿਹੜਾ ਸੀਗਾ ਮੋਰਚਾ ਲਾਇਆ ਹੋਇਆ ਸੀਗਾ ਕਪੂਰੀ ਦਾ ਜੀ, ਤੇ ਉਹ ਇੱਧਰ ਸੀਗੇ। ਸੰਤ ਜਰਨੈਲ ਸਿੰਘ ਜੀ ਹੁਣਾਂ ਨੇ ਉਸ ਵੇਲੇ ਇਹਨਾਂ ਸਿੰਘਾਂ ਦੀ ਰਿਹਾਈ ਵਾਸਤੇ, ਵੀ ਜਿਹੜੇ ਬੇਕਸੂਰ ਸਿੰਘ ਫੜੇ ਜਾ ਰਹੇ ਨੇ, ਇਹਨਾਂ ਦੀ ਰਿਹਾਈ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ 19 ਮਤਲਬ ਕਿ ਜਿਹੜੀ ਸੀਗੀ ਜੁਲਾਈ 1982 ਨੂੰ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਦੇਖੋ ਕਿੰਨੇ ਪਿਆਰੇ ਸ਼ਬਦ ਸੀ ਉਹਨਾਂ ਮਹਾਂਪੁਰਸ਼ਾਂ ਦੇ। ਉਹਨਾਂ ਨੇ ਗੱਲ ਕਹੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਮਹਾਰਾਜ ਜੀ ਜੇ ਤਾਂ ਮੈਂ ਆਪਣੀ ਸ਼ੌਹਰਤ ਵਾਸਤੇ ਇਹ ਮੋਰਚਾ ਲਾਉਣ ਲੱਗਾ ਤਾਂ ਮੈਨੂੰ ਸਫਲਤਾ ਨਾ ਮਿਲੇ, ਜੇ ਮੈਂ ਸਮੁੱਚੀ ਕੌਮ ਦੇ ਲਈ ਤੇ ਉਹਨਾਂ ਬੇਦੋਸ਼ੇ ਸਿੰਘਾਂ ਦੇ ਲਈ ਜਿਨ੍ਹਾਂ ਨੂੰ ਸਰਕਾਰ ਫੜ ਕੇ ਜੇਲ੍ਹਾਂ 'ਚ ਡੱਕ ਰਹੀ ਹੈ ਤੇ ਤਸ਼ੱਦਦ ਕਰ ਰਹੀ ਹੈ, ਉਹਨਾਂ ਦੀ ਰਿਹਾਈ ਵਾਸਤੇ ਮੋਰਚਾ ਲਾ ਰਹੇ ਹਾਂ, ਤਾਂ ਮਹਾਰਾਜ ਮੈਨੂੰ ਸਫਲਤਾ ਮਿਲੇ ਜੀ। ਇਹ ਮਹਾਂਪੁਰਖਾਂ ਨੇ ਅਰਦਾਸ ਬੇਨਤੀ ਕਰਕੇ 51 ਬੰਦਿਆਂ ਦਾ ਐਲਾਨ ਕਰ ਦਿੱਤਾ। ਤਾਂ 51 ਬੰਦੇ ਗ੍ਰਿਫਤਾਰੀ ਸ਼ੁਰੂ ਹੋਊਗੀ। ਫਿਰ ਕੁਝ ਜਿਹੜੇ ਸਿਆਣੇ, ਕੁਝ ਦਰਦੀ ਸੀ ਜਿਹੜੇ ਪੰਥ ਦੇ ਤੇ ਇਸ ਕੌਮ ਦੇ, ਉਹਨਾਂ ਵਿੱਚੋਂ ਬੰਦੇ ਇਕੱਠੇ ਹੋਏ, ਮਹਾਂਪੁਰਖਾਂ ਨਾਲ ਵਿਚਾਰ ਹੋਈ ਵੀ ਇਹ ਆਪਾਂ ਸਾਂਝਾ ਇੱਕ ਫਰੰਟ ਬਣਾਇਆ ਜਾਵੇ, ਜਿੱਥੇ 3 ਮੋਰਚੇ ਜਿਹੜੇ ਲੱਗੇ ਹੋਏ ਨੇ ਤੇ ਇੱਕ ਸਾਰੇ ਇਕੱਠੇ ਹੋ ਕੇ ਸਾਰੇ ਇੱਕ ਫਰੰਟ ਦੇ ਉੱਤੇ ਇਕੱਠੇ ਹੋ ਜਾਣ। ਹਾਂਜੀ, ਫਿਰ 4 ਅਗਸਤ 1982 ਨੂੰ ਇਹ ਮੋਰਚੇ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ ਗਿਆ, ਜਿਹਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਵੀ ਅਨੰਦਪੁਰ ਸਾਹਿਬ ਦਾ ਮਤਾ, ਜਿੰਨੇ ਮਤੇ ਨੇ, ਜਿੰਨੀਆਂ ਧਾਰਾਵਾਂ ਨੇ, ਉਹ ਲਾਗੂ ਕਰਵਾਉਣੀਆਂ ਨੇ। ਜਿੰਨਾ ਵੀ ਧੱਕਾ ਹੋ ਰਿਹਾ ਹੈ ਮਤਲਬ ਕਿ ਪੰਜਾਬ ਤੇ ਪੰਜਾਬੀਅਤ ਨਾਲ, ਉਹ ਅਸੀਂ ਨਹੀਂ ਸਹਿਣਾ ਹੈਗਾ। ਸਾਨੂੰ ਨਿਆਂ ਮਿਲਣਾ ਚਾਹੀਦਾ ਹੈ। ਜਿਵੇਂ ਉਹਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਸੀਗੇ, ਚੰਡੀਗੜ੍ਹ ਸੀਗਾ, ਪਾਣੀਆਂ ਦਾ ਮਸਲਾ ਸੀ, ਸੋ ਸਾਰੇ ਸੋਲਵ ਹੋਣੇ ਚਾਹੀਦੇ ਨੇ। ਉਹਦੇ ਵਿੱਚ ਸੀ ਇਹ ਧਰਮ ਯੁੱਧ ਮੋਰਚਾ ਲੱਗ ਗਿਆ। ਉਹਦੇ ਵਿੱਚ ਸਾਰੇ ਜਿੰਨੀਆਂ ਵੀ ਧਾਰਾਵਾਂ ਸੀ, ਭਾਵੇਂ ਉਹ ਅਖੰਡ ਕੀਰਤਨੀ ਸਥਾ ਸੀ, ਭਾਵੇਂ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਸੀ, ਭਾਵੇਂ ਸ਼੍ਰੋਮਣੀ ਅਕਾਲੀ ਦਲ ਤਲਵੰਡੀ ਸੀ, ਭਾਵੇਂ ਕੋਈ ਵੀ ਸੀ, ਇਹ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ 4 ਅਗਸਤ 1982 ਨੂੰ ਇਹ ਧਰਮ ਯੁੱਧ ਮੋਰਚੇ ਦਾ ਨਾਮ ਦੇ ਕੇ ਸਰਕਾਰ ਕੋਲ ਮੰਗਾਂ ਮੰਨਣ ਲਈ ਪਹੁੰਚ ਲਾ ਦਿੱਤਾ ਗਿਆ। ਤੇ ਉਸ ਤੋਂ ਬਾਅਦ ਸਰਕਾਰ ਦਾ ਕੀ ਰਿਐਕਸ਼ਨ ਸੀਗਾ? ਸਰਕਾਰ ਦਾ ਰਿਐਕਸ਼ਨ ਇਹ ਸੀਗਾ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਗੱਲ ਕਹਿੰਦੇ ਸੀ ਵੀ ਖਾਲਸਾ ਜੀ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਵੀ ਐਤਕੀ ਜਿਵੇਂ ਅੱਗੇ ਅਕਾਲੀ ਦਲ ਮੋਰਚੇ ਲਾਉਂਦਾ, ਠੀਕ ਹੈ, ਆਪੋ ਆਪਣੀ ਨੀਤੀ ਹੁੰਦੀ ਹੈ, ਪਰ ਜਿਹੜੀ ਮੇਰੀ ਸੰਗਤ ਨਾਲ ਕਮੈਂਟਮੈਂਟ ਹੋਈ ਹੈ ਉਹ ਨੀਤੀ ਇਹੀ ਹੈ ਵੀ ਜਾਂ ਆਮ ਆਪਣੀ ਇੱਕ ਕਹਾਵਤ ਹੈ ਪੰਜਾਬੀਆਂ ਦੀ, ਟਾਂਡਿਆਂ ਵਾਲੀ ਰਹੂ ਜਾਂ ਭਾਂਡਿਆਂ ਵਾਲੀ ਰਹੂ। ਉਹ ਕਹਿੰਦੇ ਸੀ ਵੀ ਐਤਕੀ ਜੂਸ ਮੂੰਹ ਨੂੰ ਨਹੀਂ ਲੱਗਣਾ ਹੈਗਾ ਵੀ ਬਗੈਰ ਗੱਲਾਂ ਮੰਨੀਆਂ ਤੋਂ। ਇਹ ਸਾਰੀਆਂ ਗੱਲਾਂ ਮੰਨੀਆਂ ਜਾਣਗੀਆਂ ਤਾਂ ਸਾਡਾ ਸਮਝੌਤਾ ਹੋਊਗਾ ਤਾਂ ਮੋਰਚਾ ਖਤਮ ਹੋਊਗਾ। ਹਾਂ, ਅਗਰ ਜੇ ਇਹਦੇ ਵਿੱਚ ਕੋਈ ਇਹਨਾਂ ਨੇ ਮਤਲਬ ਕਿ ਸਮਝੌਤਾ ਕਰਨ ਦਾ ਯਤਨ ਕੀਤਾ ਮੰਗਾਂ ਛੱਡ ਕੇ, ਤਾਂ ਮੈਂ ਸੰਗਤਾਂ ਨੂੰ ਜ਼ਰੂਰ ਦੱਸੂਗਾ ਕਿ ਸੰਗਤ ਨੇ ਫੈਸਲਾ ਕਰਨਾ ਵੀ ਕੀ ਕਰਨਾ ਹੈ। ਉਹਦੇ ਰਾਹੀਂ ਮੀਟਿੰਗਾਂ ਹੁੰਦੀਆਂ ਰਹੀਆਂ, ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਪਰ ਸਰਕਾਰ ਇਸ ਪਾਸੇ ਕੋਈ ਵੀ ਸੋਲਵ ਕਰਨ ਦਾ ਧਿਆਨ ਨਹੀਂ ਸੀ ਦੇ ਰਹੀ। ਉਲਟਾ ਮਤਲਬ ਕਿ ਸਿੰਘਾਂ ਨੂੰ ਹੋਰ ਮੁਕੱਦਮੇ ਬਣਾ ਕੇ ਉਹ ਅੰਦਰ ਦੇ ਰਹੇ ਸੀ। ਮਤਲਬ ਝੂਠੇ ਮੁਕੱਦਮੇ, ਝੂਠੇ ਪਰਚੇ ਦਰਜ ਕਰਕੇ ਸਿੰਘਾਂ ਨੂੰ ਅੰਦਰ, ਹਾਂਜੀ, ਤਸ਼ੱਦਦ ਹੋ ਰਿਹਾ ਸੀ, ਬੀਬੀਆਂ ਦੀ ਬੇਪਤੀ ਹੋ ਰਹੀ ਸੀਗੀ। ਹੁਣ ਤੁਸੀਂ ਦੱਸੋ ਵੀ ਈਸਾਈ ਖੇਡਾਂ ਸੀਗੀਆਂ, ਈਸਾਈ ਜਿੰਨੀਆਂ ਵੀ ਖੇਡਾਂ ਸੀ ਆਪਣਾ ਸੀਗੀਆਂ ਏਸ਼ੀਅਨ ਗੇਮਾਂ ਦੇ ਵਿੱਚ, ਉਹਦੇ ਵਿੱਚ ਜਿੰਨੇ ਸਿੱਖ ਸੀਗੇ, ਭਾਵੇਂ ਉਹ ਕੋਈ ਰਿਟਾਇਰਡ ਫੌਜੀ ਸੀ, ਰਿਟਾਇਰਡ ਪੁਲਿਸਮੈਨ ਸੀ, ਜਾਂ ਕੋਈ ਚੰਗੇ ਅਹੁਦੇ ਵਾਲਾ ਸੀ, ਉਸ ਪੱਗ ਵਾਲਾ, ਪਰ ਉਹ ਨਹੀਂ ਜਾਣ ਦਿੱਤਾ ਗਿਆ। ਹਰਿਆਣੇ ਵਿੱਚ ਰੋਕਿਆ ਗਿਆ, ਬੇਇੱਜ਼ਤੀ ਕੀਤੀ ਗਈ। ਉਸ ਵੇਲੇ ਭਜਨ ਲਾਲ ਮੁੱਖ ਮੰਤਰੀ ਸੀ ਉਸ ਵੇਲੇ ਉੱਥੇ। ਮਤਲਬ ਕਿ ਇੱਕ ਨਹੀਂ, ਹਰ ਜਗ੍ਹਾ ਤੇ ਜਦੋਂ ਪਾਣੀ ਨੱਕ ਤੋਂ ਉੱਤੇ ਹੋ ਜਾਵੇ, ਮੈਂ ਇਹੀ ਕਹਿਣਾ ਚਾਹਾਂਗਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਆਪਣੇ ਸੂਬੇ ਦਾ ਜੋ ਮਾਹੌਲ ਹੈ ਉਹ ਖਰਾਬ ਹੋਵੇ। ਕੌਮ ਦਾ ਕੋਈ ਵੀ ਆਗੂ ਜਾਂ ਕੋਈ ਵੀ ਰਾਜਾ ਪ੍ਰਜਾ ਦਾ ਇਹ ਨਹੀਂ ਚਾਹੁੰਦਾ ਕਿ ਜੋ ਸਮਾਂ ਚੱਲ ਰਿਹਾ ਹੈ ਉਹ ਸਮਾਂ ਕਦੀ ਖਰਾਬ ਹੋਵੇ, ਜਾਂ ਮੇਰੀ ਆਵਾਮ ਕੱਲ੍ਹ ਨੂੰ ਮੈਨੂੰ ਇਲਜ਼ਾਮ ਲਗਾਵੇ ਕਿ ਰਾਜਾ ਸਾਡਾ ਮਾੜਾ ਸੀ ਜਾਂ ਕੌਮ ਵਾਸਤੇ ਮਾੜਾ ਕਰਕੇ ਗਿਆ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨੇ ਉਸ ਵੇਲੇ ਜੋ ਕੀਤਾ, ਕੌਮ ਨੂੰ ਜ਼ਹਿਨ ਦੇ ਵਿੱਚ ਰੱਖਦੇ ਹੋਏ ਕੀਤਾ, ਪੰਜਾਬੀ ਅਤੇ ਪੰਜਾਬੀਅਤ ਨੂੰ ਜ਼ਹਿਨ ਦੇ ਵਿੱਚ ਰੱਖਦੇ ਹੋਏ ਕੀਤਾ। ਅਗਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੇਖਿਆ ਜਾਵੇ ਤਾਂ ਕੋਈ ਜ਼ਿਆਦਾ ਵੱਡਾ ਬਦਲਾਵ ਨਹੀਂ ਹੈ।
ਬਸ ਇੱਕੋ ਹੀ ਚੀਜ਼ ਸਿਮਿਲਰ ਹੈਗੀ ਹੈ ਕਿ ਉਦੋਂ ਵੀ ਬਹੁਤ ਸਾਰੇ ਘੁਸਪੈਠੀ ਕੌਮ ਦੇ ਵਿੱਚ ਸੀਗੇ ਜਿਨ੍ਹਾਂ ਦੇ ਕਰਕੇ ਉਹ ਘੱਲੂਘਾਰਾ ਵਾਪਰਿਆ, ਤੇ ਅੱਜ ਵੀ ਕਿਤੇ ਨਾ ਕਿਤੇ ਕੁਰਸੀਆਂ ਦੇ ਉੱਤੇ ਉਹੋ ਜਿਹੇ ਕਾਬਜ਼ ਨੇ, ਕੁਝ ਉਹੀ ਕਾਬਜ਼ ਨੇ ਜਿਨ੍ਹਾਂ ਦੇ ਕਰਕੇ ਉਹ ਸਾਰੀਆਂ ਚੀਜ਼ਾਂ ਹੋਈਆਂ। ਪਰ ਅਸੀਂ ਜਾਣ ਬੁੱਝ ਕੇ ਦੇਖਦੇ ਵੀ ਹਾਂ, ਸੁਣਦੇ ਵੀ ਹਾਂ, ਸਮਝਦੇ ਵੀ ਹਾਂ, ਹਿਸਟਰੀ ਪੜ੍ਹਦੇ ਵੀ ਹਾਂ, ਪਰ ਫਿਰ ਵੀ ਅਸੀਂ ਉਹਨਾਂ ਚੀਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਢਿੱਲੇ ਰਹਿ ਗਏ ਹਾਂ, ਨਾਕਾਮਯਾਬ ਰਹਿ ਗਏ ਹਾਂ। ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ ਉਹਨਾਂ ਨੇ ਤਾਂ ਇਹ ਫਾਈਲਾਂ ਚੱਕ ਕੇ ਠੰਡੇ ਵਾਸਤੇ ਪਾ ਹੀ ਦਿੱਤੀਆਂ ਨੇ, ਪਰ ਸਾਡਾ ਆਪਣਾ ਫਰਜ਼ ਬਣਦਾ ਕਿ ਅਗਰ ਅਸੀਂ ਇੱਕ ਸੱਚੇ ਸਿਪਾਹੀ ਹੈਗੇ ਹਾਂ, ਅਗਰ ਸਿੱਖ ਹਾਂ ਜਾਂ ਇੱਕ ਸੱਚੇ ਪੰਜਾਬੀ ਵੀ ਹੈਗੇ ਹਾਂ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੀ ਘੱਟੋ ਘੱਟ ਤਰਾਸਦੀ ਸਾਡੇ ਸਾਹਮਣੇ ਨਾ ਹੋਵੇ, ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ, ਚਾਹੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ, ਚਾਹੇ ਪੰਜਾਬੀਅਤ ਦੇ ਨਾਲ ਜੁੜਿਆ ਮਸਲਾ ਹੋਵੇ, ਪੰਜਾਬੀ ਭਾਸ਼ਾ ਦਾ ਮਸਲਾ ਹੋਵੇ। ਸਾਨੂੰ ਅੱਗੇ ਆਉਣਾ ਚਾਹੀਦਾ, ਪਰ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਆਪਣੀ ਥਾਂ ਤੇ ਠੀਕ ਹੈ, ਜੋ ਹੋ ਰਿਹਾ ਹੋ ਹੀ ਜਾਣ ਦਿਓ। ਪਰ ਉਸ ਤੋਂ ਬਾਅਦ ਜੋ ਹੋਇਆ, ਕਿਉਂਕਿ ਸਰਕਾਰਾਂ ਦਾ ਤਾਂ ਰਿਹਾ ਹੀ ਹੈ, ਜੋ ਸਰਕਾਰਾਂ ਨੇ ਕੀਤਾ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਿਰ ਹੈ, ਠੀਕ ਹੈ। ਧੀਆਂ ਭੈਣਾਂ ਦੀਆਂ ਪੱਤਾਂ ਰੋਲੀਆਂ ਗਈਆਂ, ਮਤਲਬ ਤੋਂ ਸੈਂਕੜੇ ਹਜ਼ਾਰਾਂ ਸਿੱਖ ਕਤਲ ਕੀਤੇ ਗਏ, ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ, ਟੈਂਕ ਚੜਾਏ ਗਏ। ਪਰ ਉਹ ਜਿਹੜਾ ਮਾਹੌਲ ਸੀਗਾ ਜਦੋਂ ਦਰਬਾਰ ਸਾਹਿਬ ਉੱਤੇ ਫੌਜਾਂ ਚੜ੍ਹਨੀਆਂ ਸੀਗੀਆਂ, ਉਸ ਤੋਂ ਪਹਿਲਾਂ ਕੀ ਸੰਤਾਂ ਦੇ ਨਾਲ ਸੰਪਰਕ ਨਹੀਂ ਕੀਤਾ ਗਿਆ? ਕਿਉਂਕਿ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਸੰਤਾਂ ਦੇ ਨਾਲ ਸੰਪਰਕ ਕੀਤਾ ਸੀ ਕਿ ਤੁਸੀਂ ਆ ਕੇ ਸਾਡੇ ਨਾਲ ਗੱਲਬਾਤ ਕਰੋ, ਮੀਟਿੰਗਸ ਕਰੋ, ਮਿਲੋ, ਵੀ ਅਸੀਂ ਫੌਜਾਂ ਨਹੀਂ ਚੜਾਵਾਂਗੇ। ਦੂਜੇ ਪਾਸੇ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਅਗਰ ਸੰਤ ਮੀਟਿੰਗ ਕਰਨ ਵਾਸਤੇ ਚਲੇ ਵੀ ਜਾਂਦੇ ਤਾਂ ਸ਼ਾਇਦ ਬਾਹਰ ਹੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਇਸ ਦੇ ਵਿੱਚ ਕੀ ਅਸਲੀਅਤ ਹੈ? ਦੇਖੋ, ਬੇਨਤੀ ਮੈਂ ਉਹੀ ਆਪਾਂ ਉੱਥੋਂ ਫੇਰ ਸ਼ੁਰੂ ਕਰਦੇ, ਥੋੜੀ ਬੇਨਤੀ ਮੈਂ ਕਰ ਰਿਹਾ ਸੀ। ਜੀ ਬਿਲਕੁਲ ਬਿਲਕੁਲ। ਜਦੋਂ ਇਹ ਮੋਰਚਾ ਚੱਲ ਰਿਹਾ ਸੀ, ਮੋਰਚੇ ਦੇ ਦਰਮਿਆਨ ਨੌਜਵਾਨ ਬੱਚਿਆਂ ਤੇ, ਭਾਵੇਂ ਉਹ ਫੈਡਰੇਸ਼ਨ ਦੇ ਸੀ, ਪੜ੍ਹੇ ਲਿਖੇ ਜਾਂ ਕਾਲਜਾਂ ਵਿਦਿਆਰਥੀ ਸੀਗੇ, ਸਕੂਲਾਂ ਕਾਲਜਾਂ ਦੇ, ਉਹਨਾਂ ਤੇ ਵੀ, ਇੱਥੋਂ ਤੱਕ ਵੀ ਬੀਬੀਆਂ ਤੇ ਵੀ ਅਤਿਆਚਾਰ ਕਰਨ ਦੇ ਦਿਨ ਦਿਨ ਵਾਧਾ ਹੋ ਰਿਹਾ ਸੀਗਾ। ਸਮਾਂ ਤੇ ਉਹਦਾ ਨਿਆਂ ਮਿਲਣ ਦਾ, ਉਹਦਾ ਮਤਲਬ ਕਿ ਕਾਨੂੰਨ ਵੱਲੋਂ ਕਿਸੇ ਢੰਗ ਨਾਲ ਵੀ ਉਹਨਾਂ ਨੂੰ ਰਾਹਤ ਮਿਲਣ ਦੀ ਗੱਲ ਹੁੰਦੀ, ਉਹ ਨਹੀਂ ਸੀ ਹੋ ਰਹੀ, ਉਲਟਾ ਮਤਲਬ ਕਿ ਵੱਧ ਰਿਹਾ ਸੀ। ਉਹ ਚੀਜ਼ ਨੂੰ ਲੈ ਕੇ ਸੰਤ ਬੜੇ ਚਿੰਤਤ ਸੀ। ਉਹ ਕਹਿੰਦੇ ਸੀ ਵੀ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੀ ਆਜ਼ਾਦੀ ਦੇ ਲਈ, ਵਿਦੇਸ਼ ਦੀ ਆਜ਼ਾਦੀ ਦੇ ਲਈ ਸਿੱਖਾਂ ਨੇ ਕੀ ਕੁਰਬਾਨੀ ਘੱਟ ਨਹੀਂ ਕੀਤੀ, ਕਿੰਨੀ ਕੁਰਬਾਨੀ, ਕਿੰਨੀ ਵੱਧ ਕੀਤੀ ਹੈ। ਤੇ ਅੱਜ ਉਹਨਾਂ ਨਾਲ ਇਹ ਮਤਲਬ ਕਿ ਮਤੇਰੀ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਦੂਜੇ ਧਰਮਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਸਿੱਖਾਂ ਨੇ ਬਚਾਈ ਹੈ, ਤੇ ਆਪਣੀਆਂ ਦੀ ਲੁੱਟਦੇ ਹੋਏ ਕਿੱਦਾਂ ਅਸੀਂ ਦੇਖ ਸਕਦੇ ਸੀ? ਉਹ ਕਹਿੰਦੇ, ਉਹਨਾਂ ਨੇ ਇੱਕ ਉਦਾਹਰਣ ਦਿੱਤੀ। ਉਹ ਕਹਿੰਦੇ ਸੀਗੇ ਵੀ ਸਮੇਂ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਹੜੇ ਸੀਗੇ, ਉਹਨਾਂ ਨੂੰ 1 ਦਿਨ ਦੀ ਕਿ 2 ਦਿਨ ਦੀ ਸਜ਼ਾ ਹੋਈ, ਤੇ ਪਾਂਡੇ ਭਰਾਵਾਂ ਨੇ ਜਹਾਜ਼ ਅਗਵਾ ਕਰ ਲਿਆ। ਉਹਨਾਂ ਨੂੰ ਤਾਂ ਮਿਲੀਆਂ ਨੇ ਵਜ਼ੀਰੀਆਂ, ਮਤਲਬ ਕਿ ਉਹਨਾਂ ਨੂੰ ਤਾਂ ਮਿਲੇ ਨੇ ਫਲਾਈਟ ਸਰਕਾਰੀ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚੰਦੋ ਕਲਾਂ ਵਿੱਚ ਕੀਤੀ ਗਈ, ਪੋਥੀਆਂ ਦੀ ਜਿੱਥੇ ਬੱਸਾਂ ਸਾੜੀਆਂ ਗਈਆਂ, ਜਿਹੜਾ ਸੀਗਾ ਤੇ ਉਹ ਦਰਬਾਰ ਸਾਹਿਬ ਮਤਲਬ ਉਹਨੂੰ ਵੀ ਸੁਰੱਖਿਅਤ ਕਰਨ ਵਾਸਤੇ, ਆਪਦੀ ਮੰਗ ਨੂੰ ਲੈਣ ਵਾਸਤੇ ਜੇ ਗਜਿੰਦਰ ਸਿੰਘਾਂ ਨੇ ਜਹਾਜ਼ ਅਗਵਾ ਕਰ ਲਿਆ, ਅੱਜ ਤੱਕ ਦੇਸ਼ ਨਿਕਾਲਾ ਉਹਨਾਂ ਨੂੰ। ਬਿਲਕੁਲ ਵੀ ਇਹ ਦੋਗਲੀ ਕਿਉਂ ਹੈ? ਇੱਕ ਨਹੀਂ, ਹੋਰ ਬਹੁਤ ਉਦਾਹਰਨਾਂ ਉਹ ਦਿੰਦੇ ਸੀ, ਉਹਨਾਂ ਦੀ ਆਪਣੀਆਂ ਸਪੀਚਾਂ 'ਚ ਨੇ ਸਾਰੀ ਗੱਲਬਾਤ। ਪਰ ਲੇਕਿਨ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ, ਉਹਨਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਦਬਾਓ, ਕਿਵੇਂ ਦਬਾ ਸਕਦੇ ਨੇ, ਖਤਮ ਕਰੋ, ਕਿੱਦਾਂ ਖਤਮ ਕਰ ਸਕਦੇ। ਫਿਰ ਅਖੀਰ ਨੂੰ ਜਿਹੜੇ ਆਪਾਂ ਗੱਲਾਂ ਇਹ ਕਹਿੰਦੇ ਨੇ, ਰੌਲਾ ਪਾਉਂਦੇ ਨੇ ਜੀ, ਉਹਨਾਂ ਨੇ ਜੀ ਮੀਟਿੰਗਾਂ ਆਪਣਾ ਵੀ ਕਰਨ ਵਾਸਤੇ, ਸਮਝੌਤਾ ਕਰਨ ਵਾਸਤੇ ਗੱਲਬਾਤ ਕੀਤੀ। ਸਮਝੌਤਾ ਜੇ ਕਰਨਾ ਹੁੰਦਾ ਸਰਕਾਰ ਨੇ ਤਾਂ ਇਹ ਗੱਲ ਹੋਣੀ ਨਹੀਂ ਸੀ। ਉਹ ਨਹੀਂ ਸੀ ਚਾਹੁੰਦੇ ਵੀ ਸਰਕਾਰ ਇਸ ਤਰ੍ਹਾਂ ਦੀ, ਉਹਦਾ ਇੱਕੋ ਹੀ ਉਹਨਾਂ ਦਾ ਮਕਸਦ ਬਣ ਗਿਆ ਸੀ ਵੀ ਇਹਨਾਂ ਨੂੰ ਜਿਹੜੇ ਸਿੱਖ ਮਤਲਬ ਕਿ ਵਿਚਾਰਧਾਰਾ ਮੰਗਦੇ ਨੇ, ਆਪਦੇ ਹੱਕ ਮੰਗਦੇ ਨੇ, ਇਹਨਾਂ ਨੂੰ ਕਿਸੇ ਢੰਗ ਨਾਲ ਖਤਮ ਕੀਤਾ ਜਾ ਸਕੇ ਜੀ। ਉਹ ਖਤਮ ਕਰਨ ਦੇ ਮੁੱਦੇ ਦੇ ਵਿੱਚ ਸਾਡੇ ਭਾਈਚਾਰਾ ਵੀ ਰਲ ਗਿਆ ਨਾਲ, ਜਿਹੜੇ ਸਾਡੇ ਆਪਣੇ ਲੀਡਰ ਸੀਗੇ, ਜਿਹੜੇ ਉਸ ਵੇਲੇ ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਲ ਸੀਗੇ। ਉਹਨਾਂ ਨੇ ਸੰਤ ਇੱਕ ਆਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਭਗਤ ਫਰੀਦ ਜੀ ਦਾ ਸ਼ਬਦ ਆਉਂਦਾ ਹੈ, ਸਰਵਰ ਪੰਖੀ ਹੇਕੜੋ ਫਾਈ ਬਾਲ 50। ਉਹ ਇੱਕ ਇਹਦੀ ਧਾਰਨਾ ਪੜ੍ਹਦੇ ਹੁੰਦੇ ਸੀ, ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ। ਉਸ ਦਿਨ 6 ਜੂਨ ਨੂੰ ਇਸ ਗੱਲ ਨੂੰ ਪ੍ਰਤੱਖ ਦੇਖਿਆ ਕਿ ਜਿੰਨੇ ਵੀ ਉਹਨਾਂ ਦੇ ਨਾਲ ਤੁਰਨ ਵਾਲੇ, ਆਪਦੇ ਆਪ ਨੂੰ ਕਹਿਣ ਵਾਲੇ ਜਿਹੜੇ ਸੀ ਮਰਜੀਵੜੇ, ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਸੌਂ ਵੀ ਚੁੱਕੀਆਂ, ਉਹ ਸਾਰੇ। ਮੈਂ ਉਹੀ ਸਵਾਲ ਪੁੱਛਣ ਵਾਲਾ ਸੀ ਕਿ ਅੱਜ ਦੀ ਸਮੇਂ ਦੇ ਵਿੱਚ ਵੀ ਪੋਲੀਟੀਕਲ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਉਹ ਵਿਰਾਜਮਾਨ ਨੇ, ਜਿਹੜੇ ਉਸ ਵੇਲੇ 50-50 ਹਜ਼ਾਰ ਮਰਜੀਵੜੇ ਲੈ ਕੇ ਦਰਬਾਰ ਸਾਹਿਬ ਪਹੁੰਚੇ ਸੀ ਕਿ ਅਗਰ ਦਰਬਾਰ ਸਾਹਿਬ ਤੇ ਫੌਜਾਂ ਚੜੀਆਂ ਜਾਂ ਇੱਕ ਵੀ ਗੋਲੀ ਚੱਲੀ ਤਾਂ ਪਹਿਲਾਂ ਇਹਨਾਂ ਦੀ ਛਾਤੀ ਦੇ ਉੱਤੇ ਲੰਘ ਕੇ ਜਾਊਗੀ। ਪਰ 6 ਜੂਨ ਦਾ ਜਦੋਂ ਉਹ ਦਿਹਾੜਾ ਆਇਆ, ਉਹ ਕਾਲਾ ਦਿਨ ਆਇਆ, ਤੇ ਉਹਨਾਂ ਵਿੱਚੋਂ ਇੱਕ ਵੀ ਉੱਥੇ ਮੌਜੂਦ ਨਹੀਂ ਸੀ। ਜਿਹੜੇ ਮੌਜੂਦ ਸੀ ਉਹ ਵੀ ਹੱਥ ਖੜ ਕੇ ਬਾਹਰ ਆ ਗਏ,
ਜਿਹੜੇ ਮੌਜੂਦ ਵੀ ਸੀਗੇ ਉੱਥੇ ਉਸ ਵੇਲੇ ਉਹਨਾਂ ਨੇ ਵੀ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਜੀ ਪ੍ਰੀਤ ਜੀ, ਜਿਹੜੀ ਗੱਲਬਾਤ ਆ ਵੀ ਇੱਕ ਦੁਖਾਂਤ ਆਉਂਦਾ ਇਸ ਗੱਲ ਦਾ, ਉਹ ਜਿਵੇਂ ਕਹਿੰਦੇ ਨੇ ਵੀ ਘਰ ਦਾ ਭੇਤੀ ਲੰਕਾ ਢਾਏ, ਆਮ ਇਹ ਕਹਾਵਤ ਨਹੀਂ। ਜਿਹੜੇ ਸਾਡੇ ਦੇਖੋ ਦੁਸ਼ਮਣ ਨੇ ਤਾਂ ਦੁਸ਼ਮਣ ਕਰਨੀ ਆ, ਜਿਹੜਾ ਬੁੱਕਲ ਦਾ ਸੱਪ ਹੈ ਉਹ ਤੇ ਕਿਵੇਂ ਬਚਿਆ ਜਾ ਸਕਦਾ, ਜਿਹੜਾ ਬੁੱਕਲ ਦੇ ਵਿੱਚ ਬੈਠਾ ਹੈ। ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖਾਂ ਮਤਲਬ ਉਹਨਾਂ ਦਾ ਭਰੋਸਾ ਜਿੱਤ ਕੇ, ਮਤਲਬ ਉਹੀ ਚੀਜ਼ ਹੋ ਗਈ ਨਾ ਕਿ ਸੰਤਾਂ ਦਾ ਭਰੋਸਾ ਜਿੱਤ ਕੇ ਛਾਤੀ ਦਾ ਨਾਲ ਲਾ ਕੇ ਤੇ ਫਿਰ ਛੁਰਾ ਮਾਰਨਾ। ਤੇ ਇਹ ਕਾਰਨ ਮੇਨ ਸੀਗਾ। ਦੇਖੋ ਜਿਹੜੀ ਗੱਲ ਵੀ ਸਮਝੌਤੇ ਦੀ ਗੱਲ, ਸੰਤ ਜਰਨੈਲ ਸਿੰਘ ਤਾਂ ਇੱਕ ਦਮਨਵੀਰ ਟਕਸਾਲ ਦੇ ਮੁਖੀ ਸੀ, ਬਿਲਕੁਲ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸੀਗੇ ਸੰਤ ਬਾਬਾ ਜਰਨੈਲ ਆਪਣਾ ਹਰਚੰਦ ਸਿੰਘ ਜੀ ਲੌਂਗੋਵਾਲ ਜੀ, ਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੀਗੇ ਸਰਦਾਰ ਗੁਰਚਰਨ ਸਿੰਘ ਜੀ ਟੌੜਾ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸੀਗੇ ਉਸ ਵੇਲੇ ਭਾਈ ਕਿਰਪਾਲ ਸਿੰਘ ਜੀ। ਇਹਨਾਂ ਨੂੰ ਠੀਕ ਹੈ ਉਹ ਸ਼ਾਮਿਲ ਕਰਦੇ ਤੇ ਸਮਝੌਤਾ ਇਹਨਾਂ ਨਾਲ ਕਰਨਾ ਸੀ, ਗੱਲ ਕਰਨੀ ਸੀਗੀ। ਸੰਤ ਬਾਬਾ ਜਰਨੈਲ ਸਿੰਘ ਜੀ ਤੇ ਗੱਲ ਕਰਦੇ, ਮੇਰਾ ਤਾਂ ਸਮਝੌਤਾ ਹੀ ਹੈ, ਸਾਡੀਆਂ ਮੰਗਾਂ ਮੰਨ ਲਓ, ਸਾਡਾ ਸਮਝੌਤਾ ਹੈ। ਬਿਲਕੁਲ, ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਜਾਂ ਸਾਡੀ ਗੱਲ ਨਹੀਂ ਤੁਸੀਂ ਸੁਣਦੇ, ਮਤਲਬ ਸਮਝੌਤੇ ਦੀ ਜਾਂ ਮੰਗਾਂ ਦੀ ਕੋਈ ਗੱਲ ਇਦਾਂ ਦੀ ਸੀਗੀ ਨਹੀਂ, ਕਿਸੇ ਨੇ ਪਹਿਲ ਕੀਤੀ ਨਹੀਂ ਕਿ ਕੋਈ ਗੱਲ ਕੀਤੀ ਜਾ ਸਕੇ ਸੰਤਾਂ ਨਹੀਂ। ਹੋ ਸਕਦਾ ਅਕਾਲੀ ਦਲ ਨੇ ਕੀਤੀ ਹੋਵੇ, ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਗਏ ਹੋਣ ਉੱਥੇ, ਪਰ ਸਾਨੂੰ ਉਸ ਉੱਪਰਲੀ ਲਾਈਨ ਦਾ ਇੰਨਾ ਗਿਆਨ ਨਹੀਂ। ਪਰ ਲੇਕਿਨ ਜੋ ਸਾਨੂੰ ਉਸ ਵੇਲੇ ਸੁਣਦਾ ਸੀ, ਵਿਚਾਰ ਆਉਂਦੀ ਸੀਗੀ, ਉਹ ਕਹਿੰਦੇ ਸੀਗੇ ਵੀ ਕੇਵਲ ਤੇ ਕੇਵਲ ਸੰਤ ਜਰਨੈਲ ਸਿੰਘ ਜੀ ਇਸ ਗੱਲ ਦੇ ਵਿੱਚ ਅੜੀ ਕਰਦੇ ਨੇ, ਉਹ ਆਉਂਦੇ ਹੀ ਨਹੀਂ। ਕਹਿੰਦੇ ਜੀ ਵੀ ਉਹ ਕਹਿੰਦੇ ਸੀ ਵੀ ਜਿਹੜੀਆਂ ਗੱਲਾਂ ਤੁਸੀਂ ਸਾਨੂੰ ਰੱਖੀਆਂ ਨੇ, ਮੰਨ ਲਓ ਹੁਣ ਕਿੱਡੀ ਗੱਲ ਸੀਗੀ ਦਰਬਾਰ ਸਾਹਿਬ ਨੂੰ ਪਵਿੱਤਰ ਕਰਾਰ ਦੇਣਾ, ਅੰਮ੍ਰਿਤਸਰ ਸਾਹਿਬ ਨੂੰ ਜੀ, ਜਿੱਥੇ ਹੋਰ ਸਥਾਨਾਂ ਨੂੰ ਹਿੰਦੁਸਤਾਨ ਦੇ ਵਿੱਚ ਜਿਹੜੇ ਦਿੱਤੇ ਹੋਏ ਨੇ, ਤੇ ਉਹਨੂੰ ਵੀ ਦੇ ਸਕਦੇ ਸੀਗੇ। ਗੱਡੀ ਦਾ ਨਾਮ ਗੋਲਡਨ ਟੈਂਪਲ ਰੱਖਣਾ ਤਾਂ ਕਿੱਡੀ ਗੱਲ ਸੀ ਵੀ ਦਰਬਾਰ ਸਾਹਿਬ ਦਾ ਨਾਮ ਰੱਖਿਆ ਜਾਵੇ। ਜਿਹੜਾ ਮੀਡੀਆ ਰਾਹੀਂ ਮਤਲਬ ਕਿ ਵੀ ਉੱਥੇ ਟ੍ਰਾਂਸਲੇਸ਼ਨ ਲਾਇਆ ਜਾਵੇ, ਮਤਲਬ ਕਿ ਦਰਬਾਰ ਸਾਹਿਬ ਦਾ ਕੀਰਤਨ ਰਲੇ ਹੋਵੇ, ਕਿੱਡੀ ਗੱਲ ਸੀਗੀ। ਮਤਲਬ ਕਿ ਇਹ ਸਭ ਕੁਝ ਤੈਸ਼ ਨੈਸ਼ ਉਹਨਾਂ ਨੇ ਖੋਲੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਮੰਗ ਪ੍ਰਮਾਣ ਨਹੀਂ ਕੀਤੀ ਹੈਗੀ। ਅਖੀਰ ਮਤਲਬ ਕਿ ਉਹਨਾਂ ਨੇ ਫਿਰ ਜਿਹੜਾ ਸੀਗਾ ਵੀ ਇਸ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹਿੰਦੇ ਰਹੇ, ਆਵਾਮ ਨੂੰ ਇਹ ਗੱਲ ਕਹਿੰਦੇ ਰਹੇ, ਦੇਸ਼ ਨੂੰ ਆਮ ਗੱਲ ਕਹਿੰਦੇ ਲੀਡਰ ਵੀ ਉੱਥੇ ਸਭ ਕੁਝ ਠੀਕ ਹੈ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਇਹ ਦੂਜੇ ਪਾਸੇ ਤਿਆਰੀ ਕਰਦੇ ਰਹੇ। ਫਿਰ 1 ਜੂਨ ਮਤਲਬ ਕਿ 1984 ਨੂੰ ਜੀ, ਮਤਲਬ ਪਹਿਲੇ ਦਿਨ 1 ਜੂਨ ਨੂੰ 12:30 ਵਜੇ CRP ਤੇ BSF ਵੱਲੋਂ ਗੋਲੀ ਚੱਲੀ। 1 ਜੂਨ ਉਹਦਾ ਕਾਰਨ ਕੀ ਸੀਗਾ? ਦੇਖੋ ਤੁਸੀਂ ਕਿੰਨਾ ਧੱਕਾ ਮਤਲਬ ਸਮਝਦੀਆਂ, ਜੋ ਸਰਕਾਰਾਂ ਉਹਨਾਂ ਦੀ ਨੀਤੀ ਅਵਧੀ ਹੁੰਦੀ ਹੈ। ਜਿਹੜਾ ਬ੍ਰਹਮ ਬੂਟਾ ਹੈ ਉਸ ਪਾਸੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਕੁਆਟਰ ਸੀ ਜੀ, ਉਹਨੂੰ ਲਿਖਿਆ ਮਤਲਬ ਕਿ ਉਸ ਵੇਲੇ ਦੇ ਪੱਤਰਕਾਰਾਂ ਨੇ ਵੀ ਲਿਖਿਆ, ਵਿਦਵਾਨਾਂ ਨੇ ਲਿਖੀਆਂ, ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਜੀ। ਉੱਥੇ ਸੰਗਲ ਵਾਲੀ ਗਲੀ ਵੱਜਦੀ ਸੀ, ਉਹ ਉੱਥੇ ਮਤਲਬ ਕਿ ਕੰਧ ਕਰਦੇ ਸੀਗੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਉੱਥੇ ਕੰਧ ਕਰ ਰਹੇ ਸੀ ਉਹਨੂੰ, ਉਹਦੀ ਸੇਫਟੀ ਵਾਸਤੇ ਲਾ ਲਓ ਜੀ, ਬ੍ਰਹਮ ਬੂਟੇ ਵਾਲੀ ਸਾਈਡ ਤੇ। CRP ਦੇ BSF ਨਾਲ ਮਾੜਾ ਮੋਟਾ ਉੱਥੇ ਉਹਨਾਂ ਦੀ ਕੋਈ ਗੱਲਬਾਤ ਹੋਈ ਹੋਣੀ ਹੈ। ਉਹਨਾਂ ਨੇ ਬਗੈਰ ਕਿਸੇ ਗੱਲ ਤੋਂ ਸੋਚੇ ਤੋਂ ਜਾਣੀ ਇੱਕ ਤਾਂ ਬਹਾਨਾ ਲੈਣਾ ਸੀ ਤੇ ਗੋਲੀ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਤਕਰੀਬਨ 8 ਘੰਟੇ 8.5 ਘੰਟੇ ਲਗਾਤਾਰ ਗੋਲੀ ਚੱਲਦੀ ਰਹੀ। ਤਕਰੀਬਨ ਉਹਦੇ ਵਿੱਚ ਮਤਲਬ ਕਿ 12-13 ਸਿੰਘ ਸ਼ਹੀਦ ਹੋਏ, ਫੱਟੜ ਹੋਏ। ਉਹਨਾਂ ਵਿੱਚ ਜਿਹੜਾ ਮਤਲਬ ਕਿ ਬੱਬਰ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਸੀਗੇ ਉਹ ਸ਼ਹੀਦ ਹੋਏ। ਆਪਣਾ ਦਮਨਵੀਰ ਟਕਸਾਲ ਦੇ ਜਿਹੜੇ ਵਿਦਿਆਰਥੀ ਸੀ ਭਾਈ ਰਾਮ ਸਿੰਘ ਜੀ UP ਵਾਲੇ, ਉਹ ਸ਼ਹੀਦ ਹੋਏ। 3 ਸਿੰਘ ਹੋਰ ਨਾਲ ਸ਼ਹੀਦ ਹੋਏ। ਮਤਲਬ ਕਿ ਜਿਨ੍ਹਾਂ ਦਾ ਭੰਵਰ ਹੋਣਾ ਨੇ ਉਹ ਸਾਰਾ ਬਿਆਨ ਵੀ ਕੀਤਾ, ਉਹਨਾਂ ਨੇ ਵੀ ਇਸ ਚੀਜ਼ ਨੂੰ ਮਤਲਬ ਕਿ ਭਾਈ ਮਹਿੰਗਾ 2 ਨੂੰ ਸੰਸਕਾਰ ਕੀਤਾ ਗਿਆ ਤੇ ਇਹਨਾਂ ਦਾ ਵੀ 2 ਨੂੰ ਸੰਸਕਾਰ ਕੀਤਾ ਗਿਆ ਸਿੰਘਾਂ ਦਾ। ਬਾਕੀ ਜਿਹੜੇ ਪਰਿਵਾਰਾਂ ਨੂੰ ਸਿੰਘ ਲੈ ਗਏ 2 ਨੂੰ, ਮਤਲਬ ਕਿ ਬਗੈਰ ਕਿਸੇ ਗੱਲ ਤੋਂ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਛੋਟੀ ਜਿਹੀ ਗੱਲ ਤੋਂ ਉਹਨਾਂ ਨੇ ਗੋਲੀ ਚਲਾ ਕੇ ਇੱਕ ਉਹਨਾਂ ਨੇ ਮੇਰਾ ਖਿਆਲ ਇੱਕ ਉਹਨਾਂ ਨੇ ਸ਼ੁਰੂਆਤ ਕਰਨੀ ਸੀ, ਉਹਨਾਂ ਨੂੰ ਰੀਜ਼ਨ ਮਿਲ ਗਿਆ ਕਿਤੇ ਨਾ ਕਿਤੇ ਕਿ ਦੀਵਾਰ ਹੋ ਰਹੀ ਹੈ ਤੇ ਅਸੀਂ ਨਹੀਂ, ਦੀਵਾਰ ਉਹ ਆਪਣੇ 'ਚ ਕਰ ਰਹੇ ਸੀਗੇ, ਬਿਲਕੁਲ ਆਪਣੀ ਜਗ੍ਹਾ 'ਚ ਕਰ ਰਹੇ ਸੀਗੇ, ਜਾਣੀ ਜਿਹੜੀ ਆਪਣੀ ਉਹਨਾਂ ਦੀ, ਪਰ ਉਹਨਾਂ ਨੇ ਬਹਾਨਾ ਤਾਂ ਕਿਸੇ ਨਾ ਕਿਸੇ ਚੀਜ਼ ਨੂੰ ਬਣਾਉਣਾ ਸੀ, ਬਹਾਨਾ ਲਿਆ ਉਹਨਾਂ ਨੇ। ਉਹ ਜਿਵੇਂ ਆਮ ਕਹਾਵਤ ਆ, ਮੈਂ ਤੇਰੇ ਰਹਿਣਾ ਨਹੀਂ, ਤੇਰੀ ਰੋਟੀ ਖਾਣ ਦੀ ਦਾੜੀ ਹਿਲਦੀ ਹੈ, ਬਿਲਕੁਲ ਠੀਕ ਹੈ ਨਾ ਗੱਲ ਜੀ। ਉਹ ਇੱਕ ਬਹਾਨਾ ਲਿਆ ਉਹਨਾਂ ਨੇ, ਬਹਾਨਾ ਲੈ ਕੇ ਉਹਨਾਂ ਨੇ ਉਹ ਗੋਲੀ ਚਲਾਈ। ਜਾਂ ਉਹਨਾਂ ਨੇ ਇਹ ਦੇਖਣਾ ਵੀ ਕਿੱਥੇ ਮੋਰਚੇ ਨੇ, ਕੀ ਇਹਨਾਂ ਕੋਲ ਹਥਿਆਰ ਨੇ, ਵੈਪਨ ਨੇ, ਕੀ ਹਿਸਾਬ ਕਿਤਾਬ ਹੈ। ਇਹ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ। ਪਰ ਲੇਕਿਨ 8 ਘੰਟੇ ਤੋਂ ਬਾਅਦ ਜਾ ਕੇ ਉਹ ਫਾਇਰਿੰਗ ਬੰਦ ਹੋਈ ਤੇ ਕਿੰਨੇ ਸਿੰਘ ਸ਼ਹੀਦ ਹੋਏ, ਯਾਤਰੂ ਸ਼ਹੀਦ ਹੋਏ, ਮਤਲਬ ਕਿ ਫੱਟੜ ਹੋਏ। 2 ਤਰੀਕ ਨੂੰ ਸ਼ਾਮ ਉਹਨਾਂ ਦੇ ਸਿੰਘਾਂ ਦੇ ਜਿਹੜੇ ਸੀ ਉਹ ਸੰਸਕਾਰ ਕੀਤੇ। 3 ਜੂਨ ਨੂੰ ਫਿਰ ਗੁਰੂ ਅਰਜਨ ਸਾਹਿਬ ਮਾਰਚੇ ਪਾਤਸ਼ਾਹ ਦਾ ਸ਼ਹੀਦੀ ਜੋੜ ਮੇਲਾ ਸੀ ਜੀ।
ਰੀਜਨ ਤਾਂ ਜਿਹੜਾ ਤੁਸੀਂ ਰੀਜਨ ਪੁੱਛਿਆ ਉਹ ਇਹੀ ਸੀਗਾ ਵੀ ਉਹ ਆਪਦੀਆਂ ਮੰਗਾਂ ਮੰਗਦੇ ਸੀ, ਆਪਦੇ ਹੱਕ ਮੰਗਦੇ ਸੀ। ਹੱਕ ਸਰਕਾਰ ਦੇ ਨਹੀਂ ਸੀ ਰਹੀ ਜੀ। ਉਹ ਹੱਕ ਨਾ ਦੇਣ ਖਾਤਰ ਇਹ ਹੱਕ ਦੀ ਲੜਾਈ ਲੜੀ ਜਾ ਰਹੀ ਸੀ। ਅੱਜ ਵੀ ਬੰਦਾ ਕੋਈ ਵੀ ਪਰਿਵਾਰ ਵਿੱਚ ਵੀ ਕੋਈ ਬੰਦਾ ਰਹਿੰਦਾ, ਭਾਵੇਂ ਆਪਣੇ ਪਰਿਵਾਰ 'ਚ ਰਹਿੰਦਾ, ਪਿਤਾ ਹੈ, ਉਹਦੇ 2 ਬੇਟੇ ਨੇ, 3 ਬੇਟੇ ਨੇ, ਉਹ ਕਹਿੰਦੇ ਨੇ ਵੀ ਸਾਨੂੰ ਆਪਦੇ ਹੱਕ ਮਿਲਣੇ ਚਾਹੀਦੇ ਨੇ। ਬਿਲਕੁਲ ਜੀ, ਹੱਕ ਦੀ ਲੜਾਈ ਹਰ ਕੋਈ ਲੜਦਾ ਹੈ, ਚਾਹੇ ਅਸੀਂ ਪਰਿਵਾਰ ਦੇ ਵਿੱਚ ਹੋਈਏ, ਚਾਹੇ ਕਿਸੇ ਦੇਸ਼ ਦੇ ਵਿੱਚ ਹੋਈਏ ਜਾਂ ਵਿਦੇਸ਼ ਦੇ ਵਿੱਚ ਵੀ ਹੋਈਏ, ਕਿਉਂਕਿ ਆਪਣਾ ਹੱਕ, ਕਿਉਂਕਿ ਅਗਰ ਅਸੀਂ ਮਿਹਨਤ ਕਰ ਰਹੇ ਹਾਂ ਜਾਂ ਪੂਰੀ ਕੌਮ ਮਿਹਨਤ ਕਰ ਰਹੀ ਹੈ, ਪੂਰੀ ਕੌਮ ਨੇ ਅਗਰ ਬਲੀਦਾਨ ਦਿੱਤੇ ਨੇ ਦੇਸ਼ ਵਾਸਤੇ, ਪਰ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ, ਤਾਂ ਫਿਰ ਕਿਤੇ ਨਾ ਕਿਤੇ ਆਵਾਜ਼ਾਂ ਬੁਲੰਦ ਹੁੰਦੀਆਂ ਨੇ। ਹੁਣ ਜਿੰਨੇ ਸਿੱਖ ਕੌਮ ਨੇ ਸ਼ਹਾਦਤਾਂ ਦਿੱਤੀਆਂ ਨੇ, ਜਾਂ ਅਗਰ ਭਗਤ ਸਿੰਘ ਕੀ ਬੋਲਦੇ ਆ, ਸੁਖਦੇਵ, ਰਾਜਗੁਰੂ ਦੀ ਵੀ ਗੱਲ ਕਰ ਲਈਏ, ਜਾਂ ਊਧਮ ਸਿੰਘ ਦੀ ਗੱਲ ਕਰ ਲਈਏ, ਜਾਂ ਹੋਰ ਜਿੰਨੇ ਸ਼ਹੀਦ ਹੋਏ ਨੇ ਉਹਨਾਂ ਦੀ ਗੱਲ ਕਰ ਲਈਏ, ਉਹਨਾਂ ਨੂੰ ਵੀ ਅੱਜ ਤੱਕ ਕਾਗਜ਼ਾਂ ਦੇ ਵਿੱਚ ਅੱਤਵਾਦੀ ਹੀ, ਦਹਿਸ਼ਤਗਰਦ ਹੀ ਲਿਖਿਆ ਹੋਇਆ ਹੈ। ਉਹਨਾਂ ਨੂੰ ਵੀ ਕੋਈ ਇਹਨਾਂ ਨੇ ਸ਼ਹੀਦ ਨਹੀਂ ਦਿੱਤਾ ਹੈ, ਜਿਨ੍ਹਾਂ ਦੇ ਸਿਰ ਦੇ ਉੱਤੇ ਪੂਰਾ ਦੇਸ਼ ਆਜ਼ਾਦ ਹੋਇਆ। ਜਦ ਇਹ ਉਹਨਾਂ ਦੇ ਨਹੀਂ ਹੋ ਸਕੇ, ਤਾਂ ਫਿਰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਸਾਥ ਤਾਂ ਇਹਨਾਂ ਨੇ ਕੀ ਦੇਣਾ ਸੀਗਾ, ਜਿਹੜੇ ਆਪਣੇ ਵਾਸਤੇ ਇੱਕ ਆਪਣਾ ਅਲੱਗ ਸੂਬਾ ਵਧੀਆ ਤਰੀਕੇ ਦੇ ਨਾਲ ਮੇਨਟੇਨ ਕਰਨਾ ਚਾਹੁੰਦੇ ਸੀ। ਪਰ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ, ਤੁਸੀਂ 2 ਜੂਨ ਤੱਕ ਦਾ, 3 ਜੂਨ ਤੱਕ ਦਾ ਵਾਕਿਆ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀਗਾ ਉਸ ਦਿਨ, ਉਦੋਂ ਤੱਕ ਦਾ ਵਾਕਿਆ ਦੱਸਿਆ, ਪਰ ਸਰਕਾਰਾਂ ਵੱਲੋਂ ਇਹ ਕਿਹਾ ਗਿਆ ਕਿ ਅੰਦਰ ਬਹੁਤ ਅਸਲਾ ਇਕੱਠਾ ਕੀਤਾ ਗਿਆ ਸੀਗਾ ਸੰਤਾਂ ਵੱਲੋਂ। ਅੰਦਰ ਉਹ ਅਸਲਾ ਸੀਗਾ ਕਿ ਚਾਈਨਾ ਤੋਂ ਅਜਿਹੇ ਹਥਿਆਰ ਵੀ ਸਨ ਜਿਹੜੇ ਹਥਿਆਰ ਇੰਡੀਅਨ ਗਵਰਨਮੈਂਟ ਦੇ ਕੋਲ ਅਵੇਲੇਬਲ ਨਹੀਂ ਸਨ। ਬਹੁਤ ਸਾਰੇ ਹਿੰਦੂ ਨੇਤਾ ਨੂੰ ਵੀ ਮੈਂ ਇਹ ਕਹਿੰਦੇ ਹੋਏ ਸੁਣਿਆ, ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਮੇਰੇ ਨਾਲ RSS ਦੇ ਬਥੇਰੇ ਇਹੋ ਜਿਹੇ ਸੀ, ਸ਼ਿਵ ਸੈਨਾ ਦੇ ਬਥੇਰੇ ਇਹੋ ਜਿਹੇ ਨੇਤਾ ਨੇ ਜਿਹੜੇ ਨੇ ਬੈਠ ਕੇ ਇਹ ਗੱਲਾਂ ਮੈਨੂੰ ਪ੍ਰਤੱਖ ਕਹੀਆਂ ਨੇ ਕਿ ਆਧੁਨਿਕ ਹਥਿਆਰ ਜਿਹੜੇ ਕਿ ਇੰਡੀਅਨ ਗਵਰਨਮੈਂਟ ਕੋਲ ਨਹੀਂ ਸੀਗੇ, ਉਹ ਅੰਦਰੋਂ ਬਰਾਮਦ ਕੀਤੇ ਗਏ ਸਨ। ਪ੍ਰੀਤ ਜੀ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਗੌਰਮੈਂਟ ਜੀ, ਇਹਦੀ ਮੀਨਿੰਗ ਕੀ ਆ? ਗੌਰਮੈਂਟ ਤੇ ਗੌਰ ਕਰਨੀ, ਬਿਲਕੁਲ ਉਹਨੂੰ ਗੌਰਮੈਂਟ ਕਹਿੰਦੇ ਨੇ। ਸਰਕਾਰਾਂ ਨੂੰ ਦਰਬਾਰ ਸਾਹਿਬ ਦਾ ਹਥਿਆਰ ਦੇ ਗਏ ਤੇ ਉਹਨਾਂ ਨੂੰ ਲਿਆਂਦੇ ਨਹੀਂ ਦਿਖੇ ਵੀ ਕੌਣ ਲੈ ਕੇ ਆਇਆ ਉਹਨਾਂ ਨੂੰ? ਜਿਹੜੇ ਹਥਿਆਰ ਲੈ ਕੇ ਗਏ ਨੇ ਵੀ ਉੱਥੇ ਵੈਪਨ ਐਡੇ ਤਕੜੇ ਸੀਗੇ, ਮਤਲਬ ਕਿ ਉੱਥੇ ਇਹ ਸੀਗਾ ਵੀ ਗੌਰਮੈਂਟ ਦਾ ਮਤਲਬ ਕੀ ਹੁੰਦਾ? ਜੇ ਇਹਦਾ ਮਤਲਬ ਤਾਂ ਕੋਈ ਵੀ ਲਿਆ ਸਕਦਾ, ਇਹ ਗੌਰਮੈਂਟ ਨਾਲ ਦੀ ਕੋਈ ਚੀਜ਼ ਨਹੀਂ ਹੈ। ਫਿਰ ਜਿਹੜੇ ਉਹ ਲੀਡਰ ਕਹਿੰਦੇ ਉਹ ਪਾਸੇ ਬੈਠਣ, ਕਿਉਂ? ਉਹ ਦੇਸ਼ ਦੇ ਉੱਤੇ ਬੋਝ ਬਣੇ ਹੋਏ ਨੇ। ਜਿਹੜੇ ਬੰਦੇ ਮਤਲਬ ਕਿ ਇਹ ਗੱਲ ਕਹਿੰਦੇ ਨੇ ਵੀ ਹਥਿਆਰ ਉੱਥੇ ਇੰਨੇ ਸੀਗੇ, ਉਹ ਆਏ ਕਿਵੇਂ? ਕੌਣ ਲੈ ਕੇ ਆਇਆ ਉਹਨਾਂ ਨੂੰ? ਇਹ ਨਹੀਂ ਪਤਾ ਉਹਨਾਂ ਨੂੰ? ਇਹ ਵੀ ਪਤਾ ਹੋ ਸਕਦਾ ਉਹਨਾਂ ਨੂੰ। ਬਿਲਕੁਲ, ਜੇ ਉਹਨਾਂ ਨੂੰ ਪਤਾ ਫਿਰ ਇਹ ਸਵਾਲ ਕਰਨ ਦੀ ਲੋੜ ਹੀ ਨਹੀਂ ਹੈਗੀ ਆਪਾਂ ਨੂੰ। ਮਰਜ਼ੀ ਦੀ ਗੱਲ ਹੈ, ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਉਹਨੂੰ ਪੁੱਛੋ ਇਹਨਾਂ ਨੂੰ। ਉਹਨਾਂ ਦਾ ਇੱਕੋ ਹੀ ਚੀਜ਼ ਕਹਿਣਾ ਸੀ ਨਾ, ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਕਮਜ਼ਰਵ ਇਹੋ ਜਿਹੇ ਨੇ ਜਿਹੜੇ ਅੱਤਵਾਦ ਦਾ ਧੱਬਾ ਲਾ ਕੇ ਕਹਿੰਦੇ ਨੇ ਕਿ ਅੱਤਵਾਦੀ ਗਤੀਵਿਧੀਆਂ ਨੂੰ ਉੱਥੇ ਬੜਾਵਾ ਦਿੱਤਾ ਜਾਂਦਾ ਸੀਗਾ, ਖਾਲਿਸਤਾਨੀ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਜਾਂਦਾ ਸੀਗਾ। ਸੁਣੋ, ਇੱਕ ਮੈਂ ਸਮਝਦਾ ਅੱਤਵਾਦੀ, ਹੁਣ ਮੈਂ ਤੁਹਾਡੇ ਕੋਲ ਬੈਠਾ, ਮੈਂ 5 ਸਾਲ ਜੋਧਪੁਰ ਦੀ ਜੇਲ੍ਹ 'ਚ ਕੱਟੀ ਹੈ, ਜਦ ਕਿ ਮੈਂ ਆਪਣੇ ਪਿੰਡ ਦਾ ਥਾਣਾ ਨਹੀਂ ਸੀ ਵੇਖਿਆ। ਬਿਲਕੁਲ, ਜਦੋਂ ਮਤਲਬ ਕਿ 1984 ਤੋਂ ਪਹਿਲਾਂ ਮੇਰਾ ਪਿੰਡ ਟੋਡਰਵਾਲ ਆ, ਮੈਂ ਭਾਦਸੋਂ ਥਾਣਾ ਨਹੀਂ ਸੀ ਵੇਖਿਆ, ਤੇ ਮੈਂ ਕਿਹੜਾ ਅੱਤਵਾਦੀ ਸੀ? ਮੈਂ ਕਦੇ ਮਤਲਬ ਕਦੇ ਕਿਸੇ ਦੀ ਗੱਲ ਕੋਈ ਕੀਤੀ ਨਹੀਂ ਸੀ। ਜਿਹੜੇ ਚਲੋ ਅਸੀਂ ਜਥੇਬੰਦੀ ਨਾਲ ਸੰਬੰਧਿਤ ਜਿੱਥੋਂ ਪੜ੍ਹੇ ਆ ਉੱਥੇ ਸਰ ਕੀਤੀ ਹੈ। ਜਿਹੜੇ ਜੋਧਪੁਰ ਜੇਲ੍ਹ ਵਿੱਚ, ਮੈਂ ਤੁਹਾਨੂੰ ਅੱਜ ਵੀ ਇਹੋ ਜਿਹੇ ਬੰਦੇ ਦਿਖਾ, ਤੁਸੀਂ ਚੈਨਲ ਤੇ ਲੈ ਕੇ ਆਓ ਉਹਨਾਂ ਨੂੰ ਪੁੱਛੋ ਵੀ ਇਹ ਅੱਤਵਾਦੀ ਨੇ, ਜਿਹਨੂੰ ਆਪਣੇ ਸਰੀਰ ਦੀ ਕਿਰਿਆ ਕਰਨ ਦਾ ਨਹੀਂ ਪਤਾ। ਉਹਨਾਂ ਨੂੰ, ਲੋਕਾਂ ਨੂੰ ਇਹ ਲੱਗਦਾ ਕਿ ਜਿਹਨਾਂ ਦੇ ਪਿੱਛੇ ਜੋਧਪੁਰੀਏ ਲੱਗਿਆ ਹੋਇਆ ਹੈ ਨਾ, ਸ਼ਾਇਦ ਉਹ ਜੋਧਪੁਰ ਦੇ ਰਹਿਣ ਵਾਲੇ ਨੇ, ਪਰ ਇੰਨਾ ਨਹੀਂ ਪਤਾ ਤੁਹਾਨੂੰ ਕਿ ਜੋਧਪੁਰੀਏ ਜਿਹਨੇ, ਬਹੁਤ ਸਾਰੇ ਸਿੱਖ ਅਜਿਹੇ ਨੇ ਜਿਨ੍ਹਾਂ ਦੇ ਨਾਮ ਦੇ ਪਿੱਛੇ ਤੁਸੀਂ ਸੁਣਿਆ ਹੋਏਗਾ ਤੇ ਦੇਖਿਆ ਹੋਏਗਾ ਕਿ ਜੋਧਪੁਰੀਆ ਲੱਗਿਆ ਹੈ। ਉਹਦਾ ਮਤਲਬ ਇਹ ਹੈ ਕਿ ਉਹ ਸਿੱਖ ਨੇ ਜਿਹੜੇ 1984 ਦੇ ਘੱਲੂਘਾਰੇ ਸਮੇਂ ਦਰਬਾਰ ਸਾਹਿਬ ਤੋਂ ਅਰੈਸਟ ਕੀਤੇ ਗਏ ਤੇ ਉਸ ਤੋਂ ਬਾਅਦ 5 ਸਾਲਾਂ ਵਾਸਤੇ ਜੋਧਪੁਰ ਦੀ ਜੇਲ੍ਹ ਵਿੱਚ ਸੁੱਟੇ ਗਏ। ਉਹਨਾਂ ਦੇ ਨਾਮ ਦੇ ਨਾਲ ਜੋਧਪੁਰੀਏ ਲਾਇਆ ਗਿਆ ਤੇ ਉਹ ਅੱਜ ਤੱਕ ਬਹੁਤ ਸਾਰੇ ਸਿੰਘ ਉਹਨਾਂ ਵਿੱਚੋਂ ਅੱਜ ਵੀ ਨੇ, ਜਿਨ੍ਹਾਂ ਦੇ ਨਾਲ ਅੱਗੇ ਅਗਰ ਹੋ ਸਕਿਆ ਸਬਬ ਮਿਲਿਆ ਤਾਂ ਤੁਹਾਡੇ ਰੂਬਰੂ ਉਹਨਾਂ ਨੂੰ ਵੀ ਕਰਾਂਗੇ ਤੇ ਇਸ ਦੇ ਉੱਤੇ ਵੀ ਸੰਖੇਪ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉੱਥੇ ਜੇਲ੍ਹ ਦੇ ਅੰਦਰ ਕਿੱਦਾਂ ਤਸ਼ੱਦਦਾਂ ਉਹਨਾਂ ਸਿੰਘਾਂ ਨੇ ਝੱਲੀਆਂ ਸੀ। ਉਸ ਤੋਂ ਬਾਅਦ ਖੈਰ ਆਪਾਂ ਇਸ ਟੌਪਿਕ ਦੇ ਉੱਤੇ ਮੈਂ ਸਿਰਫ ਇੱਥੇ ਕਹਿ ਰਿਹਾ ਸੀਗਾ ਵੀ ਇੱਕ ਮਤਲਬ ਯੂਪੀ ਦਾ ਬਹੁਤ ਗਰੀਬੜਾ ਜਿਹਾ ਇਨਸਾਨ, ਜਿਹਦੀ ਨਾ ਤਾਂ ਆਪਦੀ ਕਿਰਿਆ ਕਰਨ ਦਾ ਇੰਨਾ ਸਾਧਨ, ਗੱਲਬਾਤ ਸੀਗੀ, ਉਹਨੂੰ ਇਹਨਾਂ ਨੇ ਪੂਰੇ ਨੰਬਰ ਦਾ ਅੱਤਵਾਦੀ ਬਣਾਇਆ ਸੀ, ਜਿਹਨੂੰ ਇਹ ਨਹੀਂ ਸੀ ਪਤਾ ਮੇਰਾ ਨਾਂ ਕੀ ਹੈ ਜੀ। ਉਹ ਅੱਜ ਵੀ ਸ਼ਾਇਦ ਕਿਤੇ ਮਿਲ ਜਾਵੇ। ਇੱਕ ਭਾਈ ਜਸਵੀਰ ਸਿੰਘ ਸੀ ਜਿਹੜਾ ਜਵਾਨ ਤੋਂ ਤੁਤਲਾ ਸੀ, ਬਿਲਕੁਲ ਆਪਦੀ ਕਿਰਿਆ ਵੀ ਨਹੀਂ ਸੀ ਕਰ ਸਕਦਾ। ਉਹਨੂੰ 2 ਸਿੰਘ ਉੱਥੇ ਜੇਲ੍ਹ ਵਿੱਚ ਸਾਂਭਦੇ ਸੀਗੇ, ਉਹਦੀ ਕਿਰਿਆ ਕਰਦੇ ਸੀ, ਉਹ ਵੀ ਇਹਨਾਂ ਨੇ ਅੱਤਵਾਦੀ ਬਣਾਏ ਹੋਏ ਸੀਗੇ। ਤੁਸੀਂ ਇਹ ਮਤਲਬ ਕਿ ਗੌਰਮੈਂਟ ਦਾ ਵੀ ਇਹ ਬੜਾ ਵੱਡਾ ਮਾਰਕਾ ਮਾਰਿਆ ਉਹਨਾਂ ਨੇ।
ਮਤਲਬ ਕਿ ਇੱਕ ਨਹੀਂ, ਮੈਂ ਸਿਰ ਉਹੀ ਬੇਨਤੀ ਕਰ ਰਿਹਾ ਵੀ ਜਿਹੜਾ ਹਥਿਆਰਾਂ ਦੀ ਗੱਲ ਕਰ ਰਹੇ ਨੇ ਆਪਾਂ ਉੱਥੇ ਫਿਰ ਟੌਪ ਤੇ ਆਈਏ। ਦੇਖੋ ਆਪਣੀ ਸੁਰੱਖਿਆ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸਾਹਿਬ ਸਰੋਹੀ ਸਾਹਿਤੀ ਜਹ ਹਮਾਰੇ ਪੀਰ ਦਾ ਦਰਜਾ ਦਿੱਤਾ ਹੈ ਜੀ। ਸਿੱਖ ਕੌਮ ਦੇ ਵਿੱਚ ਸ਼ਸਤਰਾਂ ਦੀ ਪੂਜਾ ਕੀਤੀ ਹੈ, ਜੇਤੇ ਸ਼ਸਤਰ ਨਾਮੰ ਨਮਸਕਾਰ ਤਾਮੰ। ਠੀਕ ਹੈ, ਅਸੀਂ ਮਤਲਬ ਕਿ ਉਹ ਮਹਾਂਪੁਰਖਾਂ ਦੇ ਲਾਇਸੈਂਸੀ ਹਥਿਆਰ ਵੀ ਸੀਗੇ ਉਹਨਾਂ ਕੋਲੇ, ਬਾਕੀ ਜਿਹੜੇ ਉਹਨਾਂ ਦੇ ਪ੍ਰੇਮੀ ਸੀਗੇ ਉਹਨਾਂ ਕੋਲ ਵੀ ਲਾਇਸੈਂਸੀ ਹਥਿਆਰ ਸੀਗੇ। ਉਹ ਜਦੋਂ ਵੀ ਕਿਸੇ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਆਪਾਂ ਉਹਦੀ ਹਿਫਾਜ਼ਤ ਵਾਸਤੇ ਨਾਲ ਉਹਦੇ ਨਾਲ ਤੁਰਦੇ ਹਾਂ, ਉਹਦੇ ਨਾਲ ਗੱਲ ਕਰਦੇ ਹਾਂ। ਪਰ ਜਿਹੜੇ ਉਹ ਗੱਲ ਕਹਿੰਦੇ ਵੀ ਐਡੇ ਮਾਰੂ ਹਥਿਆਰ ਜਿਹੜੇ ਗੱਲਬਾਤ ਸੀ ਵੀ ਉਹ ਕੌਣ ਲੈ ਕੇ ਆਇਆ, ਕੌਣ ਵੀ ਜਿਹੜੀ ਗੌਰਮੈਂਟ ਐਡੀ ਵੱਡੀ ਮਤਲਬ ਕਿ ਸਾਰੇ ਦੇਸ਼ ਨੂੰ ਚਲਾ ਰਹੀ ਜਿਹੜੀ ਗੱਲ ਕਰ ਰਹੀ ਹੈ, ਮਤਲਬ ਉਹ ਵੀ ਇੱਕ ਹਿਸਾਬ ਨਾਲ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਇਹੋ ਜਿਹਾ ਕੁਝ ਸੀਗਾ ਹੀ ਨਹੀਂ ਉੱਥੇ ਉਸ ਥਾਂ ਦੇ ਉੱਤੇ। ਹਾਂਜੀ ਹਾਂਜੀ। ਪਰ ਅੱਛਾ 1984 ਦਾ ਜਿਹੜਾ 6 ਜੂਨ ਦਾ ਦਿਨ ਜਦੋਂ ਆਇਆ, ਹਾਂਜੀ, ਉਸ ਦਿਨ ਦੀ ਕਹਿੰਦੇ ਨੇ ਕਿ ਸਵੇਰ ਦਾ ਹਲੇ ਸੂਰਜ ਚੜ੍ਹਿਆ ਵੀ ਨਹੀਂ ਸੀ ਕਿ ਗੋਲੀਆਂ ਦੀ ਸ਼ੁਰੂਆਤ ਹੋ ਗਈ ਸੀ। ਹਾਂਜੀ, ਉਸ ਦਿਨ ਦੀ ਸ਼ੁਰੂਆਤ ਹੋਈ, ਤੁਸੀਂ ਸੰਤਾਂ ਦੇ ਬਿਲਕੁਲ ਨਾਲ ਹੀ ਸੋ। ਬਿਲਕੁਲ ਜੀ। ਤੇ ਤੁਸੀਂ ਜਦੋਂ ਸੰਤਾਂ ਤੋਂ ਦੂਰ ਹੋਏ ਤਾਂ ਉਸ ਤੋਂ ਆਈ ਥਿੰਕ 15-20 ਮਿੰਟ ਬਾਅਦ ਸੰਤ ਚੜ੍ਹਾਈ ਕਰ ਗਏ ਸਨ। ਨਹੀਂ ਜੀ, ਮੈਂ ਕੋਲੇ ਸੀ ਜੀ ਬਿਲਕੁਲ। ਮੈਂ ਅਸੀਂ ਨਾਲ ਸੀ, ਆਪਦੀ ਅੱਖੀ ਸਾਰਾ ਕੁਝ ਪਾਣਾ ਵੇਖਿਆ ਵਰਤਦਾ, ਮਤਲਬ ਦੂਰ ਨਹੀਂ ਸੀਗੇ ਜਾਂ ਉਹਨਾਂ ਤੋਂ ਪਹਿਲਾਂ ਮੈਂ ਚਲਾ ਗਿਆ ਨਹੀਂ ਸੀਗਾ ਜੀ। ਉਹਨਾਂ ਦੇ ਸ਼ਹਾਦਤ ਤੋਂ ਬਾਅਦ ਅਸੀਂ ਤਕਰੀਬਨ 35-40 ਸਿੰਘਾਂ ਨੇ ਜਿਹੜੇ ਸਾਡੇ ਤੋਂ ਸੀਨੀਅਰ ਸੀਗੇ ਉਹਨਾਂ ਨੇ ਗੱਲ ਕੀਤੀ ਵੀ ਆਪਾਂ ਸਾਈਡ ਤੇ ਹੋਈਏ, ਹੁਣ ਆਪਾਂ ਨੂੰ ਇਸ ਪਾਸੇ ਨਹੀਂ, ਆਪਾਂ ਇਸ ਪਾਸੇ ਨੂੰ ਚੱਲੀਏ। ਉਹਨਾਂ ਦੇ ਹੁਕਮ ਦੀ ਅਸੀਂ, ਕਿਉਂਕਿ ਉਹ ਸਾਡੇ ਸੀਨੀਅਰ ਸੀ, ਵੱਡੇ ਸੀਗੇ, ਉਹਨਾਂ ਦੇ ਹੁਕਮ ਦੀ ਪਾਲਣਾ ਕੀਤੀ। ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ 4 ਜੂਨ ਨੂੰ ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੁਲਾਜ਼ਮ ਸੀ ਜੀ, ਐਜ ਰਾਗੀ ਸਿੰਘ ਸੀਗਾ। ਮੇਰੇ ਨਾਲ ਭਾਈ ਗੁਰਸ਼ਨ ਸਿੰਘ ਜੀ ਅੱਜ ਕੱਲ੍ਹ ਇੰਗਲੈਂਡ ਨੇ, ਭਾਈ ਠਾਕਰ ਸਿੰਘ ਜਿਹੜੇ ਇੱਥੇ ਵੀ ਅੱਜ ਕੱਲ੍ਹ ਇੱਥੇ ਪਟਿਆਲੇ ਹੀ ਰਹਿੰਦੇ ਨੇ, ਤੁਸੀਂ ਉਹਨਾਂ ਨੂੰ ਵੀ ਲੈ ਕੇ ਆਓ ਚੈਨਲ ਤੇ ਕਿਤੇ, ਬਿਲਕੁਲ। ਤੇ ਉਹ ਕਥਾ ਕਰਦੇ ਨੇ, ਤੁਸੀਂ ਉਹਨਾਂ ਦੀ ਸੀੜੀਆਂ ਬਹੁਤ ਮਤਲਬ ਕਿ ਵਰਲਡ ਦੇ ਵਿੱਚ ਚੱਲਦੀਆਂ ਨੇ। ਉਹ ਵੀ ਰਾਗੀ ਸਿੰਘ ਸੀ। ਅਸੀਂ ਤਿੰਨੇ ਸਿੰਘ ਮੁਲਾਜ਼ਮ ਸੀ, ਤਿੰਨੇ ਸਿੰਘ ਅਸੀਂ ਸ਼੍ਰੋਮਣੀ ਕਮੇਟੀ ਦੇ ਮਤਲਬ ਕਿ ਉਸ ਵੇਲੇ ਰਾਗੀ ਸਿੰਘ ਸੀਗੇ, ਵਿਦਿਆਰਥੀ ਸੀ, ਦਮਦਮੀ ਟਕਸਾਲ ਦੇ ਸੀ ਤਿੰਨੇ ਹੀ। ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡੀ ਕੀਰਤਨ ਕਰਨ ਦੀ ਡਿਊਟੀ ਸੀ, ਅਸੀਂ ਉਹ ਪੂਰੀ ਤਨਦੇਹੀ ਨਾਲ ਨਿਭਾਈ। 5 ਜੂਨ ਦੇ ਸ਼ਾਮ ਤੱਕ 6 ਨੂੰ ਨਹੀਂ ਵੀ ਸਕੀ। ਉਸ ਤੋਂ ਬਾਅਦ ਅਸੀਂ 4 ਜੂਨ ਨੂੰ ਸਾਨੂੰ ਸੰਤਾਂ ਨੇ ਮਤਲਬ ਕਿ ਜਿਹੜੇ ਜ਼ਿੰਮੇਵਾਰ ਸਿੰਘ ਸੀ, ਸੰਤਾਂ ਨੇ ਬੁਲਾ ਗੱਲ ਕਿ ਵੀ ਜਿਹੜੇ ਸਿੰਘ ਗ੍ਰਸਤੀ ਨੇ ਉਹ ਖਾਸ ਕਰਕੇ 3 ਤੇ 4 ਦੀ ਜਿਹੜੀ ਰਾਤ ਹੈ ਉਹ ਬਾਹਰ ਆਪਣਾ ਕਮਰਿਆਂ 'ਚ ਨਾ ਰਹਿਣ, ਉਹ ਪ੍ਰਕਰਮਾਂ ਵਿੱਚ ਆ ਜਾਣ ਜੀ। ਭਾਣਾ ਕਿਸੇ ਵੇਲੇ ਵੀ ਵਰਤ ਸਕਦਾ ਹੈ। ਉਦੋਂ ਪਹਿਲਾਂ ਵੀ ਸੰਤਾਂ ਨੇ 1-2 ਮੀਟਿੰਗਾਂ ਕੀਤੀਆਂ ਵੀ ਜਿਹੜੇ ਸਿੰਘਾਂ ਨੇ ਜਾਣਾ ਉਹ ਜਾ ਸਕਦੇ ਨੇ ਬੜੇ ਆਰਾਮ ਨਾਲ ਜੀ। ਕਿਸੇ ਤੇ ਕੋਈ ਇਹ ਬੰਦਸ਼ ਨਹੀਂ ਹੈ ਵੀ ਤੁਸੀਂ ਵੀ ਤੁਸੀਂ ਇੱਥੇ ਰਹਿਣਾ ਹੀ ਹੈ, ਨਹੀਂ, ਜਿਹਨੇ ਜਾਣਾ। ਕਿਉਂਕਿ ਮੈਨੂੰ ਉਹ ਇਤਿਹਾਸ ਦੀਆਂ ਲਾਈਨਾਂ ਯਾਦ ਆਈਆਂ। ਦਮਦਮੀ ਟਕਸਾਲ ਦਾ ਪਹਿਲਾ ਮੁਖੀ ਸ਼ਹੀਦ ਬਾਬਾ ਦੀਪ ਸਿੰਘ, ਜਦੋਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਸੀ ਤੇ ਉਹਦਾ ਮਤਲਬ ਕਿ ਵੀ ਚੁਕਾਉਣ ਵਾਸਤੇ ਆਇਆ ਤੇ ਚੱਬੇ ਦੀ ਧਰਤੀ ਤੇ ਆ ਕੇ ਉਹਨੇ ਲਕੀਰ ਖਿੱਚੀ ਸੀ ਕਿ ਜਿਹੜੇ ਸਿੰਘ ਨੂੰ ਧਰਮ ਪਿਆਰਾ, ਸ਼ਹਾਦਤ ਦੇਣੀ ਹੈ, ਦਰਬਾਰ ਸਾਹਿਬ ਦੀ ਰਾਖੀ ਕਰਨੀ ਹੈ, ਉਹ ਟੱਪਿਆ, ਉਹ ਜਿਹਨੇ ਘਰ ਨੂੰ ਜਾਣਾ ਚਲੇ ਜਾਓ। ਸੇਮ ਉਹੀ ਇਤਿਹਾਸ ਦੁਹਰਾਉਂਦਾ ਆਪਦੇ ਆਪ ਨੂੰ। ਬਿਲਕੁਲ, ਇਤਿਹਾਸ ਜਿਹੜਾ ਨਾ ਉਹ ਕਦੇ ਵੀ ਮਾਫ ਨਹੀਂ ਕਰਦਾ, ਕਿਸੇ ਨੂੰ ਦੁਹਰਾਉਂਦਾ ਹੈ। ਤੇ ਉਹੀ ਗੱਲ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਾਰੇ ਸਿੰਘਾਂ ਦੀ ਮੀਟਿੰਗ ਬੁਲਾ ਕੇ ਕਹੀ ਸੀ, ਸਿੰਘੋ ਜਿਨ੍ਹਾਂ ਨੇ ਰਹਿਣਾ ਉਹ ਰਹਿ ਸਕਦਾ ਹੈ, ਜਿਨ੍ਹਾਂ ਨੇ ਜਾਣਾ ਉਹ ਜਾ ਸਕਦਾ ਹੈ। ਪਰ ਅੱਜ ਮੇਰੇ ਕੋਲ 3 ਚੀਜ਼ਾਂ ਨੇ ਜਿਨ੍ਹਾਂ ਨੇ ਰਹਿਣਾ। ਨੰਬਰ 1 ਸ਼ਹੀਦੀ, ਨੰਬਰ 2 ਫਾਂਸੀ ਦੇ ਰੱਸੇ, ਨੰਬਰ 3 ਜੇਲ੍ਹ ਦੀਆਂ ਕਾਲ ਕੋਠੜੀਆਂ। ਜੇ ਤੁਹਾਨੂੰ ਮਨਜ਼ੂਰ ਹੈ ਤੁਸੀਂ ਰਹਿ ਸਕਦੇ ਹੋ, ਜਿਹਨੇ ਜਾਣਾ ਉਹ ਜਾ ਸਕਦਾ ਹੈ। ਇਹ ਨਹੀਂ ਕਿਸੇ ਸਿੰਘ ਨੂੰ ਉਹਨਾਂ ਨੇ ਧੱਕੇ ਨਾਲ ਰੱਖਿਆ ਜਾਂ ਕਿਸੇ ਨੂੰ ਗੱਲਬਾਤ ਕੀਤੀ, ਬਿਲਕੁਲ ਨਹੀਂ ਜੀ। ਇੱਥੋਂ ਤੱਕ 3 ਜੂਨ ਨੂੰ ਸੰਤਾਂ ਨੇ ਅਕਾਲ ਤਖ਼ਤ ਸਾਹਿਬ ਤੇ ਸਾਰੇ ਸਿੰਘਾਂ ਦੀ ਫਿਰ ਇਕੱਤਰਤਾ ਕਰਕੇ ਇਹ ਵੀ ਗੱਲ ਕਹੀ, ਸਿੰਘੋ ਸਮਾਂ ਆ ਗਿਆ, ਜੇ ਕਿਸੇ ਨੂੰ ਮੇਰੇ ਕੋਲ ਵੱਧ ਘੱਟ ਕਿਹਾ ਗਿਆ ਹੋਵੇ ਮੈਨੂੰ ਮਾਫ ਕਰ ਦਿਓ। ਬਿਲਕੁਲ, ਮਤਲਬ ਕਿ ਇੰਨੀ ਨਿਮਰਤਾ, ਇੰਨੀ ਮਤਲਬ ਕਿ ਬਖਸ਼ਿਸ਼ ਸੀ ਉਹਨਾਂ ਦੇ ਉੱਤੇ, ਸਿੰਘਾਂ ਦੇ ਨਾਲ ਸਤਿਕਾਰ ਕਰਦੇ ਸੀ ਉਹ। ਸੋ ਮੇਰਾ ਕਹਿਣ ਤੋਂ ਭਾਵ ਵੀ ਅਸੀਂ ਤਿੰਨੇ ਰਾਗੀ ਸਿੰਘ ਸੀਗੇ। ਅਸੀਂ ਆਪਦੀ ਰੋਜ਼ਾਨਾ ਦੀ ਡਿਊਟੀ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਡਿਊਟੀ ਕਰਨ ਗਏ ਹਾਂ। ਸਵੇਰੇ ਅੰਮ੍ਰਿਤ ਵੇਲੇ 4 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਜਦੋਂ ਹੁਕਮਨਾਮਾ ਹੋ ਜਾਂਦਾ 4:30 ਵਜੇ ਜੀ ਗਰਮੀਆਂ ਦੇ ਵਿੱਚ, ਤਾਂ ਅਸੀਂ ਫਿਰ ਉਸ ਤੋਂ ਬਾਅਦ ਕੀਰਤਨ ਅਕਾਲ ਤਖ਼ਤ ਤੇ ਸ਼ੁਰੂ ਹੁੰਦਾ ਹੈ। ਉਸ ਵੇਲੇ ਹੁਣ ਤਾਂ ਅੰਦਰ ਹੁੰਦਾ ਕੀਰਤਨ, ਉਦੋਂ ਬਾਹਰ ਹੁੰਦਾ ਸੀ। ਅਸੀਂ ਬਾਹਰ ਪ੍ਰੋਗਰਾਮਾਂ 'ਚ ਬਹਿ ਕੇ ਕੀਰਤਨ ਉੱਥੇ ਗੁਰੂ ਸਾਹਿਬ ਦੇ ਅਕਾਲ ਤਖ਼ਤ ਦੇ ਸਾਹਮਣੇ ਬਹਿ ਕੇ ਤਰਥੋਸ ਤੇ ਕਿਰਤ ਕਰਦੇ ਸੀਗੇ। ਜਰਨਲ ਸ਼ੁਬੇਗ ਸਿੰਘ ਜੀ ਉਸ ਵੇਲੇ ਉੱਥੇ ਮੌਜੂਦ ਸੀ, ਉਹ ਵੀ ਕੀਰਤਨ ਸੁਣਦੇ ਹੁੰਦੇ ਸੀ। ਅਕਸਰ ਉਹ ਰੋਜ਼ ਪਾਲਕੀ ਨਾਲ ਜਾਇਆ ਕਰਦੇ, ਹੁਕਮਨਾਮੇ ਤੋਂ ਬਾਅਦ ਨਾਲ ਉੱਥੇ ਆ ਕੇ ਫਿਰ ਉਹ ਆ ਕੇ ਕੀਰਤਨ ਸੁਣਦੇ।
ਤੇ 4:30 ਵਜੇ ਕੀਰਤਨ ਸ਼ੁਰੂ ਕਰ ਦਿੱਤਾ। ਤਕਰੀਬਨ ਮੇਰਾ ਖਿਆਲ ਹੈ ਵੀ ਅਸੀਂ ਸ੍ਰੀ ਆਸਾ ਜੀ ਦੀ ਵਾਰ ਦਾ ਮੰਗਲਾਚਰਨ ਕਰਕੇ ਪਹਿਲਾ ਛੱਕਾ ਆਉਂਦਾ ਹਰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਉਹ ਪੜ੍ਹਿਆ ਜੀ। ਸ਼ਲੋਕ ਸ਼ੁਰੂ ਕਰਨਾ ਸੀਗਾ, ਮੰਨ ਲਓ ਵੀ 40 ਕੁ ਮਿੰਟ ਹੋਏ ਹੋਣਗੇ, 4 ਵੱਜ ਕੇ। ਤੋਪ ਦਾ ਗੋਲਾ ਸਭ ਤੋਂ ਪਹਿਲਾਂ ਜਿਹੜਾ ਸੀ ਅਕਾਲ ਤਖਤ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਥੜਾ ਸਾਹਿਬ ਦੇ ਵਿਚਾਲੇ ਇੱਕ ਬੜੀ ਉੱਚੀ ਬਿਲਡਿੰਗ ਸੀ, ਜਿਹਦੇ ਵਿੱਚ ਉਹਦੇ ਉੱਤੇ ਮੋਰਚੇ ਵਿੱਚ ਸੀ ਭਾਈ ਕਾਬਲ ਸਿੰਘ ਜੀ ਜਿਹਨੇ ਨਿਰੰਕਾਰੀ ਨੂੰ ਸੋਧਿਆ ਸੀ ਜੀ, ਅਤੇ ਭਾਈ ਜੋਗਿੰਦਰ ਸਿੰਘ ਜੀ ਰੋਡਿਆਂ ਤੋਂ, ਅੱਜ ਕੱਲ੍ਹ ਚੜ੍ਹਾਈ ਕਰ ਗਏ ਨੇ ਹੁਣ ਤਾਂ, ਭਾਈ ਪਰਸਾ ਸਿੰਘ ਜੀ, ਭਾਈ ਇਕਬਾਲ ਸਿੰਘ ਜੀ ਸਰਪੰਚ ਵੀ ਰਹੇ ਨੇ, ਅੱਜ ਵੀ ਹੈਗੇ ਨੇ, ਮੌਜੂਦਾ ਸਮੇਂ ਦੇ ਵਿੱਚ ਪਾਲਾ ਸੀ ਉਹਨਾਂ ਨੂੰ ਕਹਿੰਦੇ ਆ, ਸਾਡਾ ਜੋਧਪੁਰ ਵੀ ਰਹੇ, ਉਹ ਵੀ ਉੱਥੇ ਮੌਜੂਦ ਸੀ, ਭਾਈ ਜਗਦੀਸ਼ ਸਿੰਘ ਉਹ ਵੀ ਉੱਥੇ ਮੌਜੂਦ ਸੀ। ਸੋ ਉਸ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ। ਸਭ ਤੋਂ ਪਹਿਲਾਂ ਉੱਚੀ ਬਿਲਡਿੰਗ ਸੀਗੀ, 4:40 ਤੇ ਉਹਦੇ ਨਾਲ ਹੀ ਦੂਜੀ ਤੋਪ ਦਾ ਨਾਲ ਹੀ ਗੋਲਾ ਵੱਜਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਕੇ, ਐਨ ਬਿਲਕੁਲ ਉੱਪਰ। ਜਦੋਂ ਦੋ ਦਾ ਗੋਲਾ ਵੱਜਿਆ, ਇੰਨਾ ਖੜਾਕ ਹੋਇਆ, ਇੰਨੇ ਭਿਆਨਕ ਖੜਕਾ ਸੀਗਾ, ਉਹਦੇ ਇੱਟਾਂ ਦੀਆਂ ਕੈਂਕਰਾਂ ਥੱਲੇ ਡਿੱਗੀਆਂ। ਤਾਂ ਅਸੀਂ ਜਿਹੜੇ ਤਿੰਨੇ ਸਿੰਘ ਕੀਰਤਨ ਕਰ ਰਹੇ ਹਾਂ, ਸਾਨੂੰ ਜਨਰਲ ਸਾਹਿਬ ਨੇ ਕਿਹਾ, ਸਿੰਘੋ ਸਮੇਂ ਦੀ ਫੌਜ ਨੇ ਅਟੈਕ ਕਰ ਦਿੱਤਾ, ਦੇਸ਼ ਸਰਕਾਰ ਨੇ, ਆਪੋ ਆਪਣੀ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਓ। ਅਸੀਂ ਫਿਰ ਆਪੋ ਆਪਣੀ ਜਗ੍ਹਾ 'ਤੇ ਜਿਹੜੀ ਸੰਗਤ ਵੀ ਬੈਠੀ ਸੀਗੀ, ਭੱਜੜ ਮੱਚ ਗਈ ਇੱਕਦਮ। ਫਿਰ ਇੱਕਦਮ ਗੋਲੀ ਜਿਹੜੀ ਸੀ ਉਹਨਾਂ ਕੋਲ, ਜਿਹੜਾ ਉਹਨਾਂ ਦਾ ਕੋਡ ਵਰਡ ਸੀ, ਉਹਨਾਂ ਕੋਲ ਜੁਗਾਨ ਸੀ, ਉਹਨਾਂ ਨੇ ਇਸ਼ਾਰਾ ਕੀਤਾ। ਬਾਕੀ ਢਾਕੀ ਸਿੰਘਾਂ ਨੇ ਸਾਨੂੰ ਕਿਹਾ ਭਾਈ ਆਪੋ ਆਪਣੇ ਸਥਾਨਾਂ 'ਤੇ ਮੋਰਚੇ ਸਾਹਮਣੇ ਜਾਓ, ਕਿਉਂਕਿ ਇੱਕ ਇਹ ਸਿੱਖਾਂ ਦੀ ਰਵਾਇਤ ਹੈ। ਇੱਕ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ 4 ਜੰਗ ਲੜੇ ਨੇ, ਜਿਹੜੇ ਗੁਰੂ 6ਵੇਂ ਪਾਤਸ਼ਾਹ ਸਿੱਖਾਂ ਦੇ ਗੁਰੂ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ 14 ਜੰਗ ਲੜੇ ਨੇ, ਇਤਿਹਾਸ ਵਿੱਚ ਜ਼ਿਕਰ ਆਉਂਦਾ। ਪਰ ਇੱਕ ਵੀ ਪ੍ਰੀਤ ਜੀ ਗੁਰੂ ਸਾਹਿਬਾਂ ਦੇ ਜੀਵਨ ਵਿੱਚ ਐਸਾ ਨਹੀਂ ਆਊਗਾ ਵੀ ਉਹ ਕਿਤੇ ਚੜ੍ਹ ਕੇ ਗਏ ਹੋਣ। ਜਿਹੜਾ ਚੜ੍ਹ ਕੇ ਆਇਆ ਉਹਨੂੰ ਉੱਤਰ ਜ਼ਰੂਰ ਦਿੱਤਾ ਹੈ। ਬਿਲਕੁਲ। ਸੰਤ ਜਰਨੈਲ ਸਿੰਘ ਜੀ ਕਿਤੇ ਚੜ੍ਹ ਕੇ ਨਹੀਂ ਸੀਗੇ, ਉਹਨਾਂ ਨੇ ਵੀ ਸਿਰ ਜਵਾਬ ਦਿੱਤਾ ਸੀ, ਜਵਾਬੀ ਕਾਰਵਾਈ ਕੀਤੀ ਸੀ। ਜਦੋਂ ਉਹਨਾਂ ਤੇ ਆ ਕੇ ਕੋਈ ਬੰਦਾ, ਤੁਸੀਂ ਆਪਾਂ ਹੁਣ ਜਾਣਦੇ ਹਾਂ ਸਹਿ ਸਵਾਈ ਜਾ ਰਹੇ, ਸਾਡੇ ਤੇ ਕੋਈ ਅਟੈਕ ਕਰ ਰਿਹਾ, ਅਸੀਂ ਆਪਣੀ ਸੁਰੱਖਿਆ ਤੋਂ ਵਾਸਤੇ ਕੁਝ ਕਰਾਂਗੇ, ਜਵਾਬ ਦੇਵਾਂਗੇ ਉਹਨੂੰ। ਤੇ ਇਸ ਤਰ੍ਹਾਂ ਉਹ ਸਮੇਂ ਦੀ ਸਰਕਾਰ ਨੇ ਇਹ ਬਿਲਕੁਲ ਝੂਠ ਤੂਫਾਨ ਹੈ ਵੀ ਉੱਥੇ ਜੀ ਬੰਦੇ ਭੇਜੇ ਗਏ, ਸਮਝੌਤੇ ਬਾਅਦ ਦੀ ਗੱਲ ਚੱਲੀ ਗਈ, ਉਸ ਦਾ ਅਨਾਉਂਸਮੈਂਟਾਂ ਕੀਤੀਆਂ ਗਈਆਂ, ਕੋਈ ਅਨਾਉਂਸਮੈਂਟ ਨਹੀਂ ਸੀ ਕਿਸੇ ਤਰ੍ਹਾਂ ਦੀ। ਹੋ ਸਕਦਾ ਉਹਨਾਂ ਨੇ ਇੱਧਰਲੇ ਪਾਸੇ ਜਿੱਦਾਂ ਸਰਾਂ ਵਾਲੀ ਸਾਈਡ ਕਰੀ ਹੋ ਤਾਂ ਕਹਿ ਨਹੀਂ ਸਕਦਾ, ਮੈਨੂੰ ਪਤਾ ਨਹੀਂ ਉਸ ਚੀਜ਼ ਦਾ। ਪਰ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਈਡ 'ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਅਨਾਉਂਸਮੈਂਟ ਨਹੀਂ ਸੀ, ਪਰ ਸਿੱਧਾ ਉਹਨਾਂ ਦਾ ਅਟੈਕ ਸੀ। ਨਾ ਉਹਨਾਂ ਨੇ ਬਜ਼ੁਰਗ ਦੇਖਿਆ, ਨਾ ਉਹਨਾਂ ਨੇ ਮਾਈ ਦੇਖੀ, ਨਾ ਉਹਨਾਂ ਨੇ ਕੋਈ ਬੀਬੀ ਦੇਖੀ, ਨਾ ਬੱਚੀ ਦੇਖੀ, ਨਾ ਬੱਚਾ ਦੇਖਿਆ। ਜੋ ਆਇਆ ਉਹਨੂੰ ਇੱਕ ਜਿਵੇਂ ਭੱਠੀ ਵਿੱਚ ਦਾਣੇ ਭੁੰਨਦੇ ਨੇ, ਇਉਂ ਭੁੰਨ ਕੇ ਗੋਲੀ ਨਾਲ ਸੁੱਟ ਦਿੱਤਾ। ਮਤਲਬ ਕਿ ਉਹਨਾਂ ਨੇ ਪੂਰਾ ਆਪਦਾ, ਸਰਕਾਰ ਨੇ ਕਿ ਨਹੀਂ, ਆਪਣੇ ਦੇਸ਼ ਦੀ ਸਰਕਾਰ ਹੋਵੇ, ਆਪਣੀ ਫੌਜ ਹੋਵੇ, ਅਸੀਂ ਕਹਿੰਦੇ ਸਾਨੂੰ ਸ਼ਰਮ ਆਉਂਦੀ ਇਸ ਗੱਲ ਦੀ, ਤੇ ਉਹਦੇ ਹੱਥੋਂ ਸਾਡੀਆਂ ਬੀਬੀਆਂ ਦੀ ਬੇਪਤੀ ਸਾਡੇ ਸਾਹਮਣੇ ਕੀਤੀ ਜਾਵੇ। ਤੇ ਕਿੱਥੋਂ ਦਾ ਤੁਸੀਂ ਕੀ ਇਨਸਾਫ ਤੁਸੀਂ ਸਮਝਦੇ ਹੋ ਗੱਲ ਨੂੰ? ਤੁਸੀਂ ਉਹ ਸਾਰੀਆਂ ਚੀਜ਼ਾਂ ਆਪਣੀ ਅੱਖੀਂ ਵੇਖੀਆਂ ਉੱਥੇ, ਕਿ ਮਤਲਬ ਧੀਆਂ ਭੈਣਾਂ ਦੀ ਬੇਪਤ ਹੁੰਦੀ ਹੋਈ, ਇੰਨੇ ਜਿਹੜੇ ਬੇਦੋਸ਼ੇ ਸੀ ਉਹ ਮਾਰੇ ਗਏ ਉੱਥੇ ਗੋਲੀਆਂ ਦੇ ਨਾਲ। ਉਹ ਜਿਹੜੇ ਮੰਜ਼ਰ ਨੇ, ਕਿਉਂਕਿ ਇਹ ਚੀਜ਼ਾਂ ਉਹੀ ਇਨਸਾਨ ਸਮਝ ਸਕਦਾ ਹੈ, ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਹ ਚੀਜ਼ਾਂ ਦੇਖੀਆਂ ਨੇ। ਸ਼ਾਇਦ ਮੈਂ ਜੋ ਇਸ ਵੇਲੇ ਫੀਲ ਕਰ ਰਿਹਾ, ਮੈਂ ਵੀ ਉਸ ਮੰਜ਼ਰ ਨੂੰ ਸਿਰਫ ਸੋਚ ਸਕਦਾ ਹਾਂ। ਮੇਰੇ ਸਾਹਮਣੇ ਉਹ ਚੀਜ਼ਾਂ, ਦ੍ਰਿਸ਼ ਹਲੇ ਵੀ ਆ ਰਹੇ ਨੇ, ਜਦਕਿ ਮੈਂ ਉਹ ਮੰਜ਼ਰ ਨਹੀਂ ਦੇਖਿਆ। ਤੁਸੀਂ ਜੋ ਚੀਜ਼ ਬਿਆਨ ਕਰ ਰਹੇ ਹੋ, ਪਰ ਉਸ ਤੋਂ ਬਾਅਦ ਵੀ ਜੋ ਚੀਜ਼ਾਂ ਹੋਈਆਂ, ਮਤਲਬ ਕਿਸੇ ਤਰੀਕੇ ਨਾਲ ਵੀ ਜਿਹੜੇ ਆਗੂ ਪੰਜਾਬ ਦੇ ਸੀਗੇ, ਉਹਨਾਂ ਨੇ ਕੋਸ਼ਿਸ਼ਾਂ ਨਹੀਂ ਕੀਤੀਆਂ, ਅਕਾਲੀ ਆਗੂ ਜਿਹੜੇ ਸੀ ਜਾਂ ਹੋਰ ਆਗੂ ਜਿਹੜੇ ਸੀਗੇ, ਕਿ ਕਿਸੇ ਤਰੀਕੇ ਨਾਲ ਇਹ ਚੀਜ਼ ਨੂੰ ਰੋਕਿਆ ਜਾ ਸਕੇ, ਕਿਉਂਕਿ ਦਰਬਾਰ ਸਾਹਿਬ ਉਹਨੂੰ ਢਾਹ ਲੱਗ ਰਹੀ ਸੀ। ਸਾਡੀ ਸਭ ਤੋਂ ਉੱਚ ਸੰਸਥਾ ਜਿਹੜੀ ਮੰਨਿਆ ਜਾਂਦਾ ਹੈ, ਜਿਸ ਦਾ ਹੁਕਮ ਸਾਰੀ ਕੌਮ ਮੰਨਦੀ ਹੈ, ਅਕਾਲ ਤਖਤ ਸਾਹਿਬ, ਉਸ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਸੀਗਾ। ਪ੍ਰੀਤ ਜੀ, ਦੁੱਖ ਤਾਂ ਇਸੇ ਗੱਲ ਦਾ ਆ ਰਿਹਾ ਹੈ, ਇਸੇ ਗੱਲ ਦਾ ਅੱਜ ਰੋਣਾ ਹੈ। ਜਿਹੜੇ ਸਾਡੇ ਆਪਣੇ ਸੀ, ਜਿਹੜੇ ਸਾਡੀ ਆਪਣੀ ਮਤਲਬ ਕਰਨ ਵਾਲੇ ਸੀ, ਉਹ ਤਾਂ ਉਹਨਾਂ ਨਾਲ ਮਿਲੇ ਹੋਏ ਸੀਗੇ। ਜੇ ਉਹ ਇਸ ਗੱਲ ਦੇ ਉੱਤੇ ਸਟੈਂਡ ਲੈਂਦੇ, ਸਰਕਾਰ ਦੀ ਕੀ ਜ਼ਰੂਰਤ ਸੀਗੀ ਉਹ ਇਸ ਤਰ੍ਹਾਂ ਦੀ ਹਮਲਾ ਕਰਦੀ? ਜੇ ਫਿਰ ਉਸ ਤੋਂ ਬਾਅਦ ਉਹ ਪ੍ਰੋਟੈਸਟ ਕਰਦੇ, ਗੱਲ ਕਿਸੇ ਨੇ ਕੀਤਾ? ਠੀਕ ਹੈ, ਲੋਕਾਂ ਇਕੱਠਾ ਕੱਟਾ ਪਾਇਆ ਗਿਆ, ਸ਼ਰੇਆਮ ਮਤਲਬ ਕਿ ਉਹਨਾਂ ਲੋਕਾਂ ਨੂੰ ਪੂਰੀ ਮਤਲਬ ਕਿ ਸੁਰੱਖਿਆ ਦਿੱਤੀ ਗਈ, ਤੇ ਜਿਹੜੇ ਵਿਚਾਰੇ ਮਾਤੜ ਸੀਗੇ, ਜਿਨ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ, ਉਹ ਉੱਥੇ ਸ਼ਰੇਆਮ ਭੁੰਨੇ ਗਏ। ਮਤਲਬ ਕਿ ਉਹਨਾਂ ਨੂੰ ਇੰਨਾ ਜ਼ੁਲਮ ਹੋਇਆ, ਮਤਲਬ ਕਿ ਜੋ ਅਸੀਂ ਸੁਣਦੇ ਹੁੰਦੇ ਸੀ ਨਾ ਸਮੇਂ ਦੇ ਵਿੱਚ ਵੀ ਸਰਕਾਰਾਂ ਇਸ ਤਰ੍ਹਾਂ ਗੱਲ ਕਰਦੀਆਂ ਨੇ, ਆਹ ਹੁੰਦਾ, ਉਹ ਉੱਥੇ ਪ੍ਰਤੱਖ ਦੇਖਿਆ ਤੁਸੀਂ? ਦੇਖਿਆ ਸਾਰਾ ਕੁਝ ਉੱਥੇ।
ਉਹ ਸਾਰਾ ਕੁਝ ਦੇਖਿਆ ਉੱਥੇ ਜੀ ਕਿ ਅਸਲ ਜ਼ੁਲਮ ਕੀ ਹੁੰਦਾ ਹੈ, ਜ਼ੁਲਮ ਅਸਲ ਕੀ ਜਬਰ ਕੀ ਹੁੰਦਾ ਹੈ, ਉਹ ਚੀਜ਼ਾਂ ਘਟਨਾਵਾਂ ਉੱਥੇ ਸਾਹਮਣੇ, ਕਿਉਂਕਿ ਉਹਨਾਂ ਚੀਜ਼ਾਂ ਨੂੰ ਵੀ ਅੱਜ ਕੱਲ੍ਹ ਝੁਠਲਾਇਆ ਜਾਂਦਾ ਹੈ। ਉਹਨਾਂ ਨੂੰ ਵੀ ਕਿਹਾ ਜਾਂਦਾ ਨਹੀਂ ਜੀ ਕੋਈ ਬੇਪਤੀ ਨਹੀਂ ਸੀ ਹੋਈ, ਕੋਈ ਬੇਅਦਬੀ ਨਹੀਂ ਸੀ ਹੋਈ, ਕੋਈ ਫੌਜਾਂ ਨੇ ਬੇਅਦਬੀ ਅੰਦਰ ਨਹੀਂ ਸੀ ਕੀਤੀ, ਪਾਣੀਆਂ ਦੇ ਵਿੱਚ ਕੋਈ ਸਰੋਵਰ ਦੇ ਪਾਣੀ ਦੇ ਵਿੱਚ ਬਰੂਦ ਨਹੀਂ ਸੀ ਮਿਲਾਇਆ ਗਿਆ ਕਿ ਸਿੰਘ ਪਾਣੀ ਨਾ ਪੀ ਸਕਣ, ਕੁਝ ਅਸੀਂ ਅਜਿਹਾ ਨਹੀਂ ਸੀ ਕੀਤਾ ਕਿ ਮਰਿਆਦਾ ਨੂੰ ਕੋਈ ਫਰਕ ਪੈਂਦਾ, ਪਰ ਮਰਿਆਦਾ ਵੀ ਸਾਰੀ ਦੀ ਸਾਰੀ ਨੇਸ ਤੋਂ ਨਾਬੂਦ ਕੀਤੀ ਗਈ। ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ, ਸਿੰਘ ਸਿੰਘਣੀਆਂ ਦੀ ਬੇਪਤੀ ਕੀਤੀ ਗਈ, ਜਿਹੜੇ ਕਸੂਰੇ ਸੀ ਉਹ ਮਾਰੇ ਗਏ। ਪਰ ਮੈਂ ਤਾਂ ਇਹੀ ਕਹਾਂਗਾ ਕਿ ਡੁੱਬ ਕੇ ਮਰ ਜਾਣਾ ਚਾਹੀਦਾ ਸੀ ਉਹਨਾਂ ਸਿੰਘਾਂ ਨੂੰ ਜਿਹੜੇ ਸਾਹਮਣੇ ਆਪਣੇ ਆਪ ਨੂੰ ਕਹਿੰਦੇ ਸੀ ਕਿ ਅਸੀਂ ਸਿੰਘ ਹਾਂ ਤੇ ਅਸੀਂ ਤੁਹਾਡੇ ਨਾਲ ਹਾਂ, ਪਰ ਉਹ ਕਹਿੰਦੇ ਨੇ ਕਿ ਸ਼ੇਰ ਦੀ ਖੱਲ ਦੇ ਵਿੱਚ ਉਹ ਗਿੱਦੜ ਸੀਗੇ ਜਿਹੜੇ ਸਿਰਫ ਆਪਣੇ ਰੋਟੀਆਂ ਸੇਕਣਾ ਚਾਹੁੰਦੇ ਸੀ। ਬਿਲਕੁਲ ਜੀ ਬਿਲਕੁਲ ਪ੍ਰਤੱਖ ਇਸ ਗੱਲ ਦਾ ਸਾਰੀ ਇਮਾਮ ਨੂੰ ਪਤਾ ਹੈ, ਸਾਰੀ ਕੌਮ ਨੂੰ ਪਤਾ ਵੀ ਕੌਣ ਕਿੱਥੇ ਖੜਾ ਹੈ ਤੇ ਕਿੱਥੇ ਸੀ ਤੇ ਕੀ ਕਰ ਰਿਹਾ ਤੇ ਕੀ ਹੋ ਰਿਹਾ ਸੀ, ਸਭ ਨੂੰ ਪਤਾ ਹੈ। ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਫਰੀਦ ਸਾਹਿਬ ਦਾ ਵਚਨ ਕੀਤਾ ਵੀ ਸਰਵਰ ਪੰਖੀ ਹੇਕੜੋ ਫਾਹੀਵਾਲ 50 ਵੀ ਉਹ ਜਿਹੜੀ ਮਹਾਂਪੁਰਖ ਮਤਲਬ ਕਿ ਲਾਈਨ ਪੜ੍ਹਦੀ ਸੰਗਤ ਨੂੰ ਪੜ੍ਹਾਉਂਦੀ, ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ। ਬਿਲਕੁਲ ਉਹਨਾਂ ਨੇ ਮਤਲਬ ਕਿ ਇਹ 4 ਜੂਨ ਨੂੰ ਘਟਨਾ ਸ਼ੁਰੂ ਹੋਈ 4:40 ਤੇ 4 ਜੂਨ ਨੂੰ ਪੂਰੀ ਗੋਲਾਬਾਰੀ ਹੁੰਦੀ ਰਹੀ। ਉਹਦੇ ਵਿੱਚ ਅਸੀਂ ਕੀਰਤਨ ਕਰਨ ਵਾਲੇ ਸਿੰਘ ਜਿਹੜੇ ਸੀ ਉਸ ਵੇਲੇ ਸਾਈਡ ਤੇ ਹੋਏ। ਮਤਲਬ ਜਦੋਂ ਮਹਾਂਪੁਰਖਾਂ ਨੂੰ ਪਤਾ ਲੱਗਿਆ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਨਹੀਂ ਕੀਤਾ, ਤਾਂ ਉਸ ਵੇਲੇ ਸਾਨੂੰ 3 ਸਿੰਘਾਂ ਨੂੰ ਬੁਲਾਇਆ ਗਿਆ। ਸੰਤਾਂ ਨੇ ਉਹ ਉਦਾਹਰਨ ਸਾਨੂੰ ਸੁਣਾਈ ਕਿ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਮਾਂ ਯਾਦ ਕਰੋ ਸਿੰਘੋ, ਇਤਿਹਾਸ ਨੂੰ। ਅੱਜ ਤਾਂ ਸਾਡੇ ਇਤਿਹਾਸ ਤੇ ਵੀ ਕਿੰਤੂ ਹੋ ਰਿਹਾ। ਬਿਲਕੁਲ ਜਿਹੜੇ ਸਾਡੇ ਆਪਣੇ ਆਪ ਨੂੰ ਕਹਾਉਣ ਵਾਲੇ ਨੂੰ ਕਹਿੰਦੇ ਨੇ ਜੀ ਇਹ ਲਿਖਿਆ ਇਤਿਹਾਸ ਗਲਤ ਹੈ ਜੀ, ਤੇ ਆਪਦੇ ਨਾਲੇ ਸਿੱਖ ਕਹਾਉਂਦੇ ਨੇ। ਪਤਾ ਨਹੀਂ ਕਿਹੜਾ ਇਤਿਹਾਸ ਸੁਣਾਉਣਗੇ ਸਾਨੂੰ। ਉਹ ਸਾਨੂੰ ਮਹਾਂਪੁਰਖਾਂ ਨੇ ਕਿਹਾ ਉਹ ਇਤਿਹਾਸ ਨੂੰ ਯਾਦ ਕਰੋ। ਗੁਰੂ ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਦਾ ਕਿਲ੍ਹਾ ਛੱਡਿਆ, ਰਾਤ ਦਾ ਸਮਾਂ ਸੀ, ਅੰਮ੍ਰਿਤ ਵੇਲਾ ਹੋਇਆ ਸਰਸਾ ਦੀ ਨਦੀ ਕਿਨਾਰੇ ਤੇ ਪਰਿਵਾਰ ਵਿਛੜਾ ਜਿੱਥੇ ਹੋਇਆ, ਉੱਥੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਟਾਈਮ ਹੈ ਕਿ ਮਾਰੇ ਕਹਿੰਦੇ ਲਿਆਓ ਸਾਧ ਸਿੰਘੋ ਕੀਰਤਨ ਕਰੀਏ। ਕਹਿਣ ਲੱਗੇ ਸਮਾਂ ਭਾਵੇਂ ਬਹੁਤ ਭਿਆਨਕ ਚੱਲ ਰਿਹਾ, ਤੁਸੀਂ ਆਪਦੀ ਜਿੰਨਾ ਚਿਰ ਤੁਹਾਡੇ ਵਿੱਚ ਸਵਾਸ ਨੇ, ਜਿੰਨਾ ਚਿਰ ਸ਼੍ਰੀ ਅਕਾਲ ਤਖਤ ਦੀ ਮਰਜ਼ਾਦਾ ਨਿਭਦੀ ਹੈ, ਜਾਓ ਜਾ ਕੇ ਕੀਰਤਨ ਕਰੋ, ਸੰਪੂਰਨ ਕੀਰਤਨ ਕਰਕੇ ਤੁਸੀਂ ਫਿਰ ਮੇਰੇ ਕੋਲੇ ਆ ਜਾਣਾ ਤਿੰਨਾਂ ਨੇ। ਸੋ ਉਸ ਮਹਾਂਪੁਰਸ਼ ਦੀ ਏਡੀ ਵੱਡੀ ਸੋਚ, ਏਡੀ ਵੱਡੀ ਵਿਚਾਰ, ਇੰਨੀ ਨਿਮਰਤਾ ਤੇ ਇੰਨਾ ਹੌਸਲਾ, ਸਾਰੇ ਸਿੰਘਾਂ ਨੂੰ ਹੌਸਲਾ ਉਪਜਾਈ ਕਰਦੇ। 4 ਨੂੰ ਸਾਰਾ ਦਿਨ ਗੋਲੀ ਚੱਲਦੀ ਰਹੀ, 5 ਨੂੰ ਫਿਰ ਸਾਰਾ ਦਿਨ ਗੋਲੀ ਚੱਲਦੀ ਰਹੀ। ਸਵੇਰੇ ਅੰਮ੍ਰਿਤ ਵੇਲੇ ਜਿਹੜੀ ਆਪਾਂ ਮਰਜ਼ਾਦਾ ਦੀ ਗੱਲ ਕਰਦੇ ਹਾਂ ਵੀ ਮਰਜ਼ਾਦਾ ਸ਼੍ਰੀ ਅਕਾਲ ਤਖਤ ਸਭ ਤੋਂ ਰੋਜ਼ਾਨਾ ਮਹਾਰਾਜ ਦਾ ਸਰੂਪ ਜਾਂਦਾ ਦਰਬਾਰ ਸਾਹਿਬ ਅੰਮ੍ਰਿਤ ਵੇਲੇ। 4 ਤਰੀਕ ਨੂੰ 4 ਜੂਨ ਨੂੰ ਸਵੇਰੇ ਗਿਆ ਪਾਲਕੀ ਵਿੱਚ, 4 ਜੂਨ ਨੂੰ ਸ਼ਾਮ ਨੂੰ ਮਹਾਰਾਜ ਦਾ ਸਰੂਪ ਨਹੀਂ ਆਇਆ। ਮਰਜ਼ਾਦਾ ਤਾਂ ਉਸ ਦਿਨ ਹੀ ਮਤਲਬ ਕਿ ਜਿਹੜੀ ਸੀ ਟੁੱਟ ਗਈ। ਉਸ ਤੋਂ ਉੱਥੇ ਮਹਾਰਾਜ ਦਾ ਸਰੂਪ ਸੁਖਾਸਨ ਕੀਤੇ ਗਏ। ਅਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਮਹਾਰਾਜ ਦਾ ਪ੍ਰਕਾਸ਼ ਕਰਕੇ ਸੁਖਾਸਨ ਕਰਕੇ ਮੁੜ ਕੇ, ਕਿਉਂ ਸਾਡੇ ਨਾਲ ਉਸ ਵੇਲੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਜੀ ਹੁੰਦੇ ਸੀ, ਤੇ ਨਾਲ ਛੋਟੇ ਜਿਹੜੇ ਗ੍ਰੰਥੀ ਸਿੰਘ ਸਹਾਇਕ ਭਾਈ ਭਗਵਾਨ ਸਿੰਘ ਜੀ ਸੀਗੇ, ਸੋ ਹੋਰ ਵੀ ਸੇਵਾਦਾਰ ਸੀਗੇ। ਅਸੀਂ ਸਾਰੇ ਆਪਣੀ ਉਸ ਮਾਨ ਮਰਜ਼ਾਦਾ ਦੇ ਵਿੱਚ ਲੱਗ ਕੇ ਜਿਹੜੀ ਸੀ ਉਹਨੂੰ ਨਿਭਾਉਂਦੇ ਰਹੇ। ਸ਼ਾਮ ਨੂੰ ਰਹਿਰਾਸ ਦਾ ਪਾਠ ਕੀਤਾ ਗਿਆ, 4 ਨੂੰ ਵੀ ਫਿਰ ਸੁਖਾਸਨ ਕਰਕੇ ਮਹਾਰਾਜ ਦਾ ਸਰੂਪ ਰੱਖਿਆ ਗਿਆ। ਅੰਮ੍ਰਿਤ ਵੇਲੇ 5 ਨੂੰ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਮਹਾਰਾਜ ਦਾ ਪ੍ਰਕਾਸ਼ ਹੋਇਆ, ਸਾਰਾ ਕੁਛ ਮਰਜ਼ਾਦਾ ਨਿਭਾਈ। 5 ਨੂੰ ਸ਼ਾਮ ਨੂੰ ਫਿਰ ਉਸੇ ਤਰ੍ਹਾਂ ਜੀ। ਹੁਣ ਮਤਲਬ ਕਿ ਇਸ ਦਰਮਿਆਨ 5 ਦੇ ਦਰਮਿਆਨ ਵਿੱਚ ਮਤਲਬ ਜਿਹੜਾ ਦਿਨ ਦੇ ਵਿੱਚ ਕਾਫੀ ਕੁਛ ਦੇਖਣ ਨੂੰ ਮਿਲਿਆ। ਜਿਹੜੀ ਟੈਂਕੀ ਸੀਗੀ ਉਹ ਤੋੜੀ ਗਈ, ਜਿੱਥੋਂ ਪਾਣੀ ਵਾਲੀ ਪਾਣੀ ਬਿਲਕੁਲ ਨਾ ਦਿੱਤਾ ਜਾਵੇ, ਮਤਲਬ ਕਿ ਇਹਨਾਂ ਦਾ ਤੈਸ਼ ਨੈਸ਼ ਕੀਤਾ ਗਿਆ। ਬਿਜਲੀ ਦਾ ਕਨੈਕਸ਼ਨ ਪਹਿਲਾਂ ਹੀ ਤੋੜ ਦਿੱਤਾ ਗਿਆ ਸੀ, ਜਿਹੜੇ ਜਨਰੇਟਰ ਸੀ ਉਹਨਾਂ 'ਤੇ ਬੰਬ ਸੁੱਟਿਆ ਗਿਆ। ਇਸੇ ਤਰ੍ਹਾਂ ਮਤਲਬ ਕਿ ਜਿਹੜੇ ਟੈਲੀਫੋਨ ਸੀ ਉਹ ਡੈਡ ਕੀਤੇ ਗਏ। ਹਰ ਪੱਖ ਤੋਂ ਮਤਲਬ ਕਿ ਜਿਹੜੇ ਅੰਦਰ ਲਿੰਕ ਕੱਟ ਰਹੇ ਸੀ ਕਿ ਕਿਸੇ ਤਰੀਕੇ ਨਾਲ ਤੁਸੀਂ ਬਾਹਰ ਸੰਪਰਕ ਨਾ ਕਰ ਸਕੋ ਜੀ। ਸੋ ਇਹ ਸਾਰਾ ਕੁਛ ਮਤਲਬ ਕਿ 5 ਤਰੀਕ ਨੂੰ ਆਣਾ ਸਾਰਾ ਵਾਪਰ ਰਿਹਾ ਸੀਗਾ। ਸ਼ਾਮ ਨੂੰ ਫਿਰ ਅਸੀਂ ਸੋਦਰ ਦੀ ਚੌਂਕੀ ਕੀਤੀ, ਰਹਿਰਾਸ ਦਾ ਪਾਠ ਹੋਇਆ। ਇਹਦੇ ਦਰਮਿਆਨ ਕੁਝ ਸਿੰਘਾਂ ਦੀਆਂ ਮੀਟਿੰਗਾਂ ਹੋਈਆਂ ਸੰਤ ਬਾਬਾ ਜਰਨੈਲ ਸਿੰਘ ਜੀ ਨਾਲ ਜੀ 5 ਜੂਨ ਨੂੰ ਜਿਹਦੇ ਵਿੱਚ ਭਾਈ ਅਮਰੀਕ ਸਿੰਘ ਜੀ, ਭਾਈ ਰਿਸ਼ਪਾਲ ਸਿੰਘ ਜੀ, ਭਾਈ ਆਪਣਾ ਇਸੇ ਤਰ੍ਹਾਂ ਤਰਲੋਚਨ ਸਿੰਘ ਜੀ, ਭਾਈ ਦਾਰਾ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ, ਭਾਈ ਸੁਜਾਨ ਸਿੰਘ ਜੀ, ਇਹ ਸਾਰੇ ਸਿੰਘ ਜਿਹੜੇ ਜ਼ਿੰਮੇਵਾਰ ਸੀ ਜੀ। ਇਹਨਾਂ ਸਿੰਘਾਂ ਨੇ ਮਤਲਬ ਕਿ ਸੋਚਿਆ ਵੀ ਮਹਾਂਪੁਰਖਾਂ ਨੂੰ ਆਪਾਂ ਕੋਈ ਬੇਨਤੀ ਕਰੀਏ। ਅਨਭਾਵੇ ਹੁੰਦਾ ਸੀ
ਵੀ ਇੱਥੋਂ ਕੁਛ ਨਾ ਕੁਛ ਮਾੜਾ ਹੋਣ ਵਾਲਾ ਹੈ, ਵੀ ਸਾਈਡ ਤੇ ਜਾਣ ਬਾਰੇ ਕੋਈ ਗੱਲ ਕਰਦੇ ਹੁਣ ਵੀ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਰਹੇ ਨੇ। ਸਿੰਘਾਂ ਨੇ ਸੰਤਾਂ ਨੂੰ ਕਿਹਾ ਸੀ ਕਿ ਤੁਸੀਂ ਚਲੇ ਜਾਓ। ਹਾਂਜੀ, ਬਸ ਇਸ ਤਰ੍ਹਾਂ ਦੇ ਵਿਚਾਰ ਸੀ ਜੀ। ਸੰਤ ਇਸ ਤਰ੍ਹਾਂ ਲੰਮੇ ਪਏ ਸੀਗੇ, ਥੱਲੇ ਪਏ ਸੀਗੇ, ਤੇ ਮੈਂ ਸੰਤਾਂ ਮਹਾਂਪੁਰਖਾਂ ਦੇ ਕੋਲੇ ਸੇਵਾ ਕਰ ਰਿਹਾ ਸੀਗਾ, ਤੇ ਕਿਉਂਕਿ ਬਹੁਤ ਪ੍ਰੇਮ ਸੀਗਾ ਮਹਾਂਪੁਰਖਾਂ ਦੇ ਨਾਲ, ਚਲੋ ਸਮੇਂ ਦੇ ਮੁਤਾਬਕ। ਤੇ ਉਹ ਫਿਰ ਉਸ ਵੇਲੇ ਸੰਤਾਂ ਨੇ ਉਹਨਾਂ ਦੀ ਗੱਲ ਨੂੰ ਅਨੁਭਵ ਕਰਦਿਆਂ ਹੋਇਆਂ ਇਹ ਸੰਤਾਂ ਨੇ ਬਚਨ ਕੀਤਾ, ਸਿੰਘੋ ਤੁਹਾਡਾ ਹੁਕਮ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਸੁਣ ਲਿਓ। ਕਹਿੰਦੇ ਮਹਾਰਾਜ ਦੱਸੋ? ਕਹਿੰਦੇ ਮੈਨੂੰ ਇੱਥੋਂ ਜਾਣ ਬਾਰੇ ਨਾ ਕਹਿਓ, ਬਾਕੀ ਜੋ ਤੁਹਾਡਾ ਹੁਕਮ ਮੈਂ ਮੰਨੂਗਾ। ਜਦੋਂ ਇੰਨੀ ਗੱਲ ਕਹੀ ਸਿੰਘ ਵਿਚਾਰੇ ਕਹਿੰਦੇ ਵੀ ਹੁਣ ਵੀ ਉਹਦਾ ਪਹਿਲੇ ਆਪਾਂ ਨੂੰ ਕਹਿ ਦਿੱਤਾ ਉਹਨਾਂ ਨੇ। ਸੋ ਫਿਰ ਉਹਨੇ ਅਗਲਾ ਕਿਹਾ, ਕਹਿੰਦੇ ਸਿੰਘੋ ਇਸ ਟਕਸਾਲ ਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਦੀ ਹੁੰਦੀ ਬੇਦਬੀ ਨਾ ਸਹਾਰਦਾ ਹੋਇਆ ਇੱਥੇ ਸ਼ਹਾਦਤ ਦਾ ਜਾਮ ਪੀਤਾ। ਦੂਸਰਾ ਮੁਖੀ ਬਾਬਾ ਗੁਰਬਖਸ਼ ਸਿੰਘ, ਉਹਨੇ ਸ਼ਹਾਦਤ ਦਾ ਜਾਮ ਪੀਤਾ, ਤੇ ਮੈਂ ਵੀ ਟਕਸਾਲ ਦਾ ਕੂਕਰਾਂ ਦੇ ਸੇਵਾਦਾਰ ਹਾਂ, ਤੇ ਮੈਂ ਇੱਥੋਂ ਕਿਵੇਂ ਚਲਾ ਜਾਵਾਂ? ਮੇਰੀ ਸਰਕਾਰ ਸਮੇਂ ਦੀ ਜ਼ਾਲਮ ਸਰਕਾਰ ਚੜ੍ਹ ਕੇ ਆਈ ਹੈ ਦਰਬਾਰ ਸਾਹਿਬ ਦੇ ਉੱਤੇ, ਮਤਲਬ ਕਿ ਤੋਪਾਂ ਟੈਂਕਾਂ ਦੇ ਨਾਲ ਜੋ ਇਹ ਵਰਤਾਰਾ ਵਰਤਾ ਰਹੇ ਨੇ। ਸੋ ਇਹਨਾਂ ਦਾ ਆਪਾਂ ਆਖਰੀ ਦਮ ਤੱਕ ਸਾਹਮਣਾ ਕਰਨਾ, ਆਖਰੀ ਦਮ ਤੱਕ ਸਾਹਮਣਾ ਕਰਨਾ। ਉਹ ਬਚਨ ਉਹਨਾਂ ਨੇ ਕਹੇ ਨਹੀਂ ਪੁਗਾਏ। ਬਿਲਕੁਲ। ਤੇ ਇਹਨੇ ਨੂੰ ਮਤਲਬ ਕਿ ਇੱਕ ਤੋਪ ਦਾ ਗੋਲਾ ਮਤਲਬ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵੱਜਿਆ ਸਾਈਡ ਤੇ, ਉੱਥੇ ਖੂਹ ਹੁੰਦਾ ਸੀ। ਹੁਣ ਤੁਸੀਂ ਕਿਤੇ ਮਤਲਬ ਕਿ ਸ਼ਾਇਦ ਦੇਖਿਆ ਹੋਵੇ, ਮੈਨੂੰ ਨਹੀਂ ਪਤਾ, ਅੱਗੇ ਜਿਹੜਾ ਖੂਹ ਹੁੰਦਾ ਸੀ ਉਹ ਅਕਾਲ ਤਖ਼ਤ ਦੇ ਅੱਧਾ ਬਾਹਰ ਹੁੰਦਾ ਸੀ, ਅੱਧਾ ਅੰਦਰ ਹੁੰਦਾ ਸੀ। ਉਹ ਜਿਹੜਾ ਅੱਧਾ ਬਾਹਰ ਸੀਗਾ ਉਹਦੇ ਵਿੱਚ ਆ ਕੇ ਨਾ ਇੱਕ ਜਿਹੜਾ ਗੁੰਮਜ ਦੀ ਸਾਈਡ ਜਿਹੜੀ ਸੀ ਉਹ ਇੰਨੀ ਭਿਆਨਕ ਡਿੱਗੀ, ਮਤਲਬ ਕਿ ਇੰਨਾ ਖੜਕਾ ਹੋਇਆ। ਮੈਂ ਸੰਤਾਂ ਦੀ ਸੇਵਾ ਕਰਦੇ ਨੇ ਆਪਦਾ ਸਰੀਰ ਮਤਲਬ ਕਿ ਉਹਦੇ ਉੱਤੇ ਕਰਨ ਦਾ ਯਤਨ ਕੀਤਾ ਵੀ ਕਿਸੇ ਢੰਗ ਨਾਲ ਵੀ ਸੰਤਾਂ ਨੂੰ ਸਰੀਰ ਨੂੰ ਨਾ ਕੁਛ ਹੋਵੇ। ਸੰਤਾਂ ਨੇ ਮਤਲਬ ਕਿ ਐ ਦੋਨੇ ਪੈਰ ਜੋੜ ਕੇ ਨਾ ਮੇਰੇ ਸਰੀਰ ਨੂੰ ਭਰੇ ਤੱਕ ਕੇ ਕਹਿੰਦੇ ਕੰਜਰਾ ਕਹਿੰਦੇ ਡਰ ਗਿਆ, ਮਤਲਬ ਕਿ ਮਹਾਨੀ ਮਹਾਂਪੁਰਖੋ ਤੁਹਾਡੇ ਸਰੀਰ ਨੂੰ ਕੋਈ ਕਹਿੰਦੇ ਨਹੀਂ ਮੁਖੀ, ਮੈਨੂੰ ਮੁਖੀ ਕਰਕੇ ਸਾਰੇ ਸਿੰਘ ਜਾਣਦੇ ਨੇ, ਕਿਉਂਕਿ ਮੇਰਾ ਨਾਮ ਹੀ ਮੈਨੂੰ ਮਹਾਂਪੁਰਖਾਂ ਵੱਲੋਂ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਸੀਗੇ ਟਕਸਾਲ ਦੇ 13ਵੇਂ ਮੁਖੀ, ਉਹਨਾਂ ਦੇ ਸਮੇਂ 'ਚ ਮੈਂ ਚਲਾ ਗਿਆ ਸੀ। ਜਿਹੜੇ ਮੇਰੇ ਉਸਤਾਦ ਸੀਗੇ ਰਾਗੀ ਜਸਵੰਤ ਸਿੰਘ ਜੀ ਕੁਲਾਰ, ਜਿਨ੍ਹਾਂ ਤੋਂ ਮੈਂ ਸੰਗੀਤ ਦੀ ਵਿੱਦਿਆ ਲਈ, ਉਹਨਾਂ ਨੇ ਤੇ ਮੈਨੂੰ ਮੁਖੀ ਨਾਮ ਮਤਲਬ ਦਿੱਤਾ ਇੱਕ। ਸੋ ਮੈਨੂੰ ਸਾਰੇ ਸਿੰਘ ਮੁਖੀ ਕਰਕੇ ਮਤਲਬ ਕਿ ਬੁਲਾਉਂਦੇ ਸੀ, ਤੇ ਉਦੋਂ ਨਿਕਨੇਮ ਸੀਗਾ। ਤੇ ਮੈਨੂੰ ਕਹਿਣ ਲੱਗੇ, ਕਹਿੰਦੇ ਮੁਖੀ ਇਹ ਸਾਧ ਦੀ ਪੂਰੀ ਤੇ ਇਕੱਠ ਹੈ, ਇਹ ਲਾ ਦੇਣੀ ਹੈ। ਸਾਡੇ ਮਾਲਵੇ ਵਿੱਚ ਨਾ ਆਪਣੇ ਕਹਿੰਦੇ ਨੇ ਵੀ ਇਹ ਸਾਧ ਦੀ ਮੇਰੇ ਦੀ ਇਕੱਠ ਹੋਇਆ ਹੋਇਆ ਹੈ, ਸਾਧ ਦੀ ਪੂਰੀ ਦੀ ਇਕੱਠ ਲਾ ਦੇਣੀ ਹੈ ਇੱਥੇ, ਕਹਿੰਦੇ। ਜਾਣੀ ਇੰਨੀ ਨਿਡਰਤਾ ਸੀ, ਇੰਨੀ ਨਿਰਭੈਤਾ ਸੀ। ਤੋ ਇਹ ਉਹਨਾਂ ਦੇ ਮਨ ਵਿੱਚ ਜਿਹੜਾ ਗੁਰਬਾਣੀ ਦਾ ਸਿਮਰਨ ਸੀ ਨਾ, ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ, ਸੁਖਮਨੀ ਸਾਹਿਬ ਦਾ ਇੱਕ ਬਚਨ ਆਉਂਦਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਪਰਮੇਸ਼ਰ ਨੂੰ ਜਪਦੇ ਨੇ ਨਾ, ਉਹਨਾਂ ਨੂੰ ਕਿਸੇ ਦਾ ਭੈ ਨਹੀਂ ਰਹਿੰਦਾ। ਸਮੇਂ ਦੀਆਂ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਇਹ ਸ਼ਾਇਦ ਡਰ ਜਾਣਗੇ, ਕਿਉਂਕਿ ਇਹਨਾਂ ਨੇ ਜਰਨੈਲਾਂ ਨੇ ਕਿਹਾ ਸੀ, ਜਦੋਂ ਉਹਨਾਂ ਨੇ ਕਿਹਾ ਸੀ ਨਾ ਭਾਈ ਗੁਰਦੇਵ ਸਿੰਘ ਜਾਂ ਹੋਰ ਜਿਹੜੇ ਕੁਛ ਬੰਦਿਆਂ ਨੂੰ ਜਿਹੜੇ ਸਮੇਂ ਦੇ ਉਸ ਵੇਲੇ ਮੌਜੂਦਾ ਸੀਗੇ, ਵੀ ਉਹ ਇਹਨਾਂ ਗੱਲਾਂ ਵਿੱਚ ਡਰਨ ਵਾਲੇ, ਉਹ ਕਹਿੰਦੇ ਜਦੋਂ ਨਾ ਤੋਪਾਂ ਦੇ ਫਾਇਰ ਖੁੱਲ੍ਹਦੇ ਨੇ ਤੇ ਟੈਂਕ ਗੱਜਦੇ ਨੇ ਤੇ ਗੜਗਾਹਟ ਹੁੰਦੀ ਹੈ, ਵੱਡਾ ਸੂਰਮੇ ਦੇ ਦਿਲ ਹਿੱਲ ਜਾਂਦੇ, ਤੇ ਪਿੰਡਰਾਂ ਵਾਲਾ ਕੀ ਚੀਜ਼ ਹੈ। ਬਿਲਕੁਲ। ਇਹ ਉਹਨਾਂ ਨੇ ਗੱਲਾਂ ਲਿਖੀਆਂ ਵੀ ਨੇ ਉਹਨਾਂ ਲੋਕਾਂ ਨੇ, ਪਰ ਲੇਕਿਨ ਉਹ ਕਹਿੰਦੇ 2 ਘੰਟੇ ਦੀ ਖੇਡ ਹੈ ਤੇ 72 ਘੰਟੇ ਉਹਨਾਂ ਲੋਕਾਂ ਨੇ ਡਟ ਕੇ ਮੁਕਾਬਲਾ ਕੀਤਾ, ਜਿਹੜਾ ਇੱਕ ਏਡੀ ਵੱਡੀ। ਠੀਕ ਹੈ, ਅਸੀਂ ਉਸ ਗੱਲ ਨਾਲ ਤਾਂ ਨਹੀਂ ਉਹਨੂੰ ਕੰਪੈਰ ਕਰ ਸਕਦੇ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਚਮਕੌਰ ਦੀ ਗੜ੍ਹੀ ਦਾ ਭਾਣਾ ਵਾਪਰਿਆ। 40 ਸਿੰਘਾਂ ਨੇ ਭੁੱਖਿਆਂ ਨੇ ਉੱਥੇ ਜੰਗ ਲੜਿਆ, ਜਿਹੜੀ ਗੱਲ ਕੀਤੀ, 10 ਲੱਖ ਬੈਰੀ ਚੜ੍ਹ ਕੇ ਆਇਆ। ਤੇ ਪਰ ਲੇਕਿਨ ਉਹਦਾ ਸਿੱਖ ਹੋਣ ਦੇ, ਉਸ ਗੁਰੂ ਦੇ ਸਿੱਖ ਦੇ ਨਾਤੇ ਉਹਨਾਂ ਨੇ ਉਹਨਾਂ ਬਚਨਾਂ ਨੂੰ ਮਤਲਬ ਕਿ ਪੂਰਾ ਨਿਭਾਉਣ ਦਾ ਯਤਨ ਕੀਤਾ, ਕਿਉਂਕਿ ਕਿਤੇ ਨਾ ਕਿਤੇ ਸਰਕਮਸਟੈਂਸਸ ਦੇਖਿਆ ਜਾਵੇ ਤਾਂ ਉਦਾਂ ਦੇ ਹੀ ਕ੍ਰੀਏਟ ਹੋਏ ਪਏ ਸੀ। ਬਿਲਕੁਲ ਜੀ, ਬਿਲਕੁਲ ਉਦਾਂ ਦੀ ਹੀ ਸਿਚੁਏਸ਼ਨ ਸੀ। ਲੰਗਰ ਵਿੱਚੋਂ ਕੋਈ ਕਿਸੇ ਤਰ੍ਹਾਂ ਦਾ ਰਸਤ ਪਾਣੀ ਨਹੀਂ ਸੀ ਆ ਰਿਹਾ। ਅਸੀਂ ਸਾਰੇ ਤਕਰੀਬਨ 4 ਤੀ ਦਾ ਪ੍ਰਸ਼ਾਦਾ ਛਕਿਆ ਹੋਇਆ ਸੀਗਾ। ਸਰੋਵਰ ਦਾ ਜਲ ਵੀ ਪਵਿੱਤਰ ਕਰ ਦਿੱਤਾ ਗਿਆ ਸੀ, ਪਵਿੱਤਰ ਕਰ ਦਿੱਤਾ ਗਿਆ, ਟੈਂਕੀ ਦਾ ਪਾਣੀ ਦਾ ਤੋੜ ਦਿੱਤਾ ਗਿਆ, ਕਿਸੇ ਤਰ੍ਹਾਂ ਦਾ ਕੋਈ ਹਰ ਗੱਲ ਨੂੰ ਉਹਨਾਂ ਨੇ ਮਤਲਬ ਕਿ ਤੈਸ਼-ਨੈਸ਼ ਕੀਤਾ। ਸੋ 5 ਤਰੀਕ ਨੂੰ ਜਦੋਂ ਮਹਾਂਪੁਰਖਾਂ ਨੇ ਗੱਲ ਕਹੀ ਵੀ ਇਹ ਸਾਧ ਦੀ ਪੂਰੀ ਤੇ ਇਕੱਠ ਹੈ, ਫਿਰ ਵੀ ਪੁੱਛਿਆ ਤਰਲੋਚਨ ਸਿੰਘ, ਇੱਕ ਸਿੰਘ ਸੀ ਲੱਧੂ ਵਾਲੇ ਤੋਂ, ਉਹ ਸ਼ਹੀਦ ਹੋ ਗਿਆ। ਕਹਿੰਦੇ ਤਰਲੋਚਨ ਸਿੰਘ ਕਿੰਨਾ ਇਕੱਠ ਹੈ? ਕਹਿੰਦੇ ਮਹਾਰਾਜ ਜੀ ਵੀ ਆਪਾਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ 1.5 ਲੱਖ ਦਾ ਫੌਜ ਦਾ ਘੇਰਾ ਹੈ, ਕਿਉਂਕਿ ਉਹ ਫੌਜ ਚੋਂ ਆਏ ਸੀ, ਬੈਰਲ ਸਪਰੇਟਰ ਸੀ, ਉਹਨਾਂ ਨੂੰ ਪਤਾ ਲੱਗਦਾ ਸੀਗਾ। ਸੋ ਲੱਖਾਂ ਦੀ ਗਿਣਤੀ ਵਿੱਚ
ਤੇ ਗਿਣਤੀ ਦੇ ਸਿੰਘ ਸਾਰੇ, ਗਿਣਤੀ ਦੇ ਸਿੰਘ ਮਤਲਬ ਕਿ ਵੱਧ ਤੋਂ ਵੱਧ ਤੁਸੀਂ 100 150 200 ਲਾ ਲਓ, ਤੇ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਸਿੰਘ ਸਨ। ਫਿਰ ਨਵੇਂ ਤੋਂ ਨਵੇਂ ਹਥਿਆਰ ਉਹਨਾਂ ਕੋਲੇ, ਤੇ ਉਲਟਾ ਬਦਨਾਮ ਕਰ ਰਹੇ ਨੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਵੀ ਉਹਨਾਂ ਕੋਲੇ ਮਤਲਬ ਕਿ ਵੀ ਜਿਹੜੇ ਹਥਿਆਰ ਸੀ ਗੱਲਬਾਤ ਸੀਗੇ। ਤੇ ਲੇਕਿਨ ਉਹਨਾਂ ਦੇ ਹੌਸਲੇ ਬੁਲੰਦ ਸੀ, ਜਿਹੜੇ ਹੌਸਲੇ ਸੀ ਨਾ ਉਹ ਸਾਰੇ ਸਿੰਘਾਂ ਦੇ, ਉਹ ਇਹ ਜਿਹੜੇ ਸਮੇਂ ਦੀਆਂ ਸਾਰੇ ਸਿੰਘ ਜਿੰਨੇ ਵੀ ਉਸ ਵੇਲੇ ਸੀਗੇ ਉਹ ਸ਼ਹਾਦਤਾਂ ਦੇਣ ਵਾਲੇ ਸੀ, ਲਿਖਣ ਵਾਲੇ ਨਹੀਂ ਸੀਗੇ। ਸੋ ਉਹ ਮਤਲਬ ਕਿ ਇਹ 5 ਤਰੀਕ ਨੂੰ ਫਿਰ ਰਾਤ ਨੂੰ ਜੀ ਤਕਰੀਬਨ ਕੋਈ 10:30 ਵਜੇ ਨਾਲ ਨਾ 9:30 10 ਵਜੇ ਦੇ ਕਰੀਬ ਫਿਰ ਉਹਨਾਂ ਨੇ ਪੈਰਾਮਿਲਟਰੀ ਨੇ ਹਮਲਾ ਕੀਤਾ, ਪੂਰਾ ਜ਼ਬਰਦਸਤ। ਕਮਾਂਡੋ ਵੀ ਦੂਜੇ ਸਾਰੇ ਜਿਹੜੇ ਸੀਗੇ ਉਹ ਵੀ ਪਛਾੜ ਦਿੱਤੇ ਸਾਰੇ ਸਿੰਘਾਂ ਨੇ। ਫਿਰ ਉਸ ਤੋਂ ਬਾਅਦ ਟੈਂਕ ਇਹਨਾਂ ਨੇ ਲਿਆਂਦੇ, ਜਨਰਲ ਸ਼ਬੇਸ਼ ਸਿੰਘ ਨੇ ਉਹਨਾਂ ਦਾ ਵੀ ਮੁਕਾਬਲਾ ਕੀਤਾ। 12:30 1 ਸਵਾ 1 ਵਜੇ 1:30 12:30 ਇੱਥੇ 1:30 2 ਵਜੇ ਆਪਣਾ 1:30 2 ਵਜੇ ਦੇ ਵਿੱਚ ਦਰਮਿਆਨ ਸਮਾਂ ਇੰਨਾ ਕੁ ਹੋਣਾ ਤਾਂ ਜਨਰਲ ਸ਼ਬੇਸ਼ ਸਿੰਘ ਨੂੰ ਗੋਲੀ ਲੱਗ ਗਈ ਸੀ, ਬਰਸਟ ਵੱਜ ਗਿਆ ਸੀਗਾ। ਉਹਨਾਂ ਨੇ ਹੁਣ ਦੇਖੋ ਸਮੇਂ ਦੇ ਦੇਸ਼ ਦੀ ਫੌਜ ਦਾ ਜਰਨਲ ਹੋਵੇ, ਉਹਦੇ ਨਾਲ ਇਨਸਾਫ ਨਹੀਂ ਹੋਇਆ। ਉਹਦੀ ਹਿਸਟਰੀ ਪੜ੍ਹੋ ਤੁਸੀਂ ਸਾਰੀ, ਬਿਲਕੁਲ ਸਾਨੂੰ ਸਾਰਾ ਪਤਾ ਉਸ ਗੱਲ ਦਾ ਜੀ। ਬਿਲਕੁਲ ਉਹ ਆਪਦਾ ਹੱਕ ਮੰਗਦਾ ਰਿਹਾ, ਹੱਕ ਮੰਗਦਾ ਰਿਹਾ, ਮਤਲਬ ਵੀ ਮੈਨੂੰ ਹੱਕ ਦਿਓ। ਬੰਗਲਾਦੇਸ਼ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ ਸੀ, ਜਿੱਤ ਪ੍ਰਾਪਤ ਕਰਨ ਤੋਂ ਬਾਵਜੂਦ ਵੀ ਉਹਨਾਂ ਦਾ ਹੱਕ ਉਹਨਾਂ ਨੂੰ ਨਹੀਂ ਦਿੱਤਾ ਗਿਆ ਤੇ ਉੱਥੋਂ ਦਿਲ ਟੁੱਟਿਆ। ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਜੌਂਗਾ ਵੀ ਜੌਂਗਾ ਕਹਿੰਦੇ ਜੀ ਇਹਨਾਂ ਨੇ ਮਤਲਬ ਕਿ ਜੀ ਇਹ ਗਲਤੀ ਕੀਤੀ ਹੈ, ਦਿੱਤਾ ਕਿਸੇ ਨੂੰ ਰਿਸ਼ਤੇਦਾਰ ਨੂੰ, ਮਤਲਬ ਕਿ ਇੱਕ ਛੋਟਾ ਜਿਹਾ ਇਲਜ਼ਾਮ ਲਾ ਕੇ ਉਸ ਬੰਦੇ ਨੂੰ ਬਦਨਾਮ ਕਰਨ ਦਾ ਪੂਰਾ ਯਤਨ ਕੀਤਾ ਇਹਨਾਂ ਲੋਕਾਂ ਨੇ। ਤੇ ਉਸ ਬੰਦੇ ਨੇ ਮੁਕਤੀਬਾਨੀ ਫੌਜ ਬਣਾ ਕੇ ਦੇਸ਼ ਨੂੰ ਮਤਲਬ ਕਿ ਏਡਾ ਵੱਡਾ ਉਹਨਾਂ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਦਾ ਇੰਨਾ ਵੱਡਾ ਕਾਰਾ ਕੀਤਾ ਸੀਗਾ। ਉਹਨਾਂ ਨੂੰ ਜਦੋਂ ਮਤਲਬ ਗੋਲੀ ਵੱਜ ਗਈ, ਬਰਸਟ ਵੱਜ ਗਿਆ, ਉਹਨਾਂ ਆਪਣਾ ਹਥਿਆਰ ਵੀ ਉਹਨਾਂ ਕੋਲੇ ਸੀਗਾ ਤੇ ਉਹ ਸਿੰਘ ਨੂੰ ਕਹਿੰਦੇ ਵੀ ਮੈਨੂੰ ਉੱਥੇ ਲੈ ਕੇ ਜਾ, ਸੰਤਾਂ ਕੋਲ ਲਿਆਂਦਾ। ਉਹ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡਾ ਹੁਕਮ ਪੂਰਾ ਕਰ ਆਇਆ ਤੇ ਮੈਂ ਹਥਿਆਰ ਵੀ ਸੁੱਟ ਕੇ ਨਹੀਂ ਆਇਆ। ਮਹਾਂਪੁਰਖਾਂ ਨੇ ਉਹ ਗੱਲ ਕਹਿੰਦੇ ਜਨਰਲ ਸਾਹਿਬ ਸਮਾਂ ਅੱਗੇ ਪਿੱਛੇ ਹੋ ਸਕਦਾ, ਤੁਹਾਡੇ ਮਗਰੇ ਆਏ, ਤੁਹਾਡੀ ਸੇਵਾ ਕਬੂਲ ਹੈ, ਪ੍ਰਮਾਣ ਹੈ। ਤੇ ਇੰਨੇ ਨੂੰ ਬਸ ਉਹਨੂੰ ਲਟਕਾ ਪਾ ਦਿੱਤਾ ਥੱਲੇ ਤੇ ਕੁਝ ਮਤਲਬ ਕਿ ਸਕਿੰਟਾਂ ਵਿੱਚ ਉਹਦੇ ਸਵਾਸ ਪੂਰੇ ਹੋ ਗਏ। ਉਸ ਵੇਲੇ ਸੰਤਾਂ ਨੇ ਗੱਲ ਕਹੀ, ਕਹਿਣ ਲੱਗੇ ਸਿੰਘੋ ਜਿਸ ਦੇਸ਼ ਲਈ ਜਨਰਲ ਸਾਹਿਬ ਲੜਦੇ ਮਰਦੇ ਰਹੇ, ਅੱਜ ਉਸੇ ਦੇਸ਼ ਦੇ ਫੌਜੀ ਸਿਪਾਹੀਆਂ ਵੱਲੋਂ ਇਹਨਾਂ ਨੂੰ ਸ਼ਹਾਦਤ ਜਾਮ ਪੀਣਾ ਪਿਆ। ਮਤਲਬ ਕਿ ਏਡੀ ਵੱਡੀ ਗੱਲ ਜਿਹੜੀ ਸੀਗੀ, ਬਹੁਤ ਉਹ ਕਹਿਣੀ ਵਰਣਨ ਕਰਨੀ ਬਹੁਤ ਔਖੀ। ਜਿਸ ਫੌਜ ਦਾ ਆਗੂ ਕਦੀ ਰਿਹਾ ਹੋਵੇ ਉਹ ਸਿਪਾਹੀ ਉਸੇ ਫੌਜ ਦੇ ਹੱਥੋਂ ਮਾਰਿਆ ਜਾਵੇ, ਕਿੱਡੀ ਨਮੋਸ਼ੀ ਵਾਲੀ ਗੱਲ ਹੈ, ਕਿੱਡੀ ਕਲੰਕਤ ਗੱਲ ਹੈ ਮਤਲਬ ਕਿ ਇਹਨਾਂ ਲੋਕਾਂ ਦੇ ਦੇਸ਼ ਲਈ ਸੀ। ਉਸ ਤੋਂ ਬਾਅਦ ਮਤਲਬ ਕਿ ਬਹੁਤ ਭਿਆਨਕ ਸਾਰੀ ਲੜਾਈ ਚੱਲਦੀ ਰਹੀ। ਸਵੇਰ ਦੇ ਤਕਰੀਬਨ ਕੋਈ 6 ਵਜ ਗਏ, 6 ਜੂਨ ਨੂੰ ਸਵੇਰ ਦੇ 6 ਵਜੇ ਨੇ। ਉਸ ਵੇਲੇ ਸੰਤਾਂ ਨੇ ਆਪਣੀ ਕਿਰਿਆ ਕੀਤੀ ਹੈ ਆ ਕੇ, ਮਤਲਬ ਕਿ ਕਿਉਂ ਖਾਧਾ ਪੀਤਾ ਤਾਂ ਕੁਛ ਹੀ ਨਹੀਂ ਸੀਗਾ, ਪਰ ਲੇਕਿਨ ਜੋ ਸੀ ਕਿਰਿਆ ਕਰਨ ਤੋਂ ਬਾਅਦ ਫਿਰ ਸਿੰਘਾਂ ਨੇ ਪੁੱਛਿਆ ਵੀ ਸਿੰਘੋ ਕਰਫਿਊ ਕਿੰਨੇ ਵਜੇ ਤੱਕ? ਕਹਿੰਦੇ ਜੀ 6 ਵਜੇ ਤੱਕ ਸੀਗਾ, ਖਬਰਾਂ ਸੁਣੀਆਂ 9 ਵਜੇ ਤੱਕ ਕਰ ਦਿੱਤਾ। ਕਹਿੰਦੇ ਚਲੋ 9 ਵਜੇ ਬਾਹਰ ਆਵਾਂਗੇ। ਥੱਲੇ ਫਿਰ ਪੂਰੇ ਚਲੇ ਗਏ ਨੇ ਸਿੰਘ ਆਪੋ ਆਪਣੀ। ਉਸ ਦਿਨ ਪ੍ਰੀਤ ਜੀ ਮੈਂ ਜਿਹੜਾ ਇਤਿਹਾਸ ਵਿੱਚ ਸੁਣਦਾ ਪੜ੍ਹਦਾ ਸੀ ਵੀ ਸਿੰਘਾਂ ਨੇ ਮੌਤ ਨੂੰ ਮਖੌਲ ਕੀਤੇ ਨੇ। ਇਹ ਤਕਰੀਬਨ ਅੱਜ ਕਈ ਤਾਂ ਜਿਹੜੇ ਸਾਡੇ ਪ੍ਰਚਾਰਕ ਵੀ ਨੇ ਨਾ, ਜਿਹੜੇ ਮਤਲਬ ਕਿ ਲਾਣੇ, ਉਹ ਵੀ ਇਸ ਗੱਲ ਨੂੰ ਮਤਲਬ ਕਿ ਝੁਠਲਾ ਰਹੇ ਨੇ ਜੀ, ਨਹੀਂ ਇਹ ਹੋ ਨਹੀਂ ਸਕਦਾ ਜੀ। ਅੱਜ ਕੱਲ੍ਹ ਦੇ ਪ੍ਰਚਾਰਕਾਂ ਨੂੰ ਤਾਂ ਪ੍ਰਚਾਰਕ ਤੁਸੀਂ ਕਹਿ ਹੀ ਨਹੀਂ ਸਕਦੇ, ਉਹਨਾਂ ਨੂੰ ਤਾਂ ਇੱਕ ਦੂਜੇ ਉੱਤੇ ਛਿੱਟਾਕਸ਼ੀ ਕਰਨ ਤੋਂ ਇਲਾਵਾ ਫੁਰਸਤ ਹੀ ਨਹੀਂ ਹੈ। ਪ੍ਰਚਾਰ ਤਾਂ ਬਹੁਤ ਦੂਰ ਦੀ ਗੱਲ ਹੈ। ਅਸਲ ਪ੍ਰਚਾਰਕ ਤਾਂ ਬਹੁਤ ਘੱਟ ਰਹਿ ਗਏ ਨੇ ਜਿਹੜੇ ਦਿਲੋਂ ਪ੍ਰਚਾਰ ਕਰਦੇ ਨੇ। ਇਸ ਕਰਕੇ ਅੱਜ ਕੱਲ੍ਹ ਦੇ ਪ੍ਰਚਾਰਕਾਂ ਨੂੰ ਤਾਂ ਤੁਸੀਂ ਛੱਡ ਹੀ ਦਿਓ। ਮਤਲਬ ਜੋ ਉਹਨਾਂ ਨੇ ਸ਼ੰਕਾ, ਉਹਨਾਂ ਨੇ ਮਤਲਬ ਕਿ ਇਸ ਚੀਜ਼ ਦੀ ਜਿਹੜੀ ਘਿਰਣਤਾ ਪੈਦਾ ਕਰਨੀ, ਮਤਲਬ ਕਿ ਸ਼ੰਕੇ ਖੜੇ ਕਰਨੇ ਵੀ ਇਹ ਆਈ ਨਹੀਂ ਹੋ ਸਕਦਾ, ਇਹ ਆਈ ਨਹੀਂ ਹੋ ਸਕਦਾ ਜੀ। ਪਰ ਲੇਕਿਨ ਮੈਂ ਉਹਦੇ ਅੱਖੀਂ ਵੇਖਿਆ ਸਾਰਾ ਕੁਛ, ਜੋ ਹੀ ਸੁਣਦੇ ਸੀ ਵੀ ਬਾਬਾ ਦੀਪ ਸਿੰਘ ਨੇ, ਜੋ ਢਾਡੀ ਸਿੰਘ ਪ੍ਰਚਾਰਕ ਸਿੰਘ ਸੁਣਾਉਂਦੇ ਨੇ ਕਿ ਉਹਨਾਂ ਨੇ ਮੌਤ ਨੇ ਕਿ ਵੀ ਮੈਂ ਅਰਦਾਸ ਕੀਤੀ, ਮੈਂ ਦਰਬਾਰ ਸਾਹਿਬ ਜਾਣਾ, ਕਿ ਤੈਨੂੰ ਬਾਬਾ ਤੂੰ ਕਿਵੇਂ ਚਲਾ ਜਾਵੇਗਾ ਉੱਥੇ, ਤੈਨੂੰ ਨਹੀਂ ਜਾਣ ਦੇਵਾਂਗੀ ਮੈਂ। ਤੇ ਜਦੋਂ ਕਹਿੰਦੇ ਚੱਬੇ ਦੀ ਧਰਤੀ ਤੇ ਸ਼ਹਾਦਤ ਜਾਮ ਪੀਤਾ ਬਾਬਾ ਦੀਪ ਸਿੰਘ ਨੇ, ਤੇ ਮਤਲਬ ਕਿ ਉਸ ਵੇਲੇ ਕਹਿੰਦੇ ਮੌਤ ਨੇ ਕਿਹਾ ਵੀ ਤੂੰ ਤੇਰੀ ਅਰਦਾਸ ਕਿੱਥੇ? ਕਹਿੰਦੇ ਸਿੰਘ ਦਾ ਕੀ ਵਿਗੜਿਆ? ਮਤਲਬ ਕਿ ਉਹਨਾਂ ਨੇ ਰੱਖ ਕੇ ਤਲੀ ਸੀਸ ਤੇ ਲੜਾਈ ਕੀਤੀ। ਸੋ ਇਸ ਤਰ੍ਹਾਂ ਮੈਂ ਉਹ 6 ਜੂਨ ਨੂੰ ਆਪਦੇ ਅੱਖੀਂ ਵੇਖਿਆ। ਸੰਤਾਂ ਦਾ ਵੱਡਾ ਭਰਾ
ਜਿਹਨੂੰ ਅਸੀਂ ਬਾਪੂ ਜੀ ਕਹਿੰਦੇ ਸੀ, ਜੰਗੀਰ ਸਿੰਘ, ਭਾਈ ਜਸਵੀਰ ਸਿੰਘ ਤੇ ਭਾਈ ਸਵਰਨ ਸਿੰਘ ਜਿਹੜੇ ਸੀ ਸ਼ਹੀਦ ਹੋ ਗਏ, ਭਾਈ ਸਵਰਨ ਸਿੰਘ, ਉਹਨਾਂ ਦਾ ਵੱਡਾ ਭਰਾ ਭਾਈ ਜਸਵੀਰ ਸਿੰਘ ਰੋਡੇ। ਸੋ ਉਹਨਾਂ ਦੇ ਪਿਤਾ ਜੀ ਸੰਤਾਂ ਦੇ ਵੱਡੇ ਭਰਾ ਸੀ, ਸੰਤ 7 ਭਰਾ ਸੀਗੇ ਜੀ। ਤੇ ਭਾਈ ਜੰਗੀਰ ਸਿੰਘ ਨਵਾਂ ਚੋਲਾ ਪਾ ਰਿਹਾ, ਗਾਤਰੇ ਵਿੱਚ ਨਵਾਂ ਗਾਤਰਾ ਕਿਰਪਾਨ ਚ ਪਾ ਰਿਹਾ ਤੇ ਨਵੀਂ ਦਸਤਾਰ ਬੰਨ੍ਹ ਰਿਹਾ। ਮੈਂ ਪੁੱਛਿਆ ਬਾਪੂ ਕੀ ਕਰਦਾ? ਕਹਿੰਦਾ ਤੈਨੂੰ ਨਹੀਂ ਪਤਾ? ਮਹਾਂ ਨਹੀਂ ਬਾਪੂ ਫਿਰ ਦੱਸ। ਕਹਿੰਦਾ ਬਰਾਤ ਚੜ੍ਹਨੀ ਹੈ, ਜੰਨ ਚੜ੍ਹਨੀ ਹੈ। ਹਾਂ ਤਾਂ ਮੈਂ ਸੰਤਾਂ ਤੋਂ ਵੱਡਾ, ਆਪਣੇ ਮਾਮਲੇ ਵਿੱਚ ਕਹਿੰਦਾ ਗੱਲ ਦੀ ਛੋਟਾ ਭਰਾ ਸਰਵਾਲਾ ਬਣਦਾ ਹੁੰਦਾ ਜਦੋਂ ਮੁੰਡਾ ਵਿਆਹੁਣ ਜਾਂਦਾ ਹੈ, ਪਰ ਹਾਂ ਤਾਂ ਮੈਂ ਸੰਤਾਂ ਤੋਂ ਵੱਡਾ, ਪਰ ਸਰਵਾਲਾ ਮੈਂ ਬਣਨਾ, ਮੈਂ ਬਣਨਾ ਸਰ। ਮਤਲਬ ਕਿ ਉਸ ਗੱਲ ਨੂੰ ਮੈਂ ਅੱਜ ਵੀ ਸੋਚਦਾ ਨਾ, ਕਿੰਨਾ ਉਹਦੇ ਵਿੱਚ ਉਹ ਸੀਗਾ। ਤੇ ਫਿਰ ਕਹਿੰਦੇ ਮੈਨੂੰ ਕਿ ਤੈਨੂੰ ਜੰਨ ਚੜ੍ਹਨਾ? ਮੈਂ ਵੀ ਚੜ੍ਹਨਾ, ਤੁਹਾਡੇ ਨਾਲ ਹੀ ਹਾਂ। ਮੈਂ ਫਿਰ ਉਸ ਤੋਂ ਬਾਅਦ ਭਾਈ ਮੁਕਤਾ ਜੀ, ਹਰਚਰਨ ਸਿੰਘ ਮੁਕਤਾ, ਆਪਣੇ ਇੱਥੇ ਫਿਰ ਆਪਣਾ ਪਟਿਆਲੇ ਜ਼ਿਲ੍ਹੇ ਦੇ ਨੇ, ਉਹ ਸ਼ਹੀਦ ਹੋ ਗਏ ਹੁਣ ਤਾਂ। ਉਹਨਾਂ ਨੇ ਬਾਲਟੀ ਪਾਈ ਹੋਈ, ਮੈਨੂੰ ਕਹਿਣ ਲੱਗੇ ਮੁਖੀ ਮਹਾ ਮੁਕਤਾ ਜੀ ਤੁਸੀਂ ਬਾਲਟੀ ਪਾ ਲਈ, ਕਹਿੰਦੇ ਆਪਾਂ ਨੇ ਸ਼ਹੀਦ ਹੋ ਜਾਣਾ। ਤੇ ਜਦੋਂ ਗੋਲੀਆਂ ਵੱਜਣੀਆਂ ਨੇ, ਸਮੇਂ ਦੀ ਸਰਕਾਰ ਦੇ ਮਿਲਟਰੀ ਨੇ ਆਪਾਂ ਨੂੰ ਮਤਲਬ ਕਿ ਉਹਨਾਂ ਨਾਲ ਮੁਕਾਬਲਾ ਨਾਲ ਗੋਲੀਆਂ ਵੱਜਣੀਆਂ ਨੇ, ਉਹਨਾਂ ਨੂੰ ਕਿਤੇ ਭੁਲੇਖਾ ਨਾ ਪਵੇ ਮੁਕਤਾ ਕਿੱਥੇ ਹੈ। ਜਦੋਂ ਬਾਲਟੀ ਲਾਉਣਗੇ ਨਾ ਤੁਹਾਨੂੰ ਪਤਾ ਲੱਗ ਵੀ ਹਰਚਰਨ ਸਿੰਘ ਮੁਕਤਾ ਪਿਆ। ਮਤਲਬ ਕਿ ਮੌਤ ਨੂੰ ਜਿਹੜਾ ਸੁਣਦੇ ਵੀ ਮਖੌਲ ਕਰਨਾ ਵੀ ਉਹ ਤੋਂ ਕੋਈ ਪੈਪਾ ਉਹਨਾਂ ਦੀ ਡਰ ਨਹੀਂ, ਕੋਈ ਡਰ ਨਹੀਂ, ਪਤਾ ਸੀ ਕਿ ਹੁਣ ਹੋਣਾ ਸਭ ਕੁਝ, ਹੁਣ ਜਾਨ ਦੇਣੀ ਹੈ। ਹਾਂਜੀ, ਤੇ ਦੇਣੀ ਹੈ ਬਿਲਕੁਲ ਸ਼ਰੇਆਮ। ਮਤਲਬ ਫਿਰ ਭਾਈ ਅਜੈਬ ਸਿੰਘ ਵਿਆਸੀ ਜੀ ਸੀਗੇ, ਜਿਹੜੇ ਮਤਲਬ ਕਿ ਮਹਿਤੀ ਤੁਸੀਂ ਡਰਾਈਵਰੀ ਜਦ ਸੰਗਤ ਕਰਦੇ ਹੁੰਦੇ ਸੀਗੇ, ਬੜੀ ਚੜ੍ਹਦੀ ਕਲਾ ਵਿੱਚ। ਸੋ ਮੇਰਾ ਕਹਿਣ ਤੋਂ ਭਾਵੇਂ ਉਹ ਸਾਰਾ ਪ੍ਰਤੱਖ ਉੱਤੇ ਸੀਨ ਦੇਖਿਆ। 8:30 ਵਜੇ ਦੇ ਕਰੀਬ ਫਿਰ ਭਾਈ ਗੁਰਮੁਖ ਸਿੰਘ, ਜਿਹੜਾ ਸੰਤਾਂ ਦਾ ਮਤਲਬ ਕਿ ਗੜਵਈ ਸੀ ਸਿੰਘ, ਉਹਨੇ ਆ ਕੇ ਕਿਹਾ ਕਿ ਮਹਾਂਪੁਰਖੋ ਸ਼ਸਤਰਾਂ ਵਾਲੀ ਪਾਲਕੀ ਉਡਾ ਦਿੱਤੀ। ਦੇਖੋ ਜਿੱਥੇ ਸ਼ਸਤਰ ਮਹਾਰਾਜ ਜੀ ਪਾਤਸ਼ਾਹ ਦੇ ਪਏ ਨੇ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੀ, ਬਾਬਾ ਦੀਪ ਸਿੰਘ ਜੀ ਦੇ ਵੀ, ਤੇ ਭਾਈ ਮਹਾਰਾਜਾ ਰਣਜੀਤ ਸਿੰਘ, ਕੁਛ ਸ਼ਸਤਰ ਤੇ ਇਤਿਹਾਸਿਕ ਸ਼ਸਤਰ ਪਏ ਨੇ ਉੱਥੇ। ਉਹ ਸਾਰੀ ਪਾਲਕੀ ਜਿਹੜੀ ਜਿੱਥੇ ਮਹਾਰਾਜ ਜੀ ਪਾਤਸ਼ਾਹ ਬਹਿ ਕੇ ਹੁਕਮਨਾਮਾ ਜਾਰੀ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਜਗ੍ਹਾ ਉਹ ਹੈ, ਉਹ ਪਾਲਕੀ ਉਡਾ ਦਿੱਤੀ ਗਈ। ਸੰਤ ਫਿਰ ਇੱਕਦਮ ਵੀ ਰਸ ਵਿੱਚ ਬਹੁਤ ਕਹਿੰਦੇ ਸਿੰਘੋ ਚਲੋ ਚੱਲੀਏ, ਮਤਲਬ ਕਿ ਵੀ ਸ਼ਹਾਦਤ ਦਾ ਹੁਣ ਸਾਹਮਣੇ ਸਨਮੁਖ ਹੋ ਜਾਵੇ, ਆਪਾਂ ਹੁਣ ਜੂਝਣਾ ਹੈ। ਹੁਣ ਫਿਰ ਉੱਥੋਂ ਚੱਲੇ ਨੇ, ਤਕਰੀਬਨ ਕੋਈ 60-65 ਸਿੰਘ ਅਸੀਂ ਉੱਥੇ ਉਸ ਵੇਲੇ ਇਕੱਠੇ ਸੀ, ਕਿਉਂਕਿ ਜਿਵੇਂ ਜਿਵੇਂ ਮੋਰਚੇ ਟੁੱਟਦੇ ਗਏ ਉਹ ਸਿੰਘ ਇਕੱਠੇ ਹੁੰਦੇ ਗਏ, ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਗਏ। ਸਵੇਰ ਦਾ ਸਮਾਂ 6 ਜੂਨ ਦਾ 8:30 ਵਜੇ ਫਿਰ ਸੰਤ ਜਦੋਂ ਬਾਹਰ ਆਏ ਤਾਂ ਉਸ ਵੇਲੇ ਭਾਈ ਕਾਬਲ ਸਿੰਘ ਨੂੰ ਸੰਤਾਂ ਨੇ ਕਿਹਾ। ਕਾਬਲ ਸਿੰਘ ਉਹ ਸਿੰਘ ਸੀ ਜਿਹਦੀ ਆਪਾਂ ਪਹਿਲਾਂ ਵਿਚਾਰ ਕਰਕੇ ਹਟੇ, ਜਿਹੜਾ ਨਿਰੰਕਾਰੀਆਂ ਨੂੰ ਭਾਈ ਰਣਜੀਤ ਸਿੰਘ ਦੇ ਨਾਲ ਜੀ ਨੇ ਗੱਡੀ ਚੜਾਇਆ ਸੀਗਾ। ਉਹ ਕਾਬਲ ਸਿੰਘ ਨੂੰ ਨਿਰੰਤਰ ਸਿੰਘ ਕਹਿੰਦੇ ਸੀ ਉਹ ਸਿੰਘ ਜੀ। ਉਹਨੂੰ ਸੰਤ ਕਹਿੰਦੇ ਗਾਹਾਂ ਜਾ ਕੇ ਸੋਨਾ ਨਾ ਮੰਗ ਲਈ, ਸੋਨੇ ਨਾਲ ਤੋਲਣਾ ਸੀ ਨਾ, ਕਹਿੰਦੇ ਗਾਹਾਂ ਜਾ ਕੇ ਸੋਨਾ ਨਾ ਮੰਗ ਲਈ। ਉਹ ਕਹਿੰਦਾ ਨਹੀਂ ਮਹਾਂਪੁਰਖੋ ਮੈਨੂੰ ਨਾਲ ਰੱਖਿਓ। ਪ੍ਰੀਤ ਜੀ ਇੱਕ ਗੱਲ ਮੈਂ ਤੁਹਾਨੂੰ ਇਸ ਗੱਲ ਦੀ ਕਲੀਅਰ ਕਰਨੀ ਚਾਹੁੰਦਾ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਤਹੀਆ ਕਰ ਲਿਆ ਸੀ, ਪਰਪੱਕ ਬਚਨ ਕਰ ਲਿਆ ਸੀ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਭਾਦੋਂ ਦੇ ਸੰਗਰਾਂਦ ਵਾਲੇ ਦਿਨ ਹੁੰਦੀ ਹੈ 16 ਅਗਸਤ ਨੂੰ, ਵੀ ਉਸ ਦਿਨ ਭਾਈ ਰਣਜੀਤ ਸਿੰਘ ਜਿਹੜੇ ਜੇਲ੍ਹ 'ਚ ਬੈਠੇ ਨੇ ਉਹਨਾਂ ਦਾ ਵਜਨ ਉੱਥੋਂ ਮੰਗਾ ਲੈਣਾ ਤੇ ਭਾਈ ਕਾਬਲ ਸਿੰਘ ਦਾ ਵਜਨ ਕਰਕੇ ਤੇ ਸੋਨਾ ਦੇ ਦੇਣਾ। ਤੇ ਸੰਗਤ ਨੂੰ ਬੇਨਤੀ ਕੀਤੀ, ਸੰਗਤ ਨੇ ਸੋਨਾ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ, ਜਿਹਦੀ ਮਿਸਾਲ ਮੈਂ ਤੁਹਾਨੂੰ ਆਪਣੀ ਅੱਖੀਂ ਵੇਖੀ। ਭਾਈ ਦਲਵੀਰ ਸਿੰਘ ਜੀ ਵਿਆਸੀ ਬੰਬੇ ਦੀ ਸੰਗਤ ਆਈ, ਉਹਨਾਂ ਨੂੰ ਬੇਨਤੀ ਕੀਤੀ ਸੰਗਤ ਜੀ ਵੀ ਮਹਾਂਪੁਰਖਾਂ ਨੇ ਇਉਂ ਇੱਕ ਵਿਚਾਰ ਸ਼ੁਰੂ ਕੀਤੇ ਵੀ ਸਿੰਘਾਂ ਨੂੰ ਤੋਲਣਾ ਹੀ ਤੋਲਣਾ ਹੈ, ਵੀ ਤੁਸੀਂ ਆਪਦੀ ਸੇਵਾ। ਉਹਨਾਂ ਨੇ ਕਿ ਜਿੰਨੀਆਂ ਬੀਬੀਆਂ ਸੀ ਉਹਨਾਂ ਨੇ ਆਪਣੇ ਗਹਿਣੇ, ਕੁਝ ਸਿੰਘਾਂ ਨੇ ਆਪਣੀ ਮਾਇਆ ਦਿੱਤੀ। ਪ੍ਰਚਾਰ ਤਾਂ ਇਹ ਕੀਤਾ ਜਾ ਰਿਹਾ ਨਾ ਵੀ ਜੀ ਸੰਤਾਂ ਦਾ ਬੰਦੇ ਨਾਲ ਲੁਟੇਰੇ ਸੀ ਜੀ, ਉਹ ਐਂ ਮਤਲਬ ਕਿ ਡਾਕੇ ਮਾਰਦਿਆਂ ਕਰਦੇ ਸੀ, ਜਦ ਕਿ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਬੰਦਾ ਸਿੱਧ ਕਰ ਦੇਵੇ। ਅੱਜ ਮਤਲਬ ਕਿ ਪ੍ਰਚਾਰ ਜਿਹੜਾ ਨਾ ਮਤਲਬ ਕਿ ਵੀ ਇੰਨਾ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ, ਇੰਨਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਉਸ ਮਹਾਂਪੁਰਸ਼ ਦੇ ਅਗੇਂਸਟ, ਜਿਹੜੇ ਆਪਦੇ ਆਪ ਨੂੰ ਕਹਾਉਂਦੇ ਵੀ ਸਿੱਖ ਨੇ। ਇੱਕ ਨਵੀਂ ਮੈਂ ਕੈਸਟ ਸੁਣੀ ਭਾਈ ਆਪਣਾ ਉਹਦੀ ਸੁਰਿੰਦਰ ਸਿੰਘ ਸੋਢੀ ਬਾਰੇ, ਵੀ ਉਹ ਆਏ ਸੀ ਜੀ, ਉਹਦਾ ਆਇਆ ਜੀਵਨ ਇੰਨਾ ਗਿਰਿਆ ਸੀ,
ਉਹ ਤੁਰਕਾਂ ਦੀ ਇੱਕ ਪਾਰਟੀ ਸੀ, ਉਹਦੇ ਵਿੱਚ ਉਹ ਸਾਰਾ ਝੂਠ ਨਿਰਾ ਬੋਲ ਰਿਹਾ ਉਹ ਬੰਦਾ, ਕੂੜ ਬਿਲਕੁਲ ਸਾਰੀ ਗੱਲ ਕਰ ਰਿਹਾ ਉਹ, ਜਦ ਕਿ ਸੱਚਾਈ ਤੋਂ ਕੋਹਾਂ ਦੂਰ ਉਹ ਗੱਲਾਂ ਨੇ। ਠੀਕ ਹੈ, ਤੁਰਕਾਂ ਦੀ ਇੱਕ ਪਾਰਟੀ ਤੇ ਸੀਗੀ ਜ਼ਰੂਰ, ਭਾਈ ਸੁਰਿੰਦਰ ਸਿੰਘ ਤੇ ਸੋਢੀ ਦਾ ਤੇ ਸ਼ਿੰਦੇ ਦਾ ਉਸ ਦੀ ਪ੍ਰੇਮ ਵੀ ਸੀਗਾ, ਪਰ ਲੇਕਿਨ ਜਿਹੜਾ ਉਹ 'ਤੇ ਇਲਜ਼ਾਮ ਲਾਇਆ ਜਾ ਰਿਹਾ ਬਿਲਕੁਲ ਨਿਰਮੂਲ ਹੋਇਆ। ਕਿਤੇ ਆਪਾਂ ਫੇਰ ਕਿਤੇ ਚੀਜ਼ ਦੇ ਬਾਰੇ ਵਿਚਾਰ ਕਰਾਂਗੇ। ਕਰਮ ਇੱਥੇ ਹੀ ਨੇ ਬਾਬਾ ਜੀ, ਕਿਉਂਕਿ ਹਰ ਇਨਸਾਨ ਆਪਣੇ ਕਰਮ ਭੋਗ ਕੇ ਹੀ ਜਾਊਗਾ। ਜਿਹੜੇ ਅੱਜ ਦੀ ਡੇਟ ਦੇ ਵਿੱਚ ਕੂੜ ਪ੍ਰਚਾਰ ਕਰ ਰਹੇ ਨੇ ਨਾ, ਜਾਂ ਜਿਹੜੇ ਸੰਤ ਮਹਾਂਪੁਰਖਾਂ ਵਾਸਤੇ ਜਾਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਤਾਂ ਵਾਸਤੇ ਗਲਤ ਕੂੜ ਪ੍ਰਚਾਰ ਕਰਕੇ ਆਉਣ ਵਾਲੀ ਜਵਾਨ ਪੀੜ੍ਹੀ ਨੂੰ, ਨਵੀਂ ਪੀੜ੍ਹੀ ਨੂੰ ਵੀ ਕੁਰਾਹੇ ਪਾ ਰਹੇ ਨੇ, ਉਹਨਾਂ ਨੂੰ ਉਹ ਚੀਜ਼ਾਂ ਭੋਗਣੀਆਂ ਪੈਣਗੀਆਂ, ਬਿਨਾਂ ਭੋਗੇ ਉਹ ਨਹੀਂ ਜਾ ਸਕਦੇ। ਇਹ ਤਾਂ ਗੁਰਬਾਣੀ ਦਾ ਮਹਾਰਾਜ ਦਾ ਬਚਨ ਹੈ, ਕਹਿੰਦੇ ਮਤ ਕੋ ਜਾਣਾ ਜਾਏ ਅੱਗੇ ਪਾਏ ਸੀ। ਮਤਾ ਕਹਿੰਦੇ ਕੋਈ ਵਿਚਾਰ ਕਰੇ, ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਜਿਹੇ ਕਰਮ ਕਰਾਂਗੇ ਉਹਦਾ ਫਲ ਮਿਲੂਗਾ, ਜਿਹੇ ਅੱਗੇ ਮਿਲ ਜੂਗਾ। ਸੋ ਇਸ ਕਰਕੇ ਤਾਂ ਉਸ ਵੇਲੇ ਜਦੋਂ ਮਹਾਂਪੁਰਖਾਂ ਨੇ ਕਿਹਾ ਵੀ ਕਾਬਲ ਸਿਆਂ ਜਾ ਕੇ ਸੋਨਾ ਨਾ ਕਹਾਂ ਜਾ ਕੇ ਮੰਗ ਲਈ, ਤੇ ਵੀ ਉਹ ਕਹਿੰਦੇ ਸਾਨੂੰ ਤੋਲਣਾ ਸੀਗਾ। ਇਹ ਬਾਦਸ਼ਾਹ ਸਿੰਘਾਂ ਨੇ, ਭਾਈ ਹਰਭਜਨ ਸਿੰਘ ਨਾਮ ਦਾ ਭਾਈ ਮਹਾਂ ਸਿੰਘ ਵੀ ਉਹਨਾਂ ਨੂੰ ਕਹਿੰਦੇ ਨੇ, ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗੇ ਜਿੰਨਾ ਤੇਰੇ ਕੋਲ ਹੈਗਾ ਲਿਆ ਭਾਈ ਤੂੰ ਵੀ ਮੈਨੂੰ ਦੇ, ਤੇ ਆਪਾਂ ਮਹਾਂਪੁਰਖਾਂ ਨੂੰ ਦੇ ਕੇ ਆਈਏ। ਕਿਉਂਕਿ ਬੀਬੀਆਂ ਨੂੰ ਚਲੋ ਉਹਨਾਂ ਨੇ ਆਪਣੀ ਜਿੰਨੀ ਪੋਟਲੀ, ਉਹ ਜਿਹੜੀ ਪਹਿਲਾਂ ਭਾਈ ਦਰਵੀਰ ਸੋਹਣੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀਗਾ, ਉਹਨਾਂ ਨੇ ਕਿਹਾ ਵੀ ਲਓ ਭਾਈ ਆਓ ਸੰਤਾਂ ਕੋਲ ਚਲੀ, ਉਹ ਪੋਟਲੀ ਬੰਨ੍ਹ ਕੇ ਸੰਤਾਂ ਨੂੰ ਕਹਿੰਦੇ ਮਹਾਂਪੁਰਖੋ ਆ ਬੰਬੇ ਦੀ ਸੰਗਤ ਨੇ ਸੇਵਾ ਕੀਤੀ ਹੈ। ਤੇ ਫਿਰ ਭਾਈ ਮਹਾਂ ਸਿੰਘ ਉਹਨਾਂ ਨੇ, ਹਰਭਜਨ ਸਿੰਘ ਨੇ ਆਪਦੀ ਘਰਵਾਲੀ ਦੇ ਗਹਿਣੇ ਉਹ ਵੀ ਦਿੱਤੇ। ਸੰਤ ਹੱਸ ਕੇ ਕਹਿਣ ਲੱਗੇ ਮਹਾਂ ਸਿਆਂ ਬੀਬੀਆਂ ਨੂੰ ਸੋਨੇ ਦਾ ਨਾਲ ਪਿਆਰ ਪੁੱਛ ਵੀ ਲਿਆ ਆਪਦੀ ਘਰ ਵਾਲੀ ਨੂੰ? ਉਹ ਕਹਿੰਦਾ ਹਾਂ ਮਹਾਂਪੁਰਖੋ। ਬੀਬੀ ਕਹਿੰਦੀ ਹਾਂਜੀ ਮੈਂ ਸੀ ਨੇ। ਮਤਲਬ ਕਿ ਇਉਂ ਸੰਗਤ ਜਿਹੜੀ ਸੀ ਸੋਨਾ ਇਕੱਠਾ ਕਰ ਰਹੀ ਸੀ ਤੇ ਦੇ ਰਹੀ ਸੀਗੀ, ਤੇ ਮੇਰਾ ਖਿਆਲ ਕਾਫੀ ਗਿਣਤੀ ਵਿੱਚ ਉਹ ਕੁਆਂਟਲ ਲਗਭਗ ਉਹ ਹੋਣਾ ਜਿਹੜਾ ਉਸ ਵੇਲੇ ਇਹ ਇਕੱਠਾ ਹੋ ਚੁੱਕਿਆ ਸੀਗਾ। ਤੇ ਦਿਨ ਅੱਗੇ ਥੋੜ੍ਹੇ ਸੀ, ਮਤਲਬ ਉਹ ਚੀਜ਼ ਨੂੰ ਲੈ ਕੇ ਤੋਲਣਾ ਸੀ ਮਹਾਂਪੁਰਖਾਂ ਨੇ। ਸੋ ਮੇਰਾ ਕਹਿਣ ਤੋਂ ਕਿ ਸੂਰਬੀਰ ਬਚਨ ਕੇ ਬਲੀ ਕੌਲਾਂ ਵਪਰੀ ਸ਼ਾਂਤੀ ਸ਼ਾਲੀ, ਉਹ ਸੂਰਬੀਰ ਵਚਨਾਂ ਦੇ ਬਲੀ ਸੀ। ਪਰ ਉਸ ਵੇਲੇ ਜਦੋਂ ਸਮਾਂ ਆ ਗਿਆ ਵੀ ਹੁਣ ਜਿਹੜਾ ਉਹ ਸਮਾਂ ਨਹੀਂ ਬਣਨਾ, ਤੇ ਕਿਉਂਕਿ ਅੱਗੇ ਜਾਣਾ, ਕਿਉਂਕਿ ਕਈਆਂ ਨੂੰ ਤਾਂ ਇਹ ਆ ਵੀ ਖਾਓ ਪੀਓ ਐਸ਼ ਕਰੋ, ਹੁਣ ਨਵਾਂ ਜਗ ਮਿੱਠਾ ਗਲਾ ਕਿਹਨੇ ਡਿੱਠਾ। ਪਰ ਗੁਰੂ ਕੀ ਬਾਣੀ ਜਿਹੜੇ ਪੜ੍ਹਨ ਵਾਲੇ ਗੁਰਸਿੱਖ ਨੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜਾ ਅੱਗੇ ਜਾਵਣਾ, ਨੰਗਾ ਦੋ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਗੁਰੂ ਕੀ ਬਾਣੀ ਦਾ ਪਵਿੱਤਰ ਮਹਾਰਾਜ ਦੇ ਸ਼ਬਦ ਨੇ, ਇਹ ਵਿਚਾਰ ਹੈ। ਇਹ ਸਮਾਂ ਨਹੀਂ ਆਪਾਂ ਇਸ ਵਿਸ਼ੇ ਨੂੰ ਹੋਰ ਜ਼ਿਆਦਾ ਸੋਚ ਸਕੀਏ। ਬੇਨਤੀ ਕਰਾਂ ਉਸ ਵੇਲੇ ਫਿਰ ਭਾਈ ਅਨੰਤਰ ਸਿੰਘ ਨੇ ਕਾਬਲ ਸਿੰਘ ਕਹਿਣੀ ਮਹਾਂਪੁਰਖ ਮੈਨੂੰ ਨਾਲ ਰੱਖਿਓ। ਕਹਿੰਦੇ ਠੀਕ ਹੈ। ਹੁਣ ਦੇਖੋ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਂਪੁਰਖ ਅਰਦਾਸ ਕਰਨ ਲੱਗੇ ਨੇ, ਕੋਈ ਬਾਹਲੀ ਵੱਡੀ ਅਰਦਾਸ ਨਹੀਂ ਕੀਤੀ, ਚੰਦ ਸ਼ਬਦ ਕਹੇ ਨੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਸਮੇਂ ਦੀ ਜ਼ਾਲਮ ਸਰਕਾਰ ਨੇ ਤੁਹਾਡੇ ਪਵਿੱਤਰ ਸਥਾਨਾਂ ਦੇ ਉੱਤੇ ਬੇਅਦਬੀ ਕਰਨ ਦਾ ਯਤਨ ਕੀਤਾ, ਟਾਟੇਰੀ ਕੀਤੇ ਨੇ ਸਥਾਨ, ਤੇ ਸਾਨੂੰ ਇਹਨਾਂ ਨਾਲ ਜੂਝਣ ਦਾ ਬਲ ਬਖਸ਼ੋ। ਤੇ ਸੱਚੇ ਪਾਤਸ਼ਾਹ ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ, ਮੈਂ ਬਾਰ-ਬਾਰ ਜਨਮ ਲਵਾਂ। ਨਹੀਂ ਆਮ ਮਤਲਬ ਕਿ ਸਾਡੀ ਹੁੰਦੀ ਹੈ ਵੀ ਮਹਾਰਾਜ ਇਹਨਾਂ ਨੂੰ ਚਰਨਾਂ 'ਚ ਨਿਵਾਸ ਬਖਸ਼ਿਓ, ਆਵਾਗਮਨ ਦੇ ਗੇੜੇ ਤੋਂ ਬਚਾ ਕੇ ਰੱਖਿਓ ਤੇ ਸਦੀਵ ਕਾਲ ਲਈ। ਪਰ ਲੇਕਿਨ ਉਸ ਮਹਾਂਪੁਰਸ਼ ਦੇ ਬਚਨ ਨੇ, ਠੀਕ ਹੈ ਸਮਾਂ ਅੱਗੇ ਪਿੱਛੇ ਹੋ ਸਕਦਾ ਹੈ, ਸਮਾਂ ਘੱਟ ਵੱਧ ਸਕਦਾ ਹੈ, ਉਹ ਜ਼ਰੂਰ ਬਚਨ ਜਿਹੜੇ ਉਹਨਾਂ ਨੇ ਇਹ ਵੀ ਬਚਨ ਕਹੇ ਸੀ ਵੀ ਜਿੱਦਣ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਉਦੋਂ ਹੀ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਇਹ ਅੱਜ ਨਹੀਂ, ਮਤਲਬ ਕਿ ਉਹ ਗੱਲਾਂ ਯਾਦ ਕਰਵਾਈਆਂ ਜਦੋਂ ਸ਼੍ਰੋਮਣੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਨੇ ਵੀ ਖਾਲਸਾ ਦਾ ਮਤਾ ਪਾਇਆ ਸੀਗਾ। ਆਨੰਦਪੁਰ ਦੇ ਮਤੇ ਵਿੱਚ ਵੀ ਸਾਰੀਆਂ ਵਿਚਾਰਾਂ ਸੀ। ਉਹੀ ਗੱਲ ਮਹਾਂਪੁਰਖਾਂ ਨੇ ਸਿੰਘਾਂ ਨੂੰ ਯਾਦ ਕਰਵਾਈ ਕਿ ਯਾਦ ਕਰੋ ਤੁਹਾਡਾ ਜਿਹੜਾ ਮਤਲਬ, ਕਿਉਂਕਿ ਗੁਰੂ ਕੀ ਬਾਣੀ ਦਾ ਹੀ ਬਚਨ ਹੈ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਮੈਨੂੰ ਕਿਸੇ ਦੇ ਵਸ ਵਿੱਚ ਨਾ ਪਾ ਪਰਮੇਸ਼ਰ ਵਾਹਿਗੁਰੂ। ਭਗਤਾਂ ਨੇ ਵੀ ਗੱਲਬਾਤ ਕੀਤੀ, ਭਗਤ ਫਰੀਦ ਸਾਹਿਬ ਦੇ ਬਚਨ ਨੇ। ਸੋ ਮੇਰਾ ਕਹਿਣ ਤੋਂ ਭਾਵ ਉਸ ਵੇਲੇ ਮਹਾਂਪੁਰਖਾਂ ਨੇ ਅਰਦਾਸ ਕੀਤੀ, ਚੰਦ ਸ਼ਬਦ ਕਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਬਾਰ-ਬਾਰ ਜਨਮ ਲਵਾਂ। ਇੰਨੀ ਗੱਲ ਕਹਿ ਕੇ ਮਹਾਰਾਜ ਦੇ ਚਰਨ ਨਮਸਕਾਰ ਕਰਦੇ ਆਓ ਸਿੰਘੋ ਚਲੀਏ। ਇੱਕੋ ਹੀ ਰਸਤਾ ਸੀਗਾ, ਅਸੀਂ ਸਾਰੇ ਸਿੰਘ ਨਾਲ ਸੀ ਉਸ ਵੇਲੇ ਮਹਾਂਪੁਰਖਾਂ ਦੇ। ਇੱਕੋ ਰਸਤਾ ਬਚ ਗਿਆ ਸੀ, ਜਿੱਧਰ ਇਮਲੀ ਦਾ ਦਰਖਤ ਲੱਗਿਆ ਜੀ ਉਹ ਰਸਤਾ ਬੰਦ ਹੋ ਗਿਆ ਸੀਗਾ। ਦੂਸਰਾ ਜਿੱਧਰਲੇ ਪਾਸੇ ਢਾਡੀ ਸਿੰਘ ਕੀਰਤਨ ਕਰਦੇ ਹੁੰਦੇ ਖੜ ਕੇ, ਉਹ ਰਸਤਾ ਇੱਕ ਚੱਲਦਾ ਦਰਬਾਰ ਸਾਹਿਬ ਦੇ ਸਾਹਮਣੇ, ਦਰਬਾਰ ਸਾਹਿਬ ਦੇ, ਹਾਂਜੀ। ਤੇ ਉਸ ਰਸਤੇ ਰਾਹੀਂ ਜਦੋਂ ਸਾਰੇ ਸਿੰਘ ਥੱਲੇ ਸਾਹਮਣੇ ਟੈਂਕ ਖੜੇ ਨੇ, ਮਿਲਟਰੀ ਖੜੀ ਹੈ, ਤੇ ਜਦੋਂ ਸਿੰਘ ਉਤਰੇ ਨੇ ਤੇ 1 ਲੱਖ ਪੂਰੀ ਮਤਲਬ ਕਿ ਫਾਇਰਿੰਗ ਸ਼ੁਰੂ ਹੋਈ ਹੈ ਦੋਨਾਂ ਪਾਸਿਆਂ ਤੋਂ। ਤਾਂ ਉਸ ਵੇਲੇ ਸੰਤ ਇੱਕਦਮ ਨਿਕਲ ਕੇ ਜਿਹੜੇ ਨਿਸ਼ਾਨ ਸਾਹਿਬ ਨੇ
ਉਸ ਪਾਸੇ ਨੂੰ ਮਤਲਬ ਕਿ ਹੋ ਗਏ। ਗਏ ਅਸੀਂ ਅਜੇ ਖੜੇ ਹਾਂ, ਇੰਨੇ ਨੂੰ ਟੈਂਕ ਨੇ ਜਿਹੜਾ ਗੋਲਾ ਸੀਗਾ ਜਿੱਥੋਂ ਸਿੰਘ ਨਿਕਲ ਰਹੇ ਸੀਗੇ ਉਹਦੇ ਉੱਤੇ ਮਾਰਿਆ। ਇੱਕਦਮ ਧੂੰਆਂ ਤਾਰਾ। ਮੇਰੇ ਨਾਲ ਸਿੰਘ ਖੜੇ ਸੀਗੇ, ਭਾਈ ਗੁਰਮੁਖ ਆਪਣਾ ਗੁਰਨਾਮ ਸਿੰਘ, ਉਤਮ ਸਿੰਘ, ਇਹ ਰਾਗੀ ਸਿੰਘ ਸੀਗੇ। ਹਜੂਰ ਸਾਹਿਬ ਵੀ ਕਹਿੰਦੇ ਸੀ ਇਹਨੂੰ, ਉਹ ਇਉਂ ਉੱਡ ਗਏ ਜਿਵੇਂ ਰੂਹ ਉੱਡ ਜਾਂਦੀ ਹੈ। ਮਤਲਬ ਕਿ ਜਿਹੜਾ ਗੁਰਮੁਖ ਸਿੰਘ ਸੀ ਡਰਾਈਵਰ ਮਹਾਂਪੁਰਖਾਂ ਦੇ ਭੂਰੇ ਦਾ, ਉਹਨੇ ਇੱਕਦਮ ਅਸੀਂ ਐ ਥੱਲੇ ਗਿਰ ਗਏ। ਅਤੇ ਉਹ ਹੋਰ ਵੀ ਸਿੰਘ ਸੀ ਸਾਡੇ ਨਾਲ ਸੀਗੇ। ਧੂੜ ਧਮੱਕਾ ਥੋੜ੍ਹਾ ਚਿਰ ਹੋਇਆ, ਮਤਲਬ ਕਿ ਇਹ ਬੜਾ ਲੰਮਾ ਸਮਾਂ ਨਹੀਂ, ਸਕਿੰਟਾਂ ਦੀਆਂ ਖੇਡਾਂ ਨੇ। ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਨੂੰ ਅਸੀਂ ਦੇਖਿਆ ਵੀ ਉਹ ਆਪਣਾ ਜਿਹੜੇ 2 ਨਿਸ਼ਾਨ ਸਾਹਿਬ ਨੇ, ਉਦੋਂ ਫਿਰ ਉਹ ਸਿੱਧੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਮੂਹਰੇ ਸਾਹਮਣੇ ਟੈਂਕ ਖੜਾ ਹੈ, ਉਹਦੇ ਨਾਲ ਉਹ ਜੂਝਦੇ ਹੋ। ਜਦੋਂ ਉਹਨਾਂ ਨੇ ਫਿਰ ਆਪਣਾ ਉੱਧਰੋਂ ਬਰਸਟ ਮਾਰਿਆ ਮਹਾਂਪੁਰਖਾਂ ਦੇ ਜਿਹੜਾ ਸੀਗਾ, ਉਹਨਾਂ ਜਦੋਂ ਲੱਗਿਆ ਤਾਂ ਉਹਨਾਂ ਦਾ ਸਿਰ ਜਿਹੜਾ ਸੀਗਾ ਦਰਬਾਰ ਸਾਹਿਬ ਵਾਲੇ ਪਾਸੇ ਨੂੰ, ਜਿਹੜੇ ਚਰਨ ਸੀਗੇ ਦੂਜੇ ਪਾਸੇ ਨੂੰ, ਅਤੇ ਇਉਂ ਫਿਰ ਉਹ ਸ਼ਬਦ ਪੜ੍ਹਦੇ, ਜਕਾਰੇ ਛੱਡਦੇ ਸਿੰਘ ਸ਼ਹਾਦ ਦਾ ਜਾਮ ਪੀ ਗਏ। ਅਤੇ ਉਸ ਵੇਲੇ ਜਿਹੜੇ ਸਿੰਘ ਬਾਕੀ ਦੇ ਸੀਗੇ, ਜਿਵੇਂ ਭਾਈ ਲਾਭ ਸਿੰਘ ਜੀ, ਭਾਈ ਅਨੋਖ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਜਿਹੜੇ ਸਾਰੇ ਸੀਨੀਅਰ ਸਿੰਘ ਸੀਗੇ, ਉਹਨਾਂ ਨੇ ਕਿਹਾ ਵੀ ਸਿੰਘੋ ਹੁਣ ਆਪਾਂ ਇੱਧਰ ਨਹੀਂ ਜਾ ਸਕਦੇ, ਰਸਤੇ ਸਾਰੇ ਬੰਦ ਹੋ ਚੁੱਕੇ ਨੇ, ਮਹਾਂਪੁਰਖਾਂ ਦਾ ਭਾਣਾ ਵਰਤ ਚੁੱਕਿਆ, ਅਸੀਂ ਸਾਰਾ ਕੁਛ ਆਪਦੇ ਅੱਖੀਂ ਵੇਖਿਆ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਸਾਈਡ ਤੋਂ ਮਤਲਬ ਕਿ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਪਾਸੇ ਜਦੋਂ ਨਿਕਲੇ ਤਾਂ ਸਾਨੂੰ ਉਹਨਾਂ ਨੇ ਮਿਲਟਰੀ ਨੇ ਅਰੈਸਟ ਕੀਤਾ, ਅਤੇ ਅਰੈਸਟ ਕਰਕੇ ਫਿਰ ਸਾਨੂੰ ਉਹਨਾਂ ਨੇ ਸਕਰੀਨ ਕਰਕੇ ਆਪੋ ਆਪਣੀ ਚਲੋ ਅਜਮੇਰ ਜੇਲ੍ਹ ਅਤੇ ਜੋਧਪੁਰ ਜੇਲ੍ਹ 'ਚ ਲੈ ਗਏ। ਉੱਥੇ ਉਹਨੇ ਰੱਖਿਆ 5 ਸਾਲ। ਇੱਥੇ ਹੁਣ ਕੁਐਸਚਨ ਇਹ ਉੱਠਦਾ ਹੈ ਵੀ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਬਾਰੇ ਅੱਜ ਤੁਸੀਂ ਕਹਿੰਦੇ ਹੋ ਅਤੇ ਉਦੋਂ ਕਿਉਂ ਨਹੀਂ ਸੀ ਕਹਿੰਦੇ? ਬਿਲਕੁਲ ਕਹਿੰਦੇ ਸੀਗੇ। ਜ਼ਿੰਮੇਵਾਰ ਬੰਦਿਆਂ ਨੂੰ ਕਿਹਾ। ਜਦੋਂ ਮੈਂ ਜੋਧਪੁਰ ਜੇਲ੍ਹ 'ਚੋਂ ਆਇਆ, ਬਾਬਾ ਠਾਕਰ ਸਿੰਘ ਜੀ ਮਹਾਂਪੁਰਸ਼ਾਂ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਬਾਬਾ ਜੀ ਮਹਾਂਪੁਰਖ ਸ਼ਹਾਦਤ ਦਾ ਜਾਮ ਪੀ ਗਏ ਨੇ, ਅਤੇ ਅੱਖੀਂ ਸਾਹਿਬ ਵੇਖਿਆ, ਸਾਰਾ ਕੁਛ ਹੋਇਆ। ਬਾਬਾ ਜੀ ਬੋਲੇ ਨਹੀਂ, ਕਹਿਣ ਲੱਗੇ ਮੁਖੀ ਮੈਨੂੰ ਸਿੰਘ ਕਹਿੰਦੇ ਨੇ ਵੀ ਆਪਣਾ ਸੰਤ ਚੜ੍ਹਦੀ ਕਲਾ 'ਚ ਨੇ। ਮੈਂ ਕਿਹਾ ਸਿੰਘ ਕੌਣ ਨੇ? ਉਹ ਚੁੱਪ ਹੋ ਗਏ ਇਸ ਗੱਲ 'ਤੇ। ਸੋ ਉਹ ਮਹਾਂਪੁਰਸ਼ਾਂ ਦੀ ਮੌਜ, ਉਹਨਾਂ ਨੂੰ ਅਸੀਂ ਕਿਉਂਕਿ ਸਾਤੋਂ ਸੀਨੀਅਰ ਹਰ ਗੱਲ 'ਤੇ। ਪਰ ਅਗਰ ਸੰਤ ਚੜ੍ਹਾਈ ਕਰ ਗਏ ਸੀ, ਸਭ ਕੁਝ ਹੋ ਗਿਆ ਸੀ, ਤੁਹਾਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਕਿ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਉਹ ਪਿਛਲੇ ਸਮੇਂ ਤੱਕ ਵੀ ਇਹੀ ਮੰਨਦੇ ਆਏ ਸੀ ਕਿ ਨਹੀਂ ਸੰਤ ਹੈਗੇ ਨੇ, ਜਿਉਂਦੇ ਨੇ, ਤੁਹਾਡੇ ਸਾਹਮਣੇ ਹੀ ਹੈ ਸਭ ਕੁਝ। ਹਾਂਜੀ। ਪਰ ਇਹ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਗਲਤ ਗਾਈਡੈਂਸ ਦੇ ਰਹੀ ਹੈ? ਕਿਉਂਕਿ ਉੱਥੇ ਟਕਸਾਲਾਂ ਦੇ ਵਿੱਚ ਵੀ ਬੱਚੇ ਪੜ੍ਹਦੇ ਆ, ਸਾਡੇ ਨਵੇਂ ਜਰਨੈਲ ਜਿਹੜੇ ਨੇ ਕੌਮ ਦੇ, ਉਹ ਉੱਥੋਂ ਸਿੱਖਿਆ ਲੈਂਦੇ ਨੇ। ਅਗਰ ਉਹਨਾਂ ਦਾ ਅਸੀਂ ਮੂਲ ਆਧਾਰ ਹੀ ਅਗਰ ਗਲਤ ਜਾਂ ਝੂਠ ਦੇ ਉੱਤੇ ਰੱਖ ਰਹੇ ਹਾਂ, ਜਾਂ ਉਹਨਾਂ ਨੂੰ ਅਸੀਂ ਗਲਤ ਗਾਈਡੈਂਸ ਦੇ ਰਹੇ ਹਾਂ, ਤਾਂ ਕਿਤੇ ਨਾ ਕਿਤੇ ਅਸੀਂ ਆਪ ਨਹੀਂ ਆਪਣੀ ਕੌਮ ਦੀ ਹੱਡੀ ਜਿਹੜੀ ਆ ਉਹ ਖੋਲ ਰਹੇ? ਨਹੀਂ, ਬਿਲਕੁਲ ਇਹਦੇ ਵਿੱਚ ਬਹੁਤ ਵੱਡਾ ਸਾਨੂੰ ਲਾਸ ਹੋਇਆ, ਘਾਟਾ ਹੋਇਆ ਇਸ ਚੀਜ਼ ਦਾ ਬਹੁਤ ਵੱਡਾ। ਮਤਲਬ ਕਿ ਟਕਸਾਲ ਨੂੰ ਜਿਹੜਾ ਅੱਜ ਜਿਹਨੂੰ ਟਕਸਾਲ ਕਿੱਥੇ ਸੀ? ਮੈਂ ਸਿੰਪਲ ਜੀ ਪੁੱਛਿਆ, ਟਕਸਾਲ ਕਿੱਥੇ ਸੀ ਉਸ ਵੇਲੇ ਸੰਤਾਂ ਵੇਲੇ? ਅੱਜ ਕਿੱਥੇ ਸਾਹਮਣੇ ਤੁਹਾਡੇ? ਕਿੱਥੇ? ਕੀ ਕਹਿਣਾ ਕਹੋਗੇ ਤੁਸੀਂ? ਬਿਲਕੁਲ ਨਹੀਂ, ਦੇਖੋ ਬੇਨਤੀ ਹੈ, ਟਕਸਾਲ ਦਾ ਜੋ ਮੇਨ ਪ੍ਰਯੋਜਨ ਸੀ ਉਹ ਸੀ ਸਿੱਖ ਕੌਮ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨਾ, ਗੁਰਸਿੱਖੀ ਦੀ ਲਾਗ ਲਾਉਣੀ, ਮਤਲਬ ਕਿ ਗੁਰਬਾਣੀ ਤੋਂ, ਗੁਰ ਇਤਿਹਾਸ ਤੋਂ, ਗੁਰ ਕੀਰਤਨ ਤੋਂ, ਹਰ ਚੀਜ਼ ਤੋਂ ਜਾਣੂ ਕਰਵਾਉਣਾ। ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰੋਗਰਾਮ ਬਣਦੇ ਸੀਗੇ। ਉਹ ਸਾਰਾ ਇੱਥੇ ਪਟਿਆਲੇ ਵੀ ਹਰ ਸਾਲ ਜਥਾ ਹੁੰਦਾ ਸੀਗਾ, ਮਤਲਬ ਕਿ ਹਰ ਜਗ੍ਹਾ 'ਤੇ ਪ੍ਰੋਗਰਾਮ ਹੁੰਦੇ ਸੀਗੇ। ਹਿੰਦੁਸਤਾਨ ਦੀਆਂ ਜਿੰਨੇ ਵੀ ਆ ਤਕਰੀਬਨ ਸਟੇਟਾਂ ਨੇ, ਜਿਵੇਂ ਬੰਗਾਲ ਹੈ ਉੱਥੇ ਕਲਕੱਤੇ ਜਾਣਾ, ਮਹਾਰਾਸ਼ਟਰ ਹੈ ਬੰਬੇ ਜਾਣਾ, ਹਜੂਰ ਸਾਹਿਬ ਜਾਣਾ, ਇਸੇ ਤਰ੍ਹਾਂ ਯੂਪੀ ਹੈ ਲਖੀਮਪੁਰ ਖੀਰੀ ਜਾਣਾ, ਰਾਮਪੁਰ ਜਾਣਾ, ਬਾਜਪੁਰ ਜਾਣਾ, ਇਸੇ ਤਰ੍ਹਾਂ ਹਿਮਾਚਲ ਹੈ ਇੱਥੇ ਮਤਲਬ ਕਿ ਜਾਣਾ, ਸਕੇਤ ਮੰਡੀ ਵਗੈਰਾ, ਹਰਿਆਣੇ ਵਿੱਚ ਹਰ ਦੇ ਵਿੱਚ ਜਾ ਕੇ ਸਿੱਖੀ ਦੇ ਪ੍ਰਚਾਰ ਬਹੁਤ ਵੱਡਾ ਸਾਧਨ ਸੀ ਅਤੇ ਕੀਤਾ ਮਹਾਂਪੁਰਖਾਂ ਨੇ। ਲੇਕਿਨ ਅੱਜ ਇਹ ਵਿਚਾਰ ਉਹ ਜ਼ਿੰਮੇਵਾਰ ਬੰਦੇ ਸੀ ਜਿਹੜੇ ਅੱਜ ਦਮਦਮੀ ਟਕਸਾਲ ਦੇ ਮੁੱਖ ਆਪਦੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਮੁਖੀ ਹਾਂ, ਉਹ ਇਹ ਜਵਾਬ ਦੇ ਸਕਦੇ ਨੇ ਵੀ ਉਹ ਅੱਜ ਕਿਉਂ ਇਸ ਗੱਲ ਤੋਂ ਅਵੇਸਲੇ ਨੇ, ਕਰਦੇ ਨੇ, ਕਿਵੇਂ ਕਰਦੇ ਨੇ, ਕਿਵੇਂ ਹੋ ਰਿਹਾ, ਇਹ ਉਹਦੇ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ। ਪਰ ਲੇਕਿਨ ਜੋ ਦਮਦਮੀ ਟਕਸਾਲ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨ ਸੀਗੇ ਵੀ ਇਹ ਪੰਛੀ ਇਕੱਲਾ, ਇਹਦੇ ਮਗਰ ਸ਼ਿਕਾਰੀ ਬਹੁਤੇ, ਅੱਜ ਵੀ ਜਿਹੜੇ ਟਕਸਾਲ ਨੂੰ ਖਤਮ ਕਰਨ ਦੇ ਮਨਸੂਬੇ ਬਹੁਤ ਜ਼ਿਆਦਾ ਨੇ। ਕੋਈ ਵੀ ਗੱਲਬਾਤ ਹੁੰਦੀ ਹੈ ਉਹ ਟਕਸਾਲ ਦੇ ਮਤਲਬ ਕਿ ਗੱਲ 'ਤੇ ਮੜੀ ਜਾਂਦੀ ਹੈ। ਠੀਕ ਹੈ, ਜ਼ਿੰਮੇਵਾਰ ਬੰਦਿਆਂ ਨੂੰ ਇਹ ਨਹੀਂ ਚਾਹੀਦਾ ਸੀਗਾ ਜੋ ਸਿਧਾਂਤ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਤੋਰਿਆ ਸੀ,
ਜੋ ਕੌਮ ਦੇ ਲਈ ਗੱਲ ਕੀਤੀ ਸੀਗੀ, ਉਹਨਾਂ ਸਿਧਾਂਤਾਂ ਉੱਤੇ ਹੀ ਰਹਿਣਾ ਉਹਨਾਂ ਚਾਹੀਦਾ। ਸਿਧਾਂਤਾਂ ਦੇ ਪਹਿਰਾ ਦੇ ਕੇ ਉਹਨਾਂ ਨੂੰ ਤੁਰਨਾ ਚਾਹੀਦਾ ਸੀ। ਇਹ ਉਹਨਾਂ ਦਾ ਫਰਜ਼ ਬਣਦਾ ਸੀ ਤੇ ਹੋਣਾ ਚਾਹੀਦਾ ਸੀਗਾ। ਇੱਕ ਆਖਰੀ ਚੀਜ਼ ਮੈਂ ਪੁੱਛਣਾ ਚਾਹਾਂਗਾ, ਇੱਕ ਹੋਰ ਚੀਜ਼ ਪਤਾ ਲੱਗੀ ਜਦੋਂ ਸੰਤ ਸ਼ਹਾਦਤ ਪਾ ਗਏ ਸੀ, ਜੀ। ਨਾਲ ਹੋਰ ਸਿੰਘ ਸ਼ਹੀਦੀਆਂ ਪਾ ਗਏ ਸੀ, ਤਾਂ ਫੌਜ ਨੇ ਉਹਨਾਂ ਦੀਆਂ ਲਾਸ਼ਾਂ ਖਿੱਚ ਕੇ ਲਿਆ ਕੇ ਡਿਓੜੀ ਦੇ ਵਿੱਚ ਇਕੱਠੀਆਂ ਕੀਤੀਆਂ ਸੀ ਸਿਰਫ ਦਿਖਾਉਣ ਵਾਸਤੇ ਹਿੰਦੂ ਨੇਤਾਵਾਂ ਨੂੰ। ਕੀ ਇਹ ਸੱਚ ਹੈ? ਬਿਲਕੁਲ ਬਿਲਕੁਲ, ਸਾਨੂੰ ਹੀ ਦੱਸਿਆ, ਕਿਉਂ ਅਸੀਂ ਤਾਂ ਉਦੋਂ ਅਰੈਸਟ ਹੋ ਚੁੱਕੇ ਸੀਗੇ। ਸਾਨੂੰ ਮਤਲਬ ਕਿ ਅਪਾਰ ਸਿੰਘ ਬਾਜਵਾ DSP ਸਾਹਿਬ ਸੀਗੇ ਉਸ ਵੇਲੇ ਉੱਥੇ ਮੌਜੂਦਾ। ਉਹ ਬਹੁਤ ਸ਼ਰਧਾਲੂ ਸੀਗੇ ਟਕਸਾਲ ਦੇ ਮਹਾਂਪੁਰਖਾਂ ਦੇ, ਉਹਨਾਂ ਤੋਂ ਕਾਇਲ ਸੀਗੇ। ਉਹਨਾਂ ਨੇ ਦੱਸਿਆ ਵੀ ਜਰਨਲ ਸ਼ਬੇਗ ਸਿੰਘ ਦੇ ਸਰੀਰ ਨੂੰ ਖਿੱਚ ਕੇ, ਮਤਲਬ ਕਿ ਉਹਨਾਂ ਕਾਗਜ਼ ਦੀ ਫੋਟੋ ਵੀ ਦੇਖੀ ਹੋਊਗੀ ਉਹਨਾਂ ਦੀ, ਦਿਖਾਉਂਦੇ ਜਿਹੜੀ, ਜੀ। ਤੇ ਉਹ ਖਿੱਚ ਕੇ ਉਹਨਾਂ ਨੇ ਕੀਤੀ, ਮਤਲਬ ਪੂਰੀ ਨਾਦਰੀ ਕੀਤੀ। ਸੰਤ ਬਾਬਾ ਜਰਨੈਲ ਸਿੰਘ ਦੀ ਸੂਰੀਆ ਰਸਾਲੇ ਵਿੱਚ ਇੱਕ ਫੋਟੋ ਆਈ ਸੀ ਉਸ ਵੇਲੇ ਉਹਨਾਂ ਦੇ ਸਰੀਰ ਦੀ ਵੀ, ਆ ਸ੍ਰੀ ਸੰਤ ਜਰਨੈਲ ਸਿੰਘ ਦਾ। ਤੁਸੀਂ ਉਹਨੂੰ ਗੌਰ ਨਾਲ ਦੇਖਿਓ, ਮਹਾਂਪੁਰਖਾਂ ਦੇ ਸਰੀਰ ਨੂੰ ਜਿੱਥੇ ਰੱਖਿਆ, ਪੈਰ ਦਰਬਾਰ ਸਾਹਿਬ ਵੱਲ ਕੀਤੇ ਹੋਏ ਨੇ ਤੇ ਜਿਹੜਾ ਸਿਰ ਹੈ ਉਸ ਬਾਜ਼ਾਰ ਵੱਲ ਕੀਤਾ ਹੋਇਆ। ਕੀ ਇਹ ਬਹੁਤ ਵੱਡੀ ਤੋਹੀਨ ਨਹੀਂ ਹੈ? ਜਿਸ ਮਹਾਂਪੁਰਸ਼ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਜਦਾ ਹੀ ਕੀਤਾ ਤੇ ਉਹਦੇ ਮਤਲਬ ਕਿ ਸਰੀਰ ਨਾਲ ਖਿਲਵਾੜ ਕੀਤਾ ਗਿਆ। ਤੁਸੀਂ ਉਹਨੂੰ ਧਿਆਨ ਨਾਲ ਦੇਖੋ, ਜਿਹੜੇ ਵੀ ਮੇਰੇ ਦੋਸਤ ਸੰਗਤ ਸੁਣਦੀ ਹੈ ਉਹ ਵੀ ਇਹ ਚੀਜ਼ ਨੂੰ ਦੇਖੋ, ਸੂਰੀਆ ਰਸਾਲਾ, ਉਹ ਫੋਟੋ ਦੇਖਿਓ ਤੇ ਉਹ ਜਗ੍ਹਾ ਦੇਖਿਓ ਜਾ ਕੇ ਦਰਬਾਰ ਸਾਹਿਬ ਵਾਲੀ, ਸੇਮ ਨੂੰ ਮਿਲਾਇਓ ਉਹਦੇ ਨਾਲ। ਇੱਕ ਬਹੁਤ ਵੱਡਾ ਤੋਹੀਨ ਕਰਨ ਵਾਲਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਦੱਸੀ ਗੱਲ ਕਿ ਸੰਤਾਂ ਦਾ ਸਰੀਰ ਤੇ ਭਾਈ ਅਮਰੀਕ ਸਿੰਘ ਦਾ ਸਰੀਰ, ਉਹ ਕਹਿੰਦੇ ਸੀ ਅਸੀਂ ਤੇਲ ਪਾ ਕੇ ਹੀ ਅੱਗ ਲਾ ਦੇਣੀ ਹੈ। ਉਹ ਕਹਿੰਦੇ ਸੀ ਨਹੀਂ, ਅਸੀਂ ਆਪਣੀ ਪੂਰੀ ਕਰਮ ਜਿਹੜੀ ਰਸਮ ਉਹਦਾ ਕਰਨੀ ਹੈ। ਉਹਦੇ ਨਾਲ ਝਗੜਾ ਵੀ ਹੋਇਆ ਇਸ ਚੀਜ਼ ਦਾ, ਉਹ ਕਹਿੰਦੇ ਸਾਡਾ ਬਾਤ ਵੀ ਹੋਇਆ, ਲੇਕਿਨ ਇਹ ਕਿਉਂ ਕੀਤਾ ਗਿਆ? ਚਲੋ ਉਹਨਾਂ ਨੇ ਆਪਦੇ ਉਹਨਾਂ ਕੀਤਾ ਜਿਹੜੇ ਸਾਹਿਬ। ਮੇਰਾ ਕਹਿਣ ਤੋਂ ਭਾਵ ਵੀ ਜੋ ਸੰਤ ਕਹਿੰਦੇ ਹੁੰਦੇ ਸੀ ਵੀ ਜਿੰਨਾ ਚਿਰ ਤਾਂ ਸਰੀਰ 'ਚ ਜਾਨ ਹੈ, ਸਵਾਸ ਨੇ, ਉਹਨਾਂ ਚਿਰ ਤਾਂ ਮੈਂ ਇਹਨਾਂ ਦੇ ਹੱਥ ਨਹੀਂ ਆਉਂਦਾ। ਉਦੋਂ ਬਾਅਦ ਮਿੱਟੀ ਹੈ, ਜਿਸ ਜੋ ਮਰਜ਼ੀ ਕਰੀ ਜਾਣ, ਉਹ ਉਹਨਾਂ ਨੇ ਕੀਤਾ। ਉਹਨਾਂ ਨੇ ਸਮੇਂ ਦੀ ਸਰਕਾਰ ਨੇ ਸਭ ਕੁਛ ਕੀਤਾ। ਸੋ ਇੱਕ ਨਹੀਂ, ਬੇਅੰਤ ਸਿੰਘਾਂ ਦੇ ਸਰੀਰਾਂ ਨਾਲ ਵੀ ਖਿਲਵਾੜ ਕੀਤਾ। ਤੁਸੀਂ ਹੁਣ ਤਾਂ ਕਾਫੀ ਫੋਟੋਆਂ ਬਾਹਰ ਆ ਚੁੱਕੀਆਂ ਨੇ, ਜਿਹੜੀਆਂ ਕੂੜਾ ਢੋਣ ਵਾਲੀਆਂ ਟਰਾਲੀਆਂ ਸੀ, ਗੱਡੀਆਂ ਸੀ ਮਿਊਨਿਸਪੈਲਿਟੀ ਦੀਆਂ, ਉਹਨਾਂ ਗੱਡੀਆਂ ਵਿੱਚ ਕੂੜਾ ਢੋਣ ਵਾਲੀਆਂ ਵਿੱਚ ਖਿੱਚ ਕੇ ਸਿੰਘਾਂ ਨੂੰ ਸਿਰਾਂ ਤੋਂ, ਕੇਸਾਂ ਤੋਂ, ਲੱਤਾਂ ਤੋਂ ਉਹਦੇ ਵਿੱਚ ਉਹਨਾਂ ਨੂੰ ਰੋਡ ਤੇ ਕੋਈ ਸੰਸਕਾਰ, ਮਤਲਬ ਕਿ ਗਲਾ ਕੋਈ ਸਾੜ ਦਿੱਤੇ। ਮਤਲਬ ਕਿ ਇੰਨਾ ਬੁਰਾ ਹਾਲ ਕੀਤਾ ਉਹਨਾਂ ਨੇ। ਫਿਰ ਇਹ ਕੀ ਉਹਨਾਂ ਸੰਗਤਾਂ ਨੂੰ ਜਿਹਨਾਂ ਦੇ ਪਰਿਵਾਰ ਸੀ, ਘੱਟ ਤੋਂ ਘੱਟ ਸ਼ਨਾਖਤ ਤੱਕ ਕਰਵਾ ਸਕਦੇ, ਗੱਲ ਕਰ ਸਕਦੇ, ਜਿਹੜੀ ਗੱਲ ਕੀਤੀ ਪਰ ਲੇਕਿਨ ਨਹੀਂ ਕੋਈ ਇਹ ਤਾਂ ਇਹ ਸੀ ਉਹਨਾਂ ਦੇ ਮਨ ਵਿੱਚ ਵੀ ਇਹਨਾਂ ਨੂੰ ਖਤਮ ਕਰਨਾ, ਇਹਨਾਂ ਨੂੰ ਵੀ ਇਹ ਮੁੜ ਕੇ 100 ਸਾਲ ਤੱਕ ਉੱਠ ਨਾ ਸਕਣ, ਇਹ ਗੱਲ ਨਾ ਕਰ ਸਕਣ। ਜਿਵੇਂ ਅਬਦਾਲੀ ਜਿਹੜਾ ਕਹਿੰਦਾ ਸੀ ਨਾ ਵੀ ਸਿੱਖ ਹੁਣ ਉੱਠ ਨਹੀਂ ਸਕਦੇ, ਵੀ ਮੈਂ ਇਹਨਾਂ ਦਾ ਦਰਬਾਰ ਸਾਹਿਬ ਵੀ ਤਾਂ ਇਹਨਾਂ ਕਰ ਆਇਆ, ਮੈਂ ਕਰ ਆਇਆ। ਤਾਂ ਉਸ ਵੇਲੇ ਜਦੋਂ ਸਿੰਘਾਂ ਨੇ ਉਹਦਾ ਮੁੜ ਕੇ ਫਿਰ ਦਾ ਮੁਕਾਬਲਾ ਕੀਤਾ ਤਾਂ ਉਹਨੇ ਲਾਹੌਰ ਤੇ ਇੱਕ ਚਿੱਠੀ ਲਿਖੀ ਸੀ, ਇਤਿਹਾਸ ਵਿੱਚ ਜ਼ਿਕਰ ਆਉਂਦਾ। ਉਹਨੇ ਕਿਹਾ ਸੀ ਵੀ ਸਿੰਘੋ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਵੀ ਬਈ ਗੱਲ ਕਰੋ। ਤਾਂ ਉਸ ਵੇਲੇ ਜਿਹੜੇ ਮੌਜੂਦਾ ਉਸ ਵੇਲੇ ਜਥੇਦਾਰ ਸੀ, ਉਹ ਅਣਖ ਤੇ ਗੈਰਤ ਕਰਨ ਵਾਲੇ ਸੀ, ਉਹਨਾਂ ਨੇ ਆਖਿਆ ਕਿ ਅਬਦਾਲੀ ਸਮਾਂ ਆਊਗਾ ਤੇਰੇ ਨਾਲ ਗੱਲ ਕਰਾਂਗੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਲਬੇ ਤੇ ਖੜ੍ਹ ਕੇ ਤੇਰੇ ਨਾਲ ਗੱਲ ਨਹੀਂ ਕਰ ਸਕਦੇ। ਮਤਲਬ ਕਿ ਇਤਿਹਾਸ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਹੈ, ਗੱਲ ਕਰਦਾ ਹੈ। ਸੋ ਮੇਰਾ ਮਤਲਬ ਕਹਿਣ ਤੋਂ ਇਹੀ ਹੈ ਕਿ ਪ੍ਰੀਤ ਜੀ, ਜੋ ਜ਼ੁਲਮ ਅਤਿਆਚਾਰ ਸਾਡਿਆਂ ਨੇ ਕੀਤਾ ਸਾਡੇ ਨਾਲ, ਉਹ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਬਿਲਕੁਲ, ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਨਾ ਉਸ ਨੂੰ ਕਦੀ ਕੌਮ ਭੁਲਾ ਸਕਦੀ ਹੈ। ਕੌਮ ਦਾ ਜਿਹੜੇ ਸੱਚਾ ਕੌਮ ਦਾ ਦਰਦ ਅੰਦਰ ਰੱਖਦੇ ਨੇ, ਉਹ ਤਾਂ ਕਦੀ ਵੀ ਨਹੀਂ ਭੁਲਾ ਸਕਦੇ, ਕਿਉਂਕਿ ਕੌਮ ਵਾਸਤੇ ਜਿਹਨਾਂ ਨੇ ਆਪਣੀਆਂ ਜਿੰਦਾਂ ਵਾਰੀਆਂ, ਜਿਹੜਾ ਮਾਵਾਂ ਨੇ ਆਪਣੇ ਪੁੱਤ ਕੌਮ ਦੇ ਉੱਤੋਂ ਵਾਰੇ ਨੇ, ਤੇ ਉਸ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵੱਲ ਦੇਖਣਾ, ਜਿਸ ਕੌਮ ਨੂੰ ਚਾਹੁੰਦੇ ਰਹੇ ਹਾਂ ਅਸੀਂ, ਤੇ ਚਾਹੁੰਦੇ ਹਾਂ ਅੱਗੇ ਵੀ ਕਿ ਉਸ ਕੌਮ ਨੂੰ ਅਸੀਂ ਚੜ੍ਹਦੀ ਕਲਾ ਵੱਲ ਹੀ ਦੇਖੀਏ। ਕਲਗੀਧਰ ਦੀ ਸਾਜੀ ਉਹ ਕੌਮ ਜਿਸ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਇੱਕ ਸਿੱਖ 1.25 ਲੱਖ ਦੇ ਬਰਾਬਰ ਹੈ, ਸਿੰਘਾਂ ਨੇ ਉਸ ਚੀਜ਼ ਦਾ ਸਬੂਤ ਵੀ ਦਿੱਤਾ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚੜ੍ਹ ਕੇ ਆਈਆਂ ਸੀ ਤੇ ਅੰਦਰ ਗਿਣਤੀ ਦੇ ਸਿੰਘ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਅੱਜ ਦੇ ਸਮੇਂ ਦੇ ਵਿੱਚ ਕੌਮ ਕਿੱਥੇ ਖੜੀ ਹੈ, ਮੈਂ ਸਾਰਿਆਂ ਨੂੰ ਉਹ ਦੋਸ਼ ਨਹੀਂ ਦਿੰਦਾ, ਪਰ ਕੌਮ ਦੇ ਵਿੱਚ ਬਹੁਤ ਸਾਰੇ ਅਜਿਹੇ ਨੇ, ਵੱਡੇ ਪ੍ਰਚਾਰਕਾਂ ਤੋਂ ਲੈ ਕੇ ਤੁਸੀਂ ਅਹੁਦੇਦਾਰ ਤੱਕ ਦੇਖ ਲਓ ਤੁਸੀਂ, ਜਿਹੜੇ ਕਿ ਵੱਡੀਆਂ ਅਹੁਦੇਦਾਰੀਆਂ ਸਾਂਭ ਕੇ ਬੈਠੇ ਨੇ। ਕੀ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਨੇ? ਅਗਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਉਹ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤਾਂ ਸਲਾਮ ਹੈ ਤੁਹਾਨੂੰ। ਅਗਰ ਤੁਹਾਨੂੰ ਲੱਗਦਾ ਹੈ, ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ, ਕਾਬਿਲ ਨਹੀਂ ਹੈ ਨਿਭਾਉਣ ਦੇ, ਤਾਂ ਉਹ ਉਹਨਾਂ ਅਹੁਦੇਦਾਰੀਆਂ ਉੱਤੇ ਕੀ ਕਰ ਰਹੇ ਨੇ? ਇਹ ਸਵਾਲ ਤੁਹਾਡੇ ਸਾਰਿਆਂ ਵਾਸਤੇ ਹੈ।
ਕਿਉਂਕਿ ਦਿਲ ਕਿਤੇ ਨਾ ਕਿਤੇ ਹਰ ਸਿੱਖ ਦਾ ਉੱਥੇ ਦੁਖਦਾ ਹੈ, ਚਾਹੇ ਉਸਨੇ ਚੋਲਾ ਪਾਇਆ ਹੈ ਜਾਂ ਨਹੀਂ ਪਾਇਆ। ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਾਲ ਲਗਾਵ ਰੱਖਦਾ ਹੈ, ਪਿਆਰ ਕਰਦਾ ਹੈ, ਜੋ ਚਾਹੁੰਦਾ ਹੈ ਕਿ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣ, ਉਸ ਹਰ ਪੰਜਾਬੀ ਦਾ ਦਿਲ ਦੁਖਦਾ ਹੈ ਜਦੋਂ ਕਿਸੇ ਵੀ ਪੰਜਾਬੀ ਦੇ ਨਾਲ ਕੁਝ ਮਾੜਾ ਵਿਵਹਾਰ ਕੀਤਾ ਜਾਂਦਾ ਹੈ, ਜਦ ਗੁਰੂ ਦੀ ਬੇਅਦਬੀ ਕੀਤੀ ਜਾਂਦੀ ਹੈ, ਜਦ ਆਪ ਜਿਹਨਾਂ ਨੂੰ ਅਸੀਂ ਠੇਕੇਦਾਰੀਆਂ ਦਿੱਤੀਆਂ ਨੇ ਕਿ ਤੁਸੀਂ ਸੰਭਾਲ ਕਰੋ, ਕੌਮ ਨੂੰ ਇੱਕ ਸਹੀ ਰਸਤਾ ਵਿਖਾਓ, ਜਦ ਉਹੀ ਕੌਮ ਨੂੰ ਗਲਤ ਰਸਤੇ ਤੇ ਤੋਰ ਦੇਣ, ਤਾਂ ਫਿਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਣਨਾ ਪੈਣਾ ਹੈ। ਸਮਾਂ ਸਾਨੂੰ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ। ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਬਿਲਕੁਲ। ਬੇਨਤੀ ਸੀ ਵੀ ਜਦੋਂ ਅਸੀਂ ਪੁਰਾਤਨ ਸਮੇਂ ਦੀ ਗੱਲ ਜਾਂ ਮੌਜੂਦਾ ਸਮੇਂ ਦੀ ਵੀ ਗੱਲ ਅਸੀਂ ਕਰਦੇ ਹਾਂ, ਸਿੱਖ ਕੌਮ ਜਿਵੇਂ ਕੋਈ ਸਿੱਖ ਧਰਮ ਦੇ ਨਾਲ ਖਿਲਵਾੜ ਕਰਦਾ ਹੈ, ਭਾਵੇਂ ਉਹ ਦੇਹਧਾਰੀ ਗੁਰੂ ਹੈ, ਦੇਹਧਾਰੀ ਡੰਬ ਹੈ, ਜੋ ਜਿਵੇਂ ਨਿਰੰਕਾਰ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਸਾਰੀ ਕੌਮ ਇੱਕ ਇਕੱਠੀ ਸੀਗੀ। ਪਰ ਅੱਜ ਬਦਕਿਸਮਤੀ ਹੈ, ਇਹ ਸਿੱਖੀ ਦੇ ਲਿਬਾਸ ਵਿੱਚ ਹੀ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਨੂੰ ਡਿਵਾਈਡੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ। ਮਤਲਬ ਕਿ ਜਿਹੜਾ ਸ਼ੀਏ ਤੇ ਸੁੰਨੀ ਮੁਸਲਿਮ ਭਰਾਵਾਂ ਵਿੱਚ ਮਤਲਬ ਵੰਡ ਪਾਈ ਜਾ ਰਹੀ ਹੈ, ਅੱਜ ਸਿੱਖਾਂ ਦੇ ਵਿੱਚ ਵੀ ਇਹ ਪਾਈ ਜਾ ਰਹੀ ਹੈ। ਉਹਨਾਂ ਦੇ ਵਿੱਚ ਤਾਂ ਬਹੁਤ ਘੱਟ ਹੈ, ਉਰੇ ਤਾਂ ਬਹੁਤ ਜ਼ਿਆਦਾ ਵੱਧ ਗਈ ਹੈ। ਹਰ 10 ਕਿਲੋਮੀਟਰ ਤੇ ਜਿਹੜੀ ਹੈ ਮਰਿਆਦਾ ਉਹ ਬਦਲ ਗਈ ਹੈ। ਹਰ ਕਿਸੇ ਦੇ ਚੋਲਿਆਂ ਦੇ ਹਿਸਾਬ ਦੇ ਨਾਲ ਪਛਾਣੇ ਜਾਂਦੇ ਨੇ ਕਿ ਇਹ ਕਿਹੜੀ ਉਹਦੇ ਨਾਲ ਸੰਬੰਧ ਰੱਖਦੇ ਨੇ, ਸੰਪਰਦਾ ਦੇ ਨਾਲ। ਮੈਂ ਅਖੀਰ ਵਿੱਚ ਸਾਰੀ ਸੰਗਤ ਨੂੰ, ਸਾਰੇ ਸਿੰਘਾਂ ਨੂੰ, ਤੁਹਾਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ, ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਬਚਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਹੁਣ ਆਪਣਾ ਆਪ ਛੱਡ ਕੇ ਗੁਰੂ ਦੀ ਮਤ ਲਈਏ। ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬੋਡੂ ਬੇਸਿਆਨੇ। ਆਪਣੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਕੇ ਇਹ ਵਿਚਾਰ ਕੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਜੀਵਨ ਅਪਣਾਈਏ ਤੇ ਉਸ ਮਹਾਂਪੁਰਸ਼ ਨੂੰ, ਨਾ ਮਹਾਨ ਸ਼ਹੀਦਾਂ ਨੂੰ ਇਹੀ ਸੱਚੀ ਤੇ ਸੁੱਚੀ ਸ਼ਰਧਾ ਦੇ ਫੁੱਲ ਹੋਣਗੇ। ਅਸੀਂ ਧੜੇਬੰਦੀਆਂ ਤੋਂ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਕੌਮ ਦੇ ਲਈ, ਆਪਣੇ ਪੰਜਾਬ ਦੇ ਲਈ, ਆਪਣੀ ਪੰਜਾਬੀਅਤ ਲਈ, ਆਪਣੇ ਸਮੁੱਚੇ ਭਾਈਚਾਰੇ ਲਈ ਇੱਕ ਏਕਤਾ ਦੇ ਨਾਲ ਇਕੱਠੇ ਹੋ ਕੇ ਸੋ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕਰ ਸਕੀਏ। ਇਹੀ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸੋ ਦਰਸ਼ਕੋ, ਸਮਾਂ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦਾ ਹੈ ਕਿ ਜੋ 1984 ਵਾਸਤੇ ਪ੍ਰਚਾਰਿਆ ਜਾਂਦਾ ਸੀ ਕਿ 1984 ਦਾ ਉਹ ਦੌਰ ਕਿੱਦਾਂ ਕ੍ਰੀਏਟ ਹੋਇਆ, ਉਹ ਵੈਕਿਊਮ ਕਿੱਦਾਂ ਕ੍ਰੀਏਟ ਹੋਇਆ, ਸੰਤਾਂ ਬਾਰੇ ਜੋ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ, RSS ਵੱਲੋਂ, ਹੋਰ ਜਥੇਬੰਦੀਆਂ ਵੱਲੋਂ ਕਿ ਅੰਦਰ ਬਹੁਤ ਹਥਿਆਰ ਰੱਖੇ ਹੋਏ ਸੀ, ਬੱਸਾਂ ਚੋਂ ਲਾ ਕੇ ਹਿੰਦੂ ਮਾਰੇ ਗਏ, ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਵੀ ਉਹ ਚੀਜ਼ਾਂ ਨਸ਼ਰ ਕੀਤੀਆਂ ਗਈਆਂ। ਉਹਨਾਂ ਦੇ ਵਿੱਚ ਕਿੰਨੀ ਸੱਚਾਈ ਹੈ ਤੇ ਕਿੰਨਾ ਕੀ ਉਹਨਾਂ ਦੇ ਵਿੱਚ ਝੂਠ ਹੈ, ਇਹ ਤੁਸੀਂ ਬਾਖੂਬੀ ਜਾਣਦੇ ਹੋ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੱਕ ਐਵੀਡੈਂਸ YouTube ਦੇ ਉੱਤੇ ਹੀ ਪਿਆ ਹੋਇਆ ਹੈ। ਸਾਡਾ ਸਿਰਫ ਇੱਕ ਮਕਸਦ ਹੁੰਦਾ ਹੈ ਆਪਣੇ ਸ਼ੋਅ ਨੂੰ ਤੁਹਾਡੇ ਰੂਬਰੂ ਕਰਨ ਦਾ, ਕਿ ਅਸਲ ਜਿਹੜੇ ਤੱਥ ਨੇ, ਅਸਲ ਇਤਿਹਾਸ ਹੈ, ਜਿਹਨਾਂ ਨੇ ਹੱਡੀ ਹੰਡਾਈਆਂ ਨੇ ਉਹ ਚੀਜ਼ਾਂ, ਉਹਨਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ, ਤਾਂ ਕਿ ਕਿਸੇ ਜ਼ਿਹਨ ਦੇ ਵਿੱਚ, ਕਿਸੇ ਦੇ ਮਨ ਦੇ ਵਿੱਚ ਉਹ ਸ਼ੰਕਾ ਨਾ ਰਹਿ ਸਕੇ ਕਿ ਅਸੀਂ ਕਿਸੇ ਪਬਲਿਸਿਟੀ ਵਾਸਤੇ ਜਾਂ ਅਸੀਂ ਕਿਸੇ ਸ਼ੋਹਰਤ ਵਾਸਤੇ ਉਹ ਚੀਜ਼ ਕਰ ਰਹੇ ਹਾਂ। ਨਹੀਂ, ਅਸੀਂ ਸਿਰਫ ਤੇ ਸਿਰਫ ਇੱਕ ਆਪਣੇ ਮਨ ਦੇ ਵਿੱਚ ਟੀਚਾ ਲੈ ਕੇ ਚੱਲੇ ਹਾਂ ਕਿ ਕੌਮ ਨੂੰ ਸੱਚਾਈ ਦੇ ਰੂਬਰੂ ਕਰਨਾ ਹੈ। ਉਹ ਸੱਚਾਈ ਕਿੰਨੀ ਹੀ ਕੌੜੀ ਕਿਉਂ ਨਾ ਹੋਵੇ, ਕੋਈ ਵੀ ਘੱਲੂਕਾਰਾ ਕੌਮ ਦੇ ਵਿੱਚ ਵਾਪਰਿਆ ਜਾਂ ਕੌਮ ਦੇ ਨਾਲ ਕੋਈ ਵੀ ਮਾੜਾ ਕਰਦਾ ਹੈ, ਚਾਹੇ ਉਹ ਰੰਕ ਹੈ, ਚਾਹੇ ਉਹ ਰਾਜਾ ਹੈ, ਜਿਹਦਾ ਕਸੂਰ ਹੈਗਾ ਉਹਨੂੰ ਤੁਹਾਡੇ ਰੂਬਰੂ ਅਸੀਂ ਕਰਾਂਗੇ, ਜਿਸ ਮਰਜ਼ੀ ਰੂਪ ਦੇ ਵਿੱਚ ਕਰੀਏ, ਤੇ ਉਹੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਜ 6 ਜੂਨ ਦੇ ਉੱਤੇ ਤੁਹਾਡੇ ਰੂਬਰੂ ਇਹ ਸ਼ੋਅ ਕੀਤਾ ਅਸੀਂ, ਤੇ ਇਸ ਸ਼ੋਅ ਦੇ ਦੌਰਾਨ ਅਸੀਂ ਸਿਰਫ ਉਹ ਕਹਿਣ ਦੀ ਕੋਸ਼ਿਸ਼ ਕੀਤੀ ਕਿ 6 ਜੂਨ ਨੂੰ ਜੋ ਵਾਪਰਿਆ ਉਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ, ਕਿਸ ਨੇ ਕੀਤੀ ਸੀ, ਤੇ ਉਸ ਦਾ ਅੰਤ ਕੀ ਹੋਇਆ, ਤੇ ਉਸ ਤੋਂ ਬਾਅਦ ਬੇਅਦਬੀਆਂ ਕਿੱਦਾਂ ਹੋਈਆਂ। ਅੱਜ ਵੀ ਬੇਅਦਬੀਆਂ ਉੱਦਾਂ ਹੀ ਹੋ ਰਹੀਆਂ ਨੇ, ਕੋਈ ਅੰਤ ਨਹੀਂ ਹੈ ਬੇਅਦਬੀਆਂ ਦਾ, ਪਰ ਫਰਕ ਸਿਰਫ ਇੰਨਾ ਆ, ਉਦੋਂ ਸਾਹਮਣੇ ਕੁੰਡਾ ਖੜਕਾ ਕੇ ਬੇਅਦਬੀਆਂ ਕੀਤੀਆਂ ਗਈਆਂ ਸੀ ਕਿ ਅਸੀਂ ਆ ਰਹੇ ਹਾਂ ਚੜ੍ਹ ਕੇ, ਤੇ ਅੱਜ ਬਿਨਾਂ ਨੌਕ ਕੀਤਿਆਂ, ਬਿਨਾਂ ਕੁੰਡਾ ਖੜਕਾਏ ਬੇਅਦਬੀਆਂ ਹੋ ਰਹੀਆਂ ਨੇ, ਜਗ੍ਹਾ ਜਗ੍ਹਾ ਤੇ ਹੋ ਰਹੀਆਂ ਨੇ, ਤੇ ਸਾਡੇ ਆਪਣੇ ਅੱਜ ਵੀ ਵੱਡੇ ਅਹੁਦਿਆਂ ਤੇ ਬੈਠ ਕੇ ਮੁੱਖ ਦਰਸ਼ਕ ਬਣੇ ਹੋਏ ਨੇ, ਉਹ ਸਿਰਫ ਦੇਖ ਰਹੇ ਨੇ। ਇਸ ਕਰਕੇ ਅਗਰ ਤੁਸੀਂ ਕੌਮ ਦਾ ਦਰਦ ਰੱਖਦੇ ਹੋ, ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਹੱਥ ਬੰਨ੍ਹ ਕੇ ਸਾਰੀ ਪ੍ਰਚਾਰਕ ਸ਼੍ਰੇਣੀ ਨੂੰ ਵੀ ਬੇਨਤੀ ਹੈ, ਇਕਜੁੱਟ ਹੋਵੋ। ਜਿੱਦਾਂ ਫਰਮਾਨ ਗੁਰਬਾਣੀ ਦੇ ਵਿੱਚੋਂ ਇਹਨਾਂ ਨੇ ਵੀ ਦੱਸਿਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਹੋਵੋ, ਵਾਕਈ ਹੋਵੋ, ਸਿਰਫ ਪੜ੍ਹੋ ਨਾ, ਪ੍ਰਚਾਰੋ ਨਾ,
ਉਸ ਨੂੰ ਆਪਣੇ ਉੱਤੇ ਧਾਰਨ ਵੀ ਕਰੋ, ਥੋੜਾ ਜਿਹਾ ਧਾਰੋ ਵੀ ਉਸ ਨੂੰ। ਇਸੇ ਦੇ ਨਾਲ ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਹੱਥ ਬੰਨ ਕੇ ਮਾਫੀ ਹੈ ਜੀ। ਆਪਣੇ ਹੋਸਟ ਦੇ ਦੋਸਤ ਪ੍ਰੀਤ ਸੈਣੀ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਗੁਰਬਾਣੀ ਅਖੰਡ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।